ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਥ ਪੰਜਾਬ ਦੀ ਡਿਸਕਸ਼ਨ ਦੇਖ ਰਹੇ ਸਾਰੇ ਸੱਜਣਾਂ ਦਾ, ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਆਪਣੇ ਸਮੇਂ 'ਚ ਸਮਾਂ ਕੱਢ ਕੇ ਸਾਡੇ ਨਾਲ ਸ਼ਾਮਲ ਹੋਏ ਹੋ। ਅੱਜ ਸਾਡੇ ਨਾਲ ਜਰਨਲਿਸਟ ਭਾਈ ਸਾਹਿਬ ਭਾਈ ਹਮੀਰ ਸਿੰਘ ਜੀ ਗੱਲਬਾਤ ਕਰਨਗੇ ਤੇ ਜਿਵੇਂ ਆਪਾਂ ਪਹਿਲਾਂ ਵੀ ਪੰਥ ਪੰਜਾਬ ਵੱਲੋਂ ਆਰਗੇਨਾਈਜ਼ ਕਰਦੇ ਹਾਂ ਇਵੈਂਟਸ ਤੇ ਅੱਜ ਦੀ ਜਿਹੜੀ ਆਪਣੀ ਸੀਰੀਜ਼ ਹੈ ਚੜ੍ਹਦਾ ਪੰਜਾਬ ਸੀਰੀਜ਼ ਆਪਾਂ ਕੰਟੀਨਿਊ ਕਰ ਰਹੇ ਹਾਂ ਤੇ ਇਹਦੇ ਵਿੱਚ ਅੱਜ ਆਪਾਂ ਗੱਲਬਾਤ ਕਰਾਂਗੇ ਪੰਜਾਬ ਦੇ ਜਿਹੜੇ ਐਗਰੇਰੀਅਨ ਮੁੱਦੇ ਨੇ ਐਗਰੇਰੀਅਨ ਕ੍ਰਾਈਸਿਸ ਆ ਇਹਦੇ ਬਾਰੇ ਤੇ ਇਸ ਤੋਂ ਬਾਅਦ ਮੈਂ ਹੈਂਡ ਓਵਰ ਕਰਨਾ ਚਾਹੁੰਦੀ ਹਾਂ ਭਾਈ ਗੁਰਨਿਸ਼ਾਨ ਸਿੰਘ ਜੀ ਨੂੰ ਕਿ ਉਹ ਅੱਗੇ ਗੱਲਬਾਤ ਜਾਰੀ ਕਰਨ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਿਸ ਤਰ੍ਹਾਂ ਆਪਣੇ ਭੈਣ ਨੇ ਦੱਸਿਆ ਹੈਗਾ ਵੀ ਅੱਜ ਦੇ ਆਪਣੇ ਨਾਲ ਜਿਹੜੇ ਬੁਲਾਰੇ ਜੁੜੇ ਹਨ ਉਹ ਹਨ ਭਾਈ ਸਾਹਿਬ ਭਾਈ ਹਮੀਰ ਸਿੰਘ ਤੇ ਮੈਂ ਸਾਰੇ ਆਪਣੇ ਜਿਹੜੇ ਵੇਖਣ ਵਾਲੇ ਦਰਸ਼ਕ ਨੇ ਜਿਨ੍ਹਾਂ ਨੂੰ ਭਾਈ ਸਾਹਿਬ ਬਾਰੇ ਜੇ ਨਾ ਪਤਾ ਹੋਵੇ ਮੈਂ ਥੋੜੀ ਉਹਨਾਂ ਬਾਰੇ ਇੰਟਰੋਡਕਸ਼ਨ ਕਰਨਾ ਚਾਹਨਾ। ਤਾਂ ਭਾਈ ਸਾਹਿਬ ਭਾਈ ਹਮੀਰ ਸਿੰਘ ਇੱਕ ਸੀਨੀਅਰ ਪੱਤਰਕਾਰ ਨੇ ਜਿਨ੍ਹਾਂ ਕੋਲ ਤਕਰੀਬਨ 2 ਦਹਾਕੇ ਤੋਂ ਵੱਧ ਦਾ ਰਿਪੋਰਟਿੰਗ ਐਕਸਪੀਰੀਅੰਸ ਹੈਗਾ ਆ। ਉਹਨਾਂ ਨੇ ਬਹੁਤ ਹੀ ਵਾਈਡ ਰੇਂਜ ਆਫ ਟੌਪਿਕਸ ਨੂੰ ਕਵਰ ਕੀਤਾ ਹੈਗਾ ਆ, ਕਿਸਾਨੀ ਦੇ ਤੇ ਐਗਰੇਰੀਅਨ ਇਕੋਨਮੀ ਦੇ ਮੁੱਦਿਆਂ ਤੋਂ ਲੈ ਕੇ ਪੰਜਾਬ ਦੀ ਸਿਆਸਤ ਦੇ ਸਾਰੇ ਮੁੱਦਿਆਂ ਤੱਕ। ਤੇ he has also been observing and writing about the current Kisan Morcha since its beginning. He graduated from Punjabi University, Patiala, and currently works as a news coordinator with the Punjabi Tribune. His detailed research articles and public talks about water issues, farmer suicides, and systematic degeneration of Punjab's village communities appear in the leading Punjabi news outlets and Panthic platforms. ਮੈਂ ਇੰਨਾ ਕਹਿੰਦਾ ਹੋਇਆ ਭਾਈ ਸਾਹਿਬ ਭਾਈ ਹਮੀਰ ਸਿੰਘ ਜੀ ਦਾ ਸਵਾਗਤ ਕਰਾਂਗਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜੇ ਤੁਸੀਂ ਅੱਜ ਦਾ ਜਿਹੜਾ ਆਪਣਾ ਮੁੱਦਾ ਜਿਸ ਦੇ ਬਾਰੇ ਆਪਾਂ ਗੱਲ ਕਰਨਾ ਚਾਹੁੰਦੇ ਹੈਗੇ ਆ ਪੰਜਾਬ ਦੇ ਐਗਰੀਰੀਅਨ ਕ੍ਰਾਈਸਿਸ ਤੇ ਉਹਦੇ ਬ੍ਰੌਡਰ ਸੋਸ਼ਲ ਤੇ ਪੋਲੀਟੀਕਲ ਕ੍ਰਾਈਸਿਸ ਜਿਹੜੇ ਉਹਦੇ ਨਾਲ ਸੰਬੰਧਿਤ ਨੇ ਜਿਹੜੇ ਉਹਦੇ ਨਾਲ ਇਮੀਡੀਏਟਲੀ ਜੁੜੇ ਹੋਏ ਨੇ ਜੇ ਤੁਸੀਂ ਉਹਨਾਂ ਬਾਰੇ ਥੋੜਾ ਜਿਹਾ ਓਵਰਵਿਊ ਤੁਸੀਂ ਦੇ ਸਕਦੇ ਹੈਗੇ ਸੰਗਤਾਂ ਨੂੰ ਕੁਝ 5 ਤੋਂ 10 ਮਿੰਟ ਦੇ ਵਿੱਚ। ਜੀ ਸਾਰੇ ਜੋ ਵੀ ਸੁਣਨ ਵਾਲੇ ਇਸ ਸਮੇਂ ਹੈ ਉਹਨਾਂ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਪੰਜਾਬ ਦਾ ਜਿਹੜਾ ਕ੍ਰਾਈਸਿਸ ਹੈ ਜਾਂ ਸੰਕਟ ਹੈ ਉਹ ਮਲਟੀਪਲ ਕ੍ਰਾਈਸਿਸ ਹੈ। ਅਸਲ ਦੇ ਵਿੱਚ ਕੋਈ ਇੱਕ ਕ੍ਰਾਈਸਿਸ ਨਹੀਂ ਕਿਹਾ ਜਾ ਸਕਦਾ। ਐਗਰੀਕਲਚਰ ਨੂੰ ਵੀ ਤੋੜ ਕੇ ਨਹੀਂ ਤੁਸੀਂ ਓਵਰਆਲ ਸਿਨੈਰੀਓ ਨਾਲੋਂ ਦੇਖ ਸਕਦੇ ਹੋ। ਸਭ ਤੋਂ ਪਹਿਲੀ ਗੱਲ ਤਾਂ ਹੈ ਕਿ ਪੰਜਾਬ ਨਾਲ ਟ੍ਰੈਜਡੀ ਹੋਈ ਹੈ। 47 ਦੀ ਵੰਡ ਨੇ ਪੰਜਾਬ ਦਾ ਬਹੁਤ ਕੁਝ ਗਵਾ ਚੁੱਕਾ ਹੈ। ਉਹਦਾ ਸੱਭਿਆਚਾਰ ਤੋਂ ਲੈ ਕੇ ਉਹਦਾ ਐਗਰੇਰੀਅਨ ਸੈਟਅਪ ਜਿਹੜਾ ਆਬਾਦ ਪੰਜਾਬ ਸੀ ਜਿਹਨੂੰ ਪਹਿਲਾਂ ਕਿਹਾ ਜਾਂਦਾ ਸੀ ਐਗਰੀਕਲਚਰ ਦੇ ਐਂਗਲ ਤੋਂ, ਉਹ ਐਕਚੁਅਲੀ ਮਤਲਬ ਉਹ ਲਹਿੰਦਾ ਪੰਜਾਬ ਹੋ ਗਿਆ। ਚੜ੍ਹਦਾ ਪੰਜਾਬ ਤਾਂ ਬਾਅਦ ਦੇ ਵਿੱਚ ਡਿਵੈਲਪ ਹੋਇਆ ਜਿੰਨਾ ਕੁ ਐਗਰੇਰੀਅਨ ਸੈਟਅਪ ਦੇ ਵਿੱਚ ਕਰਨ ਦੀ ਟਰਾਈ ਹੋਈ ਉਸ ਲੈਵਲ ਤੇ। ਔਰ ਈਵਨ ਡਿਵੀਜ਼ਨ ਵੀ ਹੋਈ 47 ਦੀ ਤੇ ਐਕਚੁਅਲੀ ਤਾਂ ਪੰਜਾਬ ਤੇ ਬੰਗਾਲ ਦੀ ਵੰਡ ਹੋਈ, ਕੋਈ ਕੰਟਰੀ ਦੀ ਵੰਡ ਨਹੀਂ ਕਹਿ ਸਕਦੇ ਉਸ ਤਰੀਕੇ ਦੇ ਨਾਲ, ਕਿਉਂਕਿ 10 ਲੱਖ ਜਿਹੜੇ ਉਦੋਂ ਮਰੇ ਉਸ ਮਾਮਲੇ 'ਚ 8 ਲੱਖ ਪੰਜਾਬੀ ਸੀ। ਉਸ ਦੇ ਵਿੱਚ ਵੀ ਜਿਹੜਾ ਇੱਕ ਆਪਸਦਾਰੀ ਦੇ ਵਿੱਚ ਦੰਗੇ ਭੜਕ ਗਏ, ਸਿਆਸਤਦਾਨਾਂ ਦੀ ਆਪਣੀ ਪਾਲਿਸੀ ਸੀ ਵੰਡਣ ਦੀ ਉਸ ਮਾਮਲੇ ਦੇ ਵਿੱਚ। ਔਰ ਉਸ ਤੋਂ ਬਾਅਦ ਲਗਾਤਾਰ ਫਿਰ ਹੁੰਦਾ ਰਿਹਾ, ਫਿਰ ਪੰਜਾਬੀ ਸੂਬੇ ਦੀ ਡਿਮਾਂਡ ਆਈ ਕਿਉਂਕਿ ਪਾਲਿਸੀ ਬਣੀ ਸੀ। ਫਿਰ ਵੀ ਜਿਹੜੀ ਉਹ ਵੰਡ ਹੋਈ ਉਹ ਵੀ ਪ੍ਰੋਪਰ ਵੰਡ ਨਹੀਂ ਹੈ। ਸਦੀ ਨਾ ਪੰਜਾਬੀ ਜ਼ੁਬਾਨ ਦੇ ਨਾਲ ਰਿਲੇਟਡ ਉਹ ਪ੍ਰੋਪਰ ਹੈ ਕਿਸੇ ਤਰੀਕੇ ਦੀ, ਨਾ ਖਿੱਤੇ ਦੇ ਤੌਰ ਤੇ। ਫਿਰ ਜਿਹੜੀਆਂ ਲਗਾਤਾਰ ਲੜਾਈਆਂ ਅਗਰੇਰੀਅਨ ਕ੍ਰਾਈਸਿਸ, ਮੈਨੂੰ ਇਹ ਲੱਗਦਾ ਕਿ ਇਕੱਲਾ ਪੰਜਾਬ ਦਾ ਹੁਣ ਤੋਂ ਨਹੀਂ, ਮੈਂ ਜਦੋਂ ਪੁਰਾਣੇ ਤੋਂ ਦੇਖਦਾ ਇਹ ਓਵਰਆਲ ਡਿਵੈਲਪਮੈਂਟ ਦੇ ਮਾਡਲ 'ਚ ਪਿਆ, ਇਕੱਲੇ ਪੰਜਾਬ ਦਾ ਨਹੀਂ, ਥਰੂ ਆਊਟ ਵਰਲਡ ਇੱਕੋ ਹੀ ਮਾਡਲ ਹੈ। ਉਹ ਮਾਡਲ ਜਦੋਂ ਗੁਰੂ ਨਾਨਕ ਸਾਹਿਬ ਵੇਲੇ ਦੀ ਅਸੀਂ ਗੱਲ ਕਰਦੇ ਹਾਂ, ਜਦੋਂ ਇੱਕ ਗੱਲ ਕਹੀ ਜਾਂਦੀ ਸੀ ਉੱਤਮ ਖੇਤੀ, ਮੱਧਮ ਵਪਾਰ, ਨਖਿੱਧ ਚਾਕਰੀ। ਜਦੋਂ ਤੋਂ ਇੰਡਸਟਰੀਅਲ ਰੈਵੋਲੂਸ਼ਨ ਆਉਂਦਾ ਹੈ, ਇੰਡਸਟਰੀਅਲ ਰੈਵੋਲੂਸ਼ਨ ਤੋਂ ਬਾਅਦ ਸਾਡੇ ਇਕੋਨੋਮਿਸਟ ਨੇ ਦੁਨੀਆ ਨੇ ਇੱਕ ਥਿਉਰੀ ਬਣਾ ਲਈ ਕਿ ਡਿਵੈਲਪਮੈਂਟ ਕਿਹਨੂੰ ਕਹਿਣੀ, ਤੇ ਡਿਵੈਲਪਮੈਂਟ ਜਿਹੜਾ ਇੰਡਸਟਰੀਅਲਾਈਜ਼ ਕੰਟਰੀ ਹੈ ਉਹ ਡਿਵੈਲਪ ਕੰਟਰੀ ਹੈ, ਤੇ ਜਿਹੜਾ ਨਾਨ ਇੰਡਸਟਰੀਅਲ ਕੰਟਰੀ ਹੈ ਉਹ ਪਿਛੜਿਆ ਹੋਇਆ ਤੇ ਬੈਕਵਰਡ ਕੰਟਰੀ। ਅਸੀਂ GDP ਨੂੰ ਹੀ ਸਾਰੇ ਮਾਪਦੰਡ ਦਾ ਇੱਕ ਸਾਧਨ ਬਣਾ ਲਿਆ ਦੇਖਣ ਦਾ, ਤਾਂ ਆਟੋਮੈਟਿਕਲੀ ਅਪਰੋਚ ਜਦੋਂ ਚਲੀ ਗਈ ਤਾਂ ਜਿਹੜੀ ਪ੍ਰਿਮਿਟਿਵ ਇਕੋਨਮੀ ਹੈ ਐਗਰੀਕਲਚਰ ਦੀ, ਉਹ ਸੀਨ ਤੋਂ ਹਟ ਗਈ, ਪਾਲਿਸੀ ਦੇ ਸੀਨ ਤੋਂ ਹਟ ਗਈ, ਤੇ ਉਹਨੇ ਅਰਬਨ ਡਿਵੈਲਪਮੈਂਟ ਦਾ ਔਰ ਇੰਡਸਟਰੀਅਲ ਡਿਵੈਲਪਮੈਂਟ ਦਾ ਮਾਡਲ ਸੀ ਜਿਹੜਾ ਸ਼ੁਰੂਆਤੀ ਦੌਰ ਦੇ ਵਿੱਚ ਆਇਆ। ਤਾਂ ਉਹਦਾ ਡਿਜ਼ਾਈਨ ਸੀ ਕਿ ਪਿੰਡਾਂ ਚੋਂ ਬੰਦੇ ਕੱਢਣੇ ਨੇ, ਖੇਤੀ ਤੋਂ ਬੰਦੇ ਕੱਢਣੇ ਨੇ, ਤੇ ਖੇਤੀ ਤੋਂ ਬੰਦੇ ਲਿਆ ਕੇ ਇੰਡਸਟਰੀ ਔਰ ਸਰਵਿਸ ਖੇਤਰ ਵੱਲ ਲਿਜਾਣੇ। ਇਹ ਥਰੂ ਆਊਟ ਵਰਲਡ ਵਾਪਰਿਆ। ਡਿਵੈਲਪਡ ਕੰਟਰੀਜ਼ ਦੇ ਵਿੱਚ ਤਾਂ ਉਹ ਥੋੜਾ ਜਿਹਾ ਸਮੂਥ ਹੋ ਗਿਆ ਇਸ ਤਰੀਕੇ ਨਾਲ, ਕਿਉਂਕਿ ਉਹਨਾਂ ਕੋਲ ਕਲੋਨੀਆਂ ਸੀ ਬਹੁਤ ਜ਼ਿਆਦਾ। ਉਸ ਲੈਵਲ ਤੇ ਇੱਕ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਪ੍ਰੋਫੈਸਰ ਹੈ ਉਤਸਾ ਪਟਨਾਇਕ, ਉਹਨਾਂ ਦੀ ਇੱਕ ਸਟੱਡੀ ਹੈ ਕਿ ਬ੍ਰਿਟਿਸ਼ਰਜ਼ ਨੇ ਹੀ ਮਤਲਬ ਇੱਕ
100 ਸਾਲ ਦੇ ਵਿੱਚ ਹੀ $43 ਮਿਲੀਅਨ ਜਿਹੜਾ ਹੈ ਉਹ ਲੈ ਕੇ ਗਏ ਨੇ। $43 ਬਿਲੀਅਨ ਦਾ ਜਿਹੜੀ ਇਕਨੋਮੀ ਹੈ ਉਹ ਡਰੇਨ ਹੋਈ ਹੈ ਇਸ ਖਿੱਤੇ ਦੇ ਵਿੱਚੋਂ ਆਲੇ ਦੁਆਲੇ। ਤੇ ਉਹ ਜਿਹੜਾ ਇੱਕ ਸਰਪਲਸ ਸੀ ਉਹਦੇ ਨਾਲ ਉਹ ਬੰਦੇ ਚਲੇ ਗਏ। ਇਹੀ ਕਾਰਨ ਹੈ ਕਿ ਅਮਰੀਕਾ ਦੇ ਵਿੱਚ 1.5% ਪਾਪੂਲੇਸ਼ਨ ਜਿਹੜੀ ਜਾਂ ਵਰਕ ਫੋਰਸ ਹੈ ਉਹ ਐਗਰੀਕਲਚਰ ਤੇ ਡਿਪੈਂਡੈਂਟ। ਸਾਰੇ ਯੂਰਪ ਦੇ ਵਿੱਚ 2 ਤੋਂ 5% ਰਹਿ ਗਈ ਹੈ, ਬਾਕੀ ਸਾਰੇ ਸ਼ਿਫਟ ਹੋ ਗਏ ਨੇ ਹੋਰਾਂ ਕਿਤੇ। ਪਰ ਜਿਹੜੇ ਸਾਡੇ ਵਰਗੇ ਖਿੱਤੇ ਨੇ ਜਿੱਥੇ ਅੱਜ ਵੀ ਆਲਮੋਸਟ 50% ਵਰਕ ਫੋਰਸ ਡਾਇਰੈਕਟਲੀ ਡਿਪੈਂਡੈਂਟ ਔਨ ਐਗਰੀਕਲਚਰ ਹੈ, ਜੇ ਉਹ ਮਾਡਲ ਇੱਥੇ ਹੂਬਹੂ ਲਾਗੂ ਕੀਤਾ ਜਾਂਦਾ ਹੈ ਤਾਂ ਬਹੁਤ ਬੜੇ ਪੈਮਾਨੇ ਤੇ ਇੱਕ ਪੀੜਾਦਾਇਕ ਦੌਰ ਦੇ ਵਿੱਚੋਂ ਗੁਜ਼ਰਨਾ ਪਏਗਾ ਲੋਕਾਂ ਨੂੰ। ਉਹਨੂੰ ਮੱਦੇਨਜ਼ਰ ਰੱਖ ਕੇ ਵੈਸੇ ਤਾਂ ਓਵਰਆਲ ਡਿਵੈਲਪਮੈਂਟ ਦਾ ਉਹ ਮਾਡਲ ਹੀ ਚੈਲੰਜ ਦੇ ਰਿਹਾ ਸਭ ਦੇ ਸਾਹਮਣੇ। ਇਨਵਾਇਰਨਮੈਂਟਲ ਕ੍ਰਾਈਸਿਸ ਦੁਨੀਆ ਦਾ ਸਾਰਾ ਰੀਓ ਡੀ ਜਨੇਰੀਓ ਤੋਂ ਸ਼ੁਰੂ ਹੋ ਕੇ ਪੈਰਿਸ ਦੇ ਐਗਰੀਮੈਂਟ ਤੱਕ ਇਹ ਇੱਕ ਸਟ੍ਰੈਟਜੀਕਲ ਥ੍ਰੈਟ ਹੈ ਪੂਰੀ ਦੁਨੀਆ ਨੂੰ, ਜਦੋਂ ਬਾਇਓ ਲਾਈਫ ਕ੍ਰਾਈਸਿਸ ਦੇ ਵਿੱਚ ਹੈ। ਸੈਕੰਡ ਇਹ ਹੈ ਕਿ ਅਨਐਮਪਲਾਇਮੈਂਟ ਦਾ ਕ੍ਰਾਈਸਿਸ ਅੱਜ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਦੌਰ ਦੇ ਵਿੱਚ ਕਿਸ ਤਰ੍ਹਾਂ ਟੈਕਲ ਹੋਵੇ, ਇਹ ਵੀ ਥਰੂ ਆਊਟ ਵਰਲਡ ਇੱਕ ਕ੍ਰਾਈਸਿਸ ਹੈ। ਤਾਂ ਜਿਹੜੇ ਡਿਵੈਲਪਿੰਗ ਕੰਟਰੀਜ਼ ਨੇ ਸਾਡੇ ਵਰਗੇ, ਇਹਦਾ ਤਾਂ ਬਹੁਤ ਸੀਰੀਅਸ ਕ੍ਰਾਈਸਿਸ ਹੈ ਦੂਸਰੇ ਦੇ ਮੁਕਾਬਲੇ। ਉਸ ਪ੍ਰਿਜ਼ਮ ਚੋਂ ਜਦੋਂ ਅਸੀਂ ਇਹ ਕ੍ਰਾਈਸਿਸ ਦੇਖਦੇ ਹਾਂ, ਸਾਡਾ ਪੰਜਾਬੀ ਬੰਦੇ ਦਾ ਜਾਂ ਬਾਕੀ ਸਾਰਾ, ਇਹ ਹੋਰ ਵੀ ਜ਼ਿਆਦਾ ਗੰਭੀਰ ਨਜ਼ਰ ਆਉਂਦਾ ਹੈ। ਮੈਂ ਇਹਨੂੰ ਇਸ ਐਂਗਲ ਤੋਂ ਦੇਖਦਾ, ਇਸੇ ਕਰਕੇ ਆਹ ਜਿਹੜਾ ਅੰਦੋਲਨ ਚੱਲ ਰਿਹਾ ਹੈ ਇਹ ਕੱਲਾ 3 ਕਾਨੂੰਨ ਜਾਂ ਕੇਵਲ ਇਹਦਾ ਅੰਦੋਲਨ ਨਹੀਂ, ਇਹ ਐਗਜ਼ਿਸਟੈਂਸ ਦਾ ਅੰਦੋਲਨ ਹੈ। ਬੰਦੇ ਨੂੰ ਇਹ ਲੱਗਣ ਲੱਗ ਗਿਆ ਮੇਰੀ ਹੋਂਦ ਖਤਰੇ 'ਚ। ਜਦੋਂ ਐਗਜ਼ਿਸਟੈਂਸ ਦਾ ਅੰਦੋਲਨ ਆਉਂਦਾ ਤਾਂ ਉਹ ਸਭ ਕੁਝ ਝੋਕਦਾ ਵਿੱਚ, ਬੱਚਾ ਬੁੱਢਾ ਸਭ ਲੋਕ ਸਭ ਕੁਝ ਛੱਡ ਕੇ ਬੈਠੇ ਹੋਏ ਨੇ। 100 ਦਿਨ ਤੋਂ ਜ਼ਿਆਦਾ ਹੋ ਗਿਆ, ਉਹ ਮਾਘ ਦੀਆਂ ਰਾਤਾਂ ਵੀ ਉੱਥੇ ਕੱਟੀਆਂ ਨੇ, ਸਭ ਕੁਝ ਕੱਟਿਆ, ਪਰ ਲੋਕ ਆਰ ਪਾਰ ਦੀ ਲੜਾਈ ਦੇ ਲਈ ਅਜੇ ਵੀ ਮਤਲਬ ਪ੍ਰੇਰਿਤ ਨੇ। ਐ ਨਹੀਂ ਹੈ ਡਿਮੋਰਲਾਈਜੇਸ਼ਨ ਹੈ, ਇਹ ਇੱਕ ਉਹ ਪੜਾਅ ਆ ਗਿਆ ਸੋਸਾਇਟੀ ਦੇ ਵਿੱਚ ਹੁਣ ਜਿਹਨੇ ਕਾਰਪੋਰੇਟ ਲੈਡ ਡਿਵੈਲਪਮੈਂਟ ਦੇ ਮਾਡਲ ਨੂੰ ਚੈਲੰਜ ਕੀਤਾ ਹੈ, ਕੱਲੀ ਸਰਕਾਰ ਨੂੰ ਚੈਲੰਜ ਨਹੀਂ ਕੀਤਾ। ਇਸੇ ਕਰਕੇ ਇਹ ਅੰਦੋਲਨ ਆਪਣੇ ਆਪ 'ਚ ਇੱਕ ਹਿਸਟੋਰੀਕਲ ਅੰਦੋਲਨ ਹੈ, ਸਭ ਤੋਂ ਬੜਾ, ਜਿਹਨੇ ਸੋਝੀ ਦਿੱਤੀ ਹੈ ਫਾਰਮਰ ਦੇ ਐਂਗਲ ਤੋਂ। ਇਹ ਕੁਝ ਗੱਲਾਂ ਦੇ ਸੰਦਰਭ ਦੇ ਵਿੱਚ ਜੇ ਉਹ ਸਾਰੇ ਐਗਰੇਰੀਅਨ ਕ੍ਰਾਈਸਿਸ, ਰੂਰਲ ਡਿਵੈਲਪਮੈਂਟ ਦੇ ਸਭ ਨੂੰ ਦੇਖਦੇ ਆ ਤਾਂ ਉਹਦੀ ਪਿਕਚਰ ਜ਼ਿਆਦਾ ਵੈਲਿਡ ਨਜ਼ਰ ਆਉਂਦੀ ਹੈ। ਜੀ ਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣਾ ਅੱਜ ਦੇ ਵਿਸ਼ੇ ਬਾਰੇ ਤੁਸੀਂ ਬੜੀ ਸਟਰੋਂਗ ਇੰਟਰੋਡਕਸ਼ਨ ਦਿੱਤੀ ਹੈ ਤੇ ਕਈ ਚੀਜ਼ਾਂ ਤੁਸੀਂ ਦੱਸੀਆਂ ਜਿਹੜੇ ਆਪਾਂ ਹੁਣ ਸਵਾਲਾਂ ਦੇ ਵਿੱਚ ਹੋਣ ਦੀ ਜਾਂ ਡਿਟੇਲ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਾਂਗੇ। ਤੇ ਅੱਜ ਦੀ ਡਿਸਕਸ਼ਨ ਸ਼ੁਰੂ ਕਰਨ ਵਾਸਤੇ ਆਪਾਂ ਪਹਿਲਾ ਸਵਾਲ ਜੋ ਹੈਗਾ ਆਪਾਂ ਪੁੱਛਣਾ ਚਾਹੁੰਦੇ ਸੀਗੇ ਵੀ ਜਦੋਂ ਪਿਛਲੇ ਸਾਲ ਮੀਟਿੰਗ ਹੋਈ ਸੀ ਪਿੰਡ ਬਚਾਓ ਪੰਜਾਬ ਬਚਾਓ, ਤੁਸੀਂ ਉੱਥੇ ਬਹੁਤ ਹੀ ਸਟਰੋਂਗਲੀ ਗੱਲ ਕੀਤੀ ਸੀਗੀ ਵੀ ਜਿਹੜੇ ਮਸਲੇ ਜਿਨ੍ਹਾਂ ਦਾ ਇੰਪੈਕਟ ਪੰਜਾਬ ਤੇ ਹੁਣ ਚੱਲ ਰਿਹਾ, ਐਗਰੀਰੀਅਨ ਕ੍ਰਾਈਸਿਸ ਤੋਂ ਲੈ ਕੇ ਪੋਲੀਟੀਕਲ ਡਿਕੇ ਤੱਕ ਤੇ ਕਰਪਸ਼ਨ ਤੋਂ ਲੈ ਕੇ ਜਿਹੜਾ ਯੂਥ ਆਪਣਾ ਵੈਸਟ ਦੇ ਵਿੱਚ ਜਾ ਰਿਹਾ ਹੈਗਾ ਆ, ਤੇ ਉਹ ਸਾਰੀ ਗੱਲ ਦੇ ਵਿੱਚ ਤੁਸੀਂ ਇੱਕ ਜਿਹੜੀ ਤੁਸੀਂ ਇੱਕ ਬੜੀ ਸਟਰੋਂਗਲੀ ਗੱਲ ਆਖੀ ਸੀਗੀ ਵੀ ਜਦੋਂ ਜੇ ਆਪਾਂ ਦੇਖੀਏ ਵੀ ਆਪਾਂ ਇਤਿਹਾਸਕ ਤੌਰ ਤੇ ਇੱਕ ਆਪਣਾ ਜਿਹੜਾ ਫੇਲੀਅਰ ਰਿਹਾ ਹੈਗਾ ਵੀ ਆਪਾਂ ਜਿਹੜੀਆਂ ਸ਼ਿਫਟ ਹੋਈ ਹੈਗੀ ਆ ਜੁਝਾਰੂ ਲਹਿਰ ਤੋਂ ਬਾਅਦ 90s ਦੇ ਵਿੱਚ ਜਾਂ ਉਸ ਤੋਂ ਬਾਅਦ ਜਿਹੜੀਆਂ ਵੀ ਗਰਾਊਂਡ ਤੇ ਸ਼ਿਫਟ ਆਈਆਂ ਤੇ ਉਹਦੀ ਗਰਾਊਂਡ ਰਿਐਲਿਟੀ ਜਿਹੜੇ ਇੰਪੈਕਟ ਪਏ ਨੇ ਉਹਨਾਂ ਨੂੰ ਆਪਾਂ ਕਿਤੇ ਨਾ ਕਿਤੇ ਨਹੀਂ ਸਮਝ ਸਕੇ। ਤਾਂ ਤੁਸੀਂ ਉਹ ਜਿਹੜੇ ਸਾਰੀਆਂ ਸ਼ਿਫਟ ਹੈਗੀਆਂ ਆ ਤੇ ਜਿਹੜੇ ਇਹ ਮਸਲੇ ਸੀ ਤੁਸੀਂ ਇਹਨਾਂ ਨੂੰ ਕਿਵੇਂ ਸਮਝਦੇ ਹੋ? ਹਾਂ, ਮੈਂ ਇਹਨੂੰ ਇਸ ਤਰ੍ਹਾਂ ਅੰਡਰਸਟੈਂਡ ਕਰਦਾ ਜਾਂ ਜਿੰਨੀਆਂ ਵੀ ਇੱਥੇ ਡਿਬੇਟ ਹੁੰਦੀ ਹੈ, ਇੱਕ ਤਾਂ ਇਹ ਹੈ ਸਾਡਾ ਕ੍ਰਾਈਸਿਸ ਇਹ ਹੈ ਕਿ ਖਾੜਕੂ ਲਹਿਰ ਤੋਂ ਬਾਅਦ ਅਸੀਂ ਸੀਰੀਅਸਲੀ ਐਨਾਲਿਸਿਸ ਨਹੀਂ ਕੀਤਾ। ਮਿਥ ਕੇ ਐਨਾਲਿਸਿਸ ਕਰਨਾ ਹੁੰਦਾ ਸੋਸਾਇਟੀ ਨੇ ਬੈਠ ਕੇ ਆਪਸ ਦੇ ਵਿੱਚ ਕਿ ਕੀ ਹੋਇਆ ਕੀ ਨਹੀਂ ਹੋਇਆ ਔਰ ਕੀ ਹੋਰ ਹੋਣਾ ਚਾਹੀਦਾ ਸੀ, ਕਿਸ ਲੈਵਲ ਦੇ ਉਹਦੇ ਇੰਪੈਕਟ ਪਏ। ਅਸੀਂ ਬਾਦਲ ਸਟਾਈਲ ਪੋਲਿਟਿਕਸ 'ਚ ਆਏ ਕਿ ਪਰਦਾ ਪਾਓ ਅੱਗੇ ਜਾਓ, ਮਤਲਬ ਜਿਹੜਾ ਉਹ ਸਿਸਟਮ ਸੀ ਨਾ, ਜਿਹੜੀ ਸਿਸਟਮ ਲੰਘ ਗਿਆ ਜੀ ਚਲੋ ਛੱਡੋ ਅੱਗੇ ਚੱਲ ਜਿਓ। ਇਤਿਹਾਸ ਕਦੇ ਐਵੇਂ ਪਰਦੇ ਪਾ ਕੇ ਨਹੀਂ ਚੱਲਦਾ, ਇਤਿਹਾਸ ਬਾਰ-ਬਾਰ ਉੱਠਦਾ ਹੈ, ਤੁਹਾਡੇ ਸਵਾਲਾਂ ਦੇ ਜਵਾਬ ਪੁੱਛਦਾ ਹੈ ਤੇ ਤੁਹਾਨੂੰ ਉਹ ਦੇਣੇ ਹੀ ਪੈਣਗੇ। ਅੱਜ ਦੇ ਲੋ ਚਾਹੇ ਕੱਲ ਦੇ ਲੋਗੇ, 2 ਸਾਲ ਨੂੰ 4 ਸਾਲ ਨੂੰ ਦੇ ਲੋਗੇ, ਉਹਦੇ ਤੋਂ ਬਿਨਾਂ ਕੋਈ ਗੁਜ਼ਾਰਾ ਨਹੀਂ ਹੈ ਕਿਸੇ ਵੀ ਰੂਪ ਦੇ ਵਿੱਚ। ਤੇ ਉਹਦੇ ਨਾਲ ਮੈਨੂੰ ਇਹ ਲੱਗਦਾ ਹੈ ਕਿ ਅਸੀਂ ਨੌਜਵਾਨੀ ਦਾ ਸੁਪਨਾ ਮਾਰਿਆ। ਉਦੋਂ ਬਾਅਦ ਮੈਂ ਇਹਨੂੰ ਇਸ ਤਰ੍ਹਾਂ ਅੰਡਰਸਟੈਂਡ ਕਰਦਾ ਕਿ ਛੋਟਾ ਜਿਹਾ ਪੰਜਾਬ ਸੀ, ਇਸ ਮੂਵਮੈਂਟ ਦੇ ਦੌਰਾਨ 25-30 ਹਜ਼ਾਰ ਨੌਜਵਾਨ ਜਿਹਦੇ ਚ ਲੀਡਰ ਬਣਨ ਦੀ ਕਪੈਸਿਟੀ ਸੀ, ਉਹ ਕਿਸੇ ਵੀ ਧਿਰ ਦੇ ਹੋਣ। ਜਿਹੜਾ ਬੰਦਾ ਮੂਵਮੈਂਟ ਚ ਆਉਂਦਾ ਹੈ, ਕਿਸੇ ਵੀ ਮੂਵਮੈਂਟ ਚ ਆਉਂਦਾ ਹੋਵੇ, ਉਹਦੇ ਨਾਲ ਸਹਿਮਤੀ ਅਸਹਿਮਤੀ ਅਲੱਗ ਹੋ ਸਕਦੀ ਹੈ, ਉਹਦੇ ਚ ਦੂਜਿਆਂ ਦੇ ਕੰਪੈਰੇਟਿਵਲੀ ਲੀਡਰ ਬਣਨ ਦੀ ਕਾਬਲੀਅਤ ਹੁੰਦੀ ਹੈ। ਅਸੀਂ ਲੀਡਰਾਂ ਦੀ ਇੱਕ ਪੀੜ੍ਹੀ ਮਾਰੀ ਹੈ ਉਸ ਸਮੇਂ ਦੇ ਦੌਰਾਨ, ਤੇ ਜਿਹੜੀ ਉਹ ਇੱਕ ਵੈਕਿਊਮ ਪੈਦਾ ਹੋਇਆ ਤੇ ਉਹ ਵੈਕਿਊਮ ਕੂੜੇ ਕਰਕਟ ਨਾਲ ਭਰ ਗਿਆ ਮੁੜ ਕੇ। ਫੇਰ ਮਤਲਬ ਓਰੀਜਨਲੀ ਜਿਹੜੀ ਇੱਕ ਟਰਾਂਸਫਰਮੇਸ਼ਨ ਹੋਣੀ ਹੁੰਦੀ ਹੈ ਸੋਸਾਇਟੀ ਦੇ ਵਿੱਚ, ਫਰੈਸ਼ ਲੀਡਰਸ਼ਿਪ ਦੀ ਇੱਕ ਐਮਰਜੈਂਸ ਹੋਣੀ ਹੁੰਦੀ ਹੈ, ਉਹ ਐਮਰਜੈਂਸ ਤੋਂ ਅਸੀਂ ਵਿਹਲੇ ਹੋਏ ਹਾਂ ਕਾਫੀ ਲੰਮਾ ਸਮਾਂ।
ਔਰ ਦੂਜੀ ਗੱਲ ਉਹਦੇ ਨਾਲ ਫਿਰ ਇਹ ਹੋ ਗਿਆ, ਦੋ ਘਟਨਾਵਾਂ ਵਾਪਰਦੀਆਂ ਨੇ ਉਸ ਸਮੇਂ। ਇੱਕ ਤਾਂ ਡਰ ਤੇ ਦਹਿਸ਼ਤ ਪੈਦਾ ਹੁੰਦੀ ਹੈ, ਪੰਜਾਬ ਤੋਂ ਇੱਕ ਹਿੱਸਾ ਪੋਲੀਟੀਕਲ ਅਸਾਈਲਮ ਦੇ ਰੂਪ ਚ ਬਾਹਰ ਜਾਂਦਾ ਹੈ, ਦੂਜਾ ਹਿੱਸਾ ਕਿਸੇ ਨਾ ਕਿਸੇ ਤਰੀਕੇ ਆਪਣੇ ਬੱਚਿਆਂ ਦੀ ਜਾਨ ਬਚਾਉਣ ਲਈ ਬਾਹਰ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰਦਾ ਹੈ। ਸਭ ਤੋਂ ਪਹਿਲਾਂ ਪੰਜਾਬੀ ਬੰਦੇ ਨੇ ਧੀਆਂ ਨੂੰ ਸੀੜੀ ਬਣਾਇਆ ਤੇ ਆਪਣੀਆਂ ਧੀਆਂ ਦੇ ਰਾਹੀਂ ਵੀਜ਼ੇ ਬਾਹਰ ਲਵਾਉਣ ਦਾ, ਜਾਂ ਇੱਕ ਧੀ ਵਿਆਹ ਦਿੱਤੀ ਗਈ ਕਿਸੇ ਨਾਲ ਤੇ ਫਿਰ ਉਹ ਪਰਿਵਾਰ ਲੈ ਜਾਏਗੀ, ਫਿਰ ਬਾਕੀ ਲੈ ਜਾਏਗੀ। ਉਹਨੇ, ਮੈਨੂੰ ਇਹ ਲੱਗਦਾ ਕਿ ਸਾਡੀ ਜਿਹੜੀ ਇੱਕ ਪੰਜਾਬੀ ਜਾਂ ਇੱਕ ਹਿਸਟੋਰੀਕਲ ਵਿਰਾਸਤ ਦੀ ਅਣਖ ਹੈ, ਉਹਦੇ ਨਾਲ ਕੰਪਰੋਮਾਈਜ਼ ਕਰਾਤਾ ਸਾਡੀ ਸੋਸਾਇਟੀ ਦਾ ਆਪਸ ਦੇ ਵਿੱਚ। ਜਦੋਂ ਤੁਸੀਂ ਇੱਕ ਮਤਲਬ ਇਸ ਟਾਈਪ ਦਾ ਇੱਕ ਮੋਰੈਲਿਟੀ ਨੂੰ ਸਾਈਡ ਤੇ ਰੱਖ ਕੇ ਗੱਲ ਕਰਦੇ ਹੋ, ਇਹ ਜਿਹੜੀ ਕੌਮ ਜਾਂ ਇਹਦੀ ਜਿਹੜੀ ਹਿਸਟਰੀ ਕੇਵਲ ਮੋਰੈਲਿਟੀ ਤੇ ਖੜੀ ਹੈ, ਇੱਕ ਅਣਖ ਤੇ ਇੱਜ਼ਤ ਤੇ ਖੜੀ ਹੈ, ਨਾ ਕਿ ਕਿਸੇ ਹੋਰ ਗੱਲ। ਉਹ ਜਦੋਂ ਕੰਪਰੋਮਾਈਜ਼ ਹੁੰਦੀ ਹੈ ਤਾਂ ਡਿਮੋਰਲਾਈਜੇਸ਼ਨ ਹੁੰਦੀ ਹੈ। ਉਸ ਡਿਮੋਰਲਾਈਜੇਸ਼ਨ ਨੇ ਕੀ ਕੀਤਾ, ਫਿਰ ਆਈਲੈਟਸ ਖੁੱਲ ਜਾਂਦਾ ਹੈ। ਉਸ ਤੋਂ ਬਾਅਦ ਤਾਂ ਆਈਲੈਟਸ ਨਾਲ ਤਾਂ ਫਿਰ 1.5 ਲੱਖ ਬੱਚਾ, ਇੰਨੇ ਬੱਚੇ ਜਾ ਰਹੇ ਨੇ। ਮੈਨੂੰ ਇਹ ਲੱਗਣ ਲੱਗ ਗਿਆ ਸੀ ਕਿ ਪੰਜਾਬੀ ਬੰਦਾ ਖੁਦ ਹੀ ਆਪਣੇ ਉਜਾੜੇ ਦੀ ਅਰਦਾਸ ਕਰਨ ਲੱਗ ਗਿਆ ਹੈ। ਉਹ ਕਹਿੰਦਾ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਜਾਂਦਾ ਹੈ ਕਿ ਬੈਂਡ ਦਬਾ ਦਿਓ, ਫਿਰ ਉਹ ਕਹਿੰਦਾ ਉਦੋਂ ਬਾਅਦ ਕਿ ਹੁਣ ਵੀਜ਼ਾ ਲਵਾ ਦਿਓ, ਫਿਰ ਕਹਿੰਦਾ ਪੱਕਾ ਉੱਥੇ ਕਰ ਦਿਓ। ਇਹ ਕੋਈ ਪਹਿਲਾ ਫਿਨੋਮੀਨਾ ਨਹੀਂ ਕਿ ਬਾਹਰ ਗਏ ਨੇ, ਉਦੋਂ ਪਹਿਲਾਂ ਵੀ ਪੰਜਾਬ ਦੇ ਵਿੱਚ ਐਗਰੀਕਲਚਰ ਦਾ ਕ੍ਰਾਈਸਿਸ ਸੀ, ਜੇ ਕੱਲਾ ਐਗਰੀਕਲਚਰ ਦਾ ਮੰਨੀਏ ਤਾਂ। ML ਡਾਰਲਿੰਗ ਨੇ ਇੱਕ ਕਿਤਾਬ 1925 ਚ ਲਿਖੀ ਸੀ, ਅੰਗਰੇਜ਼ ਜਿਹੜਾ ਅਫਸਰ ਹੈ ਐਗਰੀਕਲਚਰ ਤੇ, ਉਹਦੀ ਇੱਕ ਕੋਟੇਸ਼ਨ ਬਾਰ-ਬਾਰ ਕੋਟ ਹੁੰਦੀ ਹੈ ਕਿ ਪੰਜਾਬ ਦਾ ਕਿਸਾਨ ਕਰਜ਼ੇ ਚ ਜੰਮਦਾ, ਕਰਜ਼ੇ ਚ ਜਿਉਂਦਾ, ਕਰਜ਼ੇ ਚ ਮਰਦਾ। ਬਾਬਾ ਸੋਹਣ ਸਿੰਘ ਭਕਨਾ ਤੋਂ ਲੈ ਕੇ ਕਰਤਾਰ ਸਿੰਘ ਸਰਾਭਾ ਤੋਂ ਲੈ ਕੇ ਸਾਰੇ ਬੰਦੇ ਬਾਹਰ ਰੋਜੀ ਰੋਟੀ ਦੀ ਤਲਾਸ਼ ਚ ਗਏ ਸੀ। ਬਹੁਤ ਬੰਦੇ ਸਾਡੇ ਜਿਹੜੇ ਉਦੋਂ ਸੀ, ਫਸਟ ਵਰਲਡ ਵਾਰ ਤੋਂ ਪਹਿਲਾਂ ਵੀ। ਔਰ ਪਰ ਉਦੋਂ ਉਹ ਪੱਕੇ ਰਹਿਣ ਲਈ ਨਹੀਂ ਸੀ ਗਏ ਸੀ, ਉਹ ਰੋਜੀ ਰੋਟੀ ਦੀ ਤਲਾਸ਼ ਚ ਗਏ ਸੀ। ਜਦੋਂ ਉਹਨਾਂ ਨੂੰ ਲੱਗਿਆ ਕਿ ਅਮਰੀਕਾ ਵਰਗਾ ਅਸੀਂ ਆਪਣਾ ਦੇਸ਼ ਕਿਉਂ ਨਹੀਂ ਬਣਾ ਸਕਦੇ, ਤਾਂ ਉਹ 8000 ਗਦਰੀ ਫੈਸਲਾ ਕਰਦਾ ਤੇ ਉਹ ਗਦਰ ਦੀ ਗੂੰਜ ਅਖਬਾਰ ਕੱਢ ਕੇ ਵਾਪਸ ਪਰਤੇ। ਹੁਣ ਇਹ ਬੁਨਿਆਦੀ ਫਰਕ ਹੈ, ਹੁਣ ਉਹ ਵਾਪਸ ਪਰਤਣ ਲਈ ਨਹੀਂ ਜਾ ਰਿਹਾ, ਹੁਣ ਉਹ ਗੁਰੂਆਂ ਦੇ ਨਾਂ ਤੇ ਵਸ ਰਹੀ ਧਰਤੀ ਨੂੰ ਛੱਡ ਕੇ ਜਾ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਚਾਹੇ ਰੂਹ ਦੇ ਤੌਰ ਤੇ ਉਹ ਜੁੜਿਆ ਰਹਿੰਦਾ ਇਹਦੇ ਨਾਲ, ਪਰ ਫਿਜ਼ੀਕਲੀ ਉਹ ਦੂਰ ਜਾ ਰਿਹਾ ਹੈ। ਉਹਦੀ ਉਹ ਮਜਬੂਰੀ ਹੈ। ਮੈਂ ਇਹਨੂੰ ਫੋਰਸਡ ਮਾਈਗ੍ਰੇਸ਼ਨ ਕਹਿੰਦਾ ਕਿ ਸੁਭਾਵਿਕ ਮਾਈਗ੍ਰੇਸ਼ਨ ਨਹੀਂ ਹੈ। ਸੁਭਾਵਿਕ ਵੱਡੀ ਪੜ੍ਹਾਈ ਕਰਨ ਲਈ ਥੋੜਾ ਸੈਕਸ਼ਨ ਹਮੇਸ਼ਾ ਜਾਂਦਾ, ਕੋਈ ਮਾੜੀ ਗੱਲ ਨਹੀਂ ਹੈ। ਚੰਗੀਆਂ ਪੜ੍ਹਾਈਆਂ ਕਰਨਾ ਤੇ ਫਿਰ ਵਾਪਸ ਆਪਣੇ ਤਰੀਕੇ ਨਾਲ ਗੱਲ ਕਰਨਾ, ਉਹ ਇੱਕ ਅਲੱਗ ਗੱਲ ਸੀ। ਇਹ ਜਿਹੜਾ ਮਿਡਲ ਕਲਾਸ ਦਾ ਸੈਕਸ਼ਨ ਸੀ ਸਾਡਾ, ਕਿਸਾਨੀ ਦਾ, ਬਾਕੀ ਵਪਾਰੀ ਦਾ, ਹੋਰ, ਉਹਨੇ ਤਾਂ ਇਹ ਰੂਟ ਚੁਣ ਲਿਆ। ਇੱਕ ਸੈਕਸ਼ਨ ਉਦੋਂ ਗਰੀਬ ਸੈਕਸ਼ਨ ਵੀ ਹੈ ਸਾਡੇ, ਦਲਿਤ 32% ਪਾਪੂਲੇਸ਼ਨ ਹੈ, ਪਿੰਡਾਂ ਚ 37% ਹੈ, ਉਹਦੇ ਕੋਲ ਪੈਸੇ ਨਹੀਂ ਹੈ ਉਹਨੇ, ਬਾਕੀ ਚੀਜ਼ਾਂ ਨਹੀਂ। ਉਧਰ ਡਰੱਗ ਦਾ ਇੱਕ ਡਿਜ਼ਾਈਨ ਚਲਾਇਆ ਗਿਆ ਕਿ ਕਮਿਊਨਿਟੀ ਬੋਲਦੀ ਹੈ, ਤੈਨੂੰ ਇਸ ਪਾਸੇ ਵੱਲ ਵੀ ਕੀਤਾ ਜਾਏ। ਆ ਕਰੋਨਾ ਦੇ ਦੌਰਾਨ ਹੀ ਇਹ ਗੱਲ ਸਾਹਮਣੇ ਆਈ ਹੈ ਫੈਕਟ, ਕਿ 5 ਲੱਖ ਬੱਚਾ ਖੜਦਾ ਵੋਟ ਕੇਂਦਰ ਦੇ ਬਾਹਰ ਬੁਫਰੋਮੋਰਫਿਨ ਦੀ ਗੋਲੀ ਪਵਾਉਣ ਲਈ ਹਸਪਤਾਲ, ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ। ਸਾਰਾ ਹੀ 54 ਲੱਖ ਫੈਮਿਲੀ ਹੈ ਪਰਿਵਾਰ ਦੇ ਪੰਜਾਬ ਦੇ ਵਿੱਚ। ਉਹਦੇ ਚੋਂ 1.5 ਲੱਖ ਦੇ ਹਿਸਾਬ ਨਾਲ ਡਰੇਨੇਜ ਹੋ ਰਹੀ ਹੈ, 5 ਲੱਖ ਬੱਚਾ ਉਹਨਾਂ ਦੇ ਵਿੱਚੋਂ ਉਹਦੇ ਚ ਖੜ ਰਿਹਾ। ਸਿਆਸਤਦਾਨ ਲੱਖ ਦਾਅਵੇ ਕਰੇ, ਅਸੀਂ ਨਸ਼ੇ ਦਾ ਲੱਕ ਤੋੜਤਾ, ਫਲਾਨਾ ਕਰਤਾ। ਇਹ ਸਾਰਾ ਫਰਾਡ ਹੈ। ਮਤਲਬ ਇਹਦੇ ਚ ਕੋਈ ਰਿਐਲਿਟੀ ਨਹੀਂ ਹੈ ਕਿ ਤੁਸੀਂ ਨਸ਼ਾ ਘੱਟ ਕਰਤਾ ਜਾਂ ਕੁਝ ਨਹੀਂ। ਇਹ ਜਿਹੜਾ ਯੂਥ ਦਾ ਕ੍ਰਾਈਸਿਸ ਆਇਆ, ਮੈਨੂੰ ਲੱਗਦਾ ਹੈ ਇਹ ਕ੍ਰਾਈਸਿਸ ਨੇ ਫਿਰ ਕੀ ਕਰਤਾ, ਸਾਡੀ ਜਿਹੜੀ ਇੱਕ ਜਜ਼ਬਾਤੀ ਸਾਂਝ ਸੀ ਉਹ ਤੋੜ। ਜਦੋਂ ਮੈਂ 1925 ਦੀ ਗੱਲ ਕਰਦਾ ਸੀ, ਉਦੋਂ ਕਰਜ਼ਾ ਸੀਗਾ, ਸਭ ਕੁਝ ਸੀ, ਪਰ ਸੁਇਸਾਈਡ ਦਾ ਇੱਕ ਵੀ ਕੇਸ ਪੰਜਾਬ 'ਚ ਕਦੇ ਨਹੀਂ ਰਿਪੋਰਟ ਹੋਇਆ। ਇਹ ਸੁਇਸਾਈਡ ਅਸਲੋਂ ਨਵਾਂ ਵਰਤਾਰਾ ਹੈ ਪੰਜਾਬ ਦੇ ਵਿੱਚ। ਸੁਇਸਾਈਡ ਇਕੱਲੇ ਇਕਨੋਮਿਕ ਪ੍ਰੈਸ਼ਰ ਨਾਲ ਨਹੀਂ ਹੁੰਦਾ। ਇਕਨੋਮਿਕ ਕ੍ਰਾਈਸਿਸ ਇੱਕ ਚੀਜ਼ ਹੈ, ਪਰ ਜਦੋਂ ਤੁਸੀਂ ਮੋਰਲੀ ਹਾਰ ਜਾਂਦੇ ਹੋ, ਜਦ ਤੁਸੀਂ ਇੱਕ ਭਾਈਚਾਰਕ ਤੌਰ ਤੇ ਹਾਰ ਜਾਂਦੇ ਹੋ, ਜਿਹੜੀ ਸੋਸਾਇਟੀ 'ਚ ਦਸਵੰਧ ਕੱਢਣ ਦਾ, ਜਿਹੜੀ ਸੋਸਾਇਟੀ ਦੇ ਵਿੱਚ ਸਰਬੱਤ ਦੇ ਭਲੇ ਦਾ, ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਬੋ ਦਾ ਇੱਕ ਸਿਧਾਂਤ ਐਡਾ ਵੱਡਾ ਪਿਆ ਹੋਵੇ, ਤੇ ਉਹਦੇ ਬੰਦੇ ਕੋਲ ਇਹੋ ਜਿਹਾ ਕੋਈ ਬੰਦਾ ਵੀ ਆਪਣੇ ਟੋਟਲ ਵੱਡੇ ਪਿੰਡ ਦੇ ਵਿੱਚ ਵੀ ਨਾ ਰਹੇ ਜਿਹਦੇ ਮੋਢੇ ਤੇ ਸਿਰ ਰੱਖ ਕੇ ਕੋਈ ਰੋ ਸਕੇ, ਕਹਿ ਸਕੇ ਵੀ ਅਸੀਂ ਤੇਰੇ ਨਾਲ ਆ, ਕੋਈ ਗੱਲ ਨਹੀਂ, ਐਸੀ ਕੋਈ ਵੱਡੀ ਗੱਲ ਨਹੀਂ। ਉਹ ਭੀੜ ਚ ਇਕੱਲਾ ਹੋ ਗਿਆ। ਅਸਲੋਂ ਉਹ ਲੋਨਲੀਨੈਸ ਦਾ ਫੀਲਿੰਗ ਹੈ ਜਿਹੜੀ ਉਹਨੂੰ ਖੁਦਕੁਸ਼ੀ ਵੱਲ ਲਿਜਾ ਰਹੀ। ਇਹ ਦਰਦ ਹੈ ਪੰਜਾਬ ਦਾ, ਜਿਹੜੇ ਦਰਦ ਨੂੰ ਸਾਡੇ ਪੋਲੀਟੀਸ਼ੀਅਨ ਤਾਂ ਸਮਝਣ ਦੇ ਸਮਰੱਥ ਨਹੀਂ ਹੈ। ਮੈਂ ਇਹ ਕਹਿਣਾ ਕਿ ਪੰਜਾਬ ਬੜੀ ਸੀਰੀਅਸ ਇੰਟੈਲੈਕਚੁਅਲ ਬੈਂਕਰਪਟਸੀ ਦੇ ਵਿੱਚੋਂ ਗੁਜ਼ਰ ਰਿਹਾ ਹੈ, ਬੌਧਿਕ ਕੰਗਾਲੀ ਦੇ ਵਿੱਚੋਂ ਗੁਜ਼ਰ ਰਿਹਾ ਹੈ। ਸਾਡਾ ਐਜੂਕੇਸ਼ਨ ਤੰਤਰ ਫਲॉप ਹੋ ਗਿਆ, ਤੇ ਸਾਡਾ ਹੈਲਥ ਦਾ ਸਿਸਟਮ ਫਲॉप ਹੋ ਗਿਆ। ਤੇ ਸਾਰੇ ਬੱਚੇ, ਜੇ ਅਸੀਂ ਪੁੱਛਦੇ ਹਾਂ ਹੁਣ +2 ਤੋਂ ਬਾਅਦ ਸਕੂਲਾਂ 'ਚ ਜਾਓ, ਉਹਨੂੰ ਪਹਿਲਾਂ ਬੰਦੇ ਦਾ ਸੁਪਨਾ ਹੁੰਦਾ ਸੀ ਮੈਂ ਡਾਕਟਰ ਬਣਨਾ, ਸਾਇੰਟਿਸਟ ਬਣਨਾ, ਟੀਚਰ ਬਣਨਾ, ਜੋਬ ਵੀ ਹੈ। ਹੁਣ ਉਹ +2 ਤੋਂ ਬਾਅਦ ਕਹਿੰਦਾ ਮੈਂ ਆਈਲੈਟਸ ਕਰਨੀ ਹੈ। ਅਸੀਂ ਇੱਕ ਜਨਰੇਸ਼ਨ ਨੂੰ ਸੁਪਨਾ ਆਈਲੈਟਸ ਦਾ ਦਿੱਤਾ, ਜਿਹੜਾ ਵੱਧ ਤੋਂ ਵੱਧ ਦਿਹਾੜੀਦਾਰ ਮਜ਼ਦੂਰ ਬਣਦਾ,
ਵੱਧ ਤੋਂ ਵੱਧ ਕਿਤੇ ਜਾ ਕੇ ਉਹ ਬਹੁਤ ਉੱਚੀਆਂ ਪੜ੍ਹਾਈਆਂ ਨਹੀਂ ਕਰਦੇ। ਪੜ੍ਹਾਈ ਕੇਵਲ ਸਾਧਨ ਬਣਦੀ ਹੈ ਪੀਆਰਸ਼ਿਪ ਲਈ, ਬਾਕੀ ਵੱਡੇ ਪੱਧਰ ਤੇ ਜ਼ਿਆਦਾਤਰ ਲੋਕਾਂ ਦੇ, ਮੈਜੋਰਿਟੀ ਲੋਕਾਂ ਦੇ ਵਾਸਤੇ। ਅਸੀਂ ਬਹੁਤ ਵੱਡੇ ਕੱਦ ਦੇ ਇਨਸਾਨ ਬਣਨ ਦਾ ਸੁਪਨਾ ਸਾਡੇ ਯੂਥ ਦਾ ਇੱਕ 25-30 ਸਾਲਾਂ ਤੋਂ ਮਾਰਿਆ ਹੋਇਆ। ਇਹ ਮੈਨੂੰ ਤਾਂ ਇਸ ਲਈ ਇਹ ਗੱਲ ਦਰਦ ਕਰਦੀ ਹੈ, ਤਾਂ ਮੈਂ ਉਹਨੂੰ ਇਸ ਪਰਸਪੈਕਟਿਵ ਚ ਦੇਖਿਆ ਸੀ ਕਿ ਉਹਦੇ ਆ ਅਸਰਾਤ ਨੇ, ਜਿਹਦੇ ਚੋਂ ਇਹ ਪੋਲੀਟੀਸ਼ੀਅਨ ਜਿਹੜਾ ਸਾਡੇ ਸਾਹਮਣੇ ਅੱਜ ਦਿਖਾਈ ਦਿੰਦਾ ਹੈ, ਨਾ ਇਹ ਬੌਧਿਕ ਤੌਰ ਤੇ ਕੰਪੀਟੈਂਟ ਹੈ, ਨਾ ਇਹਦਾ ਇੰਟਰਸਟ ਹੈ ਸਾਡੇ ਨਾਲ ਕੋਈ ਲਗਾਏ ਕਿਸੇ ਵੀ ਰੂਪ ਦੇ ਵਿੱਚ, ਉਸ ਰੂਪ ਦੇ ਵਿੱਚ, ਤੇ ਨਾ ਇਹ ਸੋਚਣਾ ਚਾਹੁੰਦਾ ਹੈ। ਤੇ ਇਹ ਸਵਾਰਥੀ ਤੇ ਭ੍ਰਿਸ਼ਟ ਆਦਮੀ ਸਾਡੇ ਸਾਹਮਣੇ ਹੈ, ਬਿਊਰੋਕਰੇਟ ਵੀ ਔਰ ਪੋਲੀਟੀਸ਼ੀਅਨ ਵੀ, ਤੇ ਉਹਦੇ ਤੋਂ ਕੋਈ ਉਮੀਦ ਨਹੀਂ ਹੈ। ਇਸ ਲਈ ਜੇ ਪਬਲਿਕ ਉੱਠੇਗੀ, ਜਨਤਾ ਜਾਗਰੂਕਤਾ ਦਾ ਜਿਹੜਾ ਕੁਐਸਚਨ ਹੈ, ਸਾਡੇ ਕੋਲ ਸੰਗਤ ਦਾ ਤੇ ਪੰਗਤ ਦਾ, ਤੇ ਸਾਡੇ ਕੋਲ ਜਿਹੜਾ ਇੱਕ ਪੰਚ ਪ੍ਰਧਾਨੀ ਦਾ ਕਨਸੈਪਟ ਹੈ, ਤਾਂ ਉਹਦੇ ਚੋਂ ਗ੍ਰਾਮ ਸਭਾ ਨਿਕਲਦੀ ਹੈ। ਉਹਦੇ ਚੋਂ ਉਹ ਗੱਲਾਂ ਲੋਕ ਬੈਠ ਕੇ ਆਪਸਦਾਰੀ ਦੇ ਵਿੱਚ, ਕਿਉਂਕਿ ਜਿਹੜਾ ਸਿਧਾਂਤ ਗੁਰੂ 20 ਵਿਸਵੇ ਸੰਗਤ 21 ਵਿਸਵੇ ਦਾ, ਪਰ ਉਹ ਰੋਸ਼ਨ ਦਿਮਾਗ ਸੰਗਤ ਚਾਹੀਦੀ ਹੈ, ਭੀੜ ਹਜੂਮੀ ਭੀੜ ਦੀ ਮੋਦੀ ਵਰਗੀ ਚਾਹੀਦੀ। ਤੇ ਉਹ ਸ਼ਬਦ ਗੁਰੂ ਦੀ ਧਰਤੀ ਤੇ ਜੇ ਰੋਸ਼ਨੀ ਦਿਮਾਗਾਂ ਚ ਨਹੀਂ ਆਉਂਦੀ, ਜੇ ਗਿਆਨ ਨਹੀਂ ਆਉਂਦਾ, ਤੇ ਨਹੀਂ ਫਿਰ ਤਾਂ ਅੰਧੀ ਰਈਅਤ ਗਿਆਨ ਵੀ ਹੋਣੀ ਵਰਗਾ ਹਾਲ ਹੈਗਾ ਹੀ ਆ, ਸਾਡੇ ਸਾਹਮਣੇ ਦਿਖਾਈ ਦੇ ਰਿਹਾ। ਉਹਦੇ ਤੇ ਕੰਮ ਨਹੀਂ ਹੋ ਰਿਹਾ ਪੰਜਾਬ ਚ। ਉਹਦੇ ਦਰਦ ਦੀ ਮੈਂ ਇਸ ਰੂਪ ਦੇ ਵਿੱਚ ਗੱਲ ਕੀਤੀ ਹੈ ਉਸ ਸਾਰੇ ਸੈਮੀਨਾਰ ਜੀ। ਵੀਰ ਜੀ, ਤੁਸੀਂ ਹੁਣ ਇਸੇ ਜਿਹੜਾ ਤੁਸੀਂ ਜਵਾਬ ਦਿੱਤਾ, ਜਵਾਬ ਦੇ ਵਿੱਚ ਤੁਸੀਂ ਕੁਝ ਗੱਲਾਂ ਦੱਸੀਆਂ, ਜਿਵੇਂ ਲੀਡਰਸ਼ਿਪ ਦੀ ਇੱਕ ਪੂਰੀ ਪੀੜ੍ਹੀ ਮਾਰੀ ਗਈ ਤੇ ਪੋਲੀਟੀਕਲ ਵੈਕਿਊਮ ਕ੍ਰੀਏਟ ਹੋਇਆ। ਜੇ ਆਪਾਂ ਉਸ ਚੀਜ਼ ਨੂੰ ਲੈ ਕੇ ਚੱਲਦੇ ਹੈਗੇ ਆ, ਜਦੋਂ ਤੁਸੀਂ ਜੇ ਦੇਖੋਗੇ ਉਸ ਸਮੇਂ ਤੋਂ ਅੱਜ ਤੱਕ ਪੋਲੀਟੀਕਲ ਡਾਇਰੈਕਸ਼ਨ ਰਹੀ ਕੀ ਹੈਗੀ ਆ, ਹਨਾ, ਜਿਵੇਂ ਤੁਸੀਂ ਵਾਇਲੈਂਸ ਦੱਸਿਆ, ਵਾਇਲੈਂਸ ਤੋਂ ਬਾਅਦ ਬਹੁਤ ਜਣੇ ਅਸਾਈਲਮ ਸੀਕ ਕਰਦੇ, ਸੇਫਟੀ ਸੀਕ ਕਰਦੇ, ਬਾਹਰ ਵੱਲ ਨੂੰ ਵੀ ਚਲੇ ਗਏ। ਤੇ ਜਿਹੜੀ ਉਸ ਸਮੇਂ ਤੋਂ ਅੱਜ ਜਿਹੜੀ ਪੋਲਿਟਿਕਸ ਦੇ ਵਿੱਚ ਸ਼ਿਫਟ ਆਈ ਹੈਗੀ ਆ, ਬਾਦਲਾਂ ਦੀ ਰਾਜ ਜਿਹੜਾ ਹੋਇਆ, ਜਿਹੜਾ ਇੱਕ ਪੂਰਾ ਡਿਸਕੋਰਸ ਡਿਵੈਲਪਮੈਂਟ ਦਾ ਸ਼ੁਰੂ ਹੋਇਆ ਵੀ ਪੰਜਾਬ ਦੇ ਵਿੱਚ ਡਿਵੈਲਪਮੈਂਟ ਕਰਨੀ ਹੈਗੀ ਆ, ਤੇ ਜਿਹੜੀ ਮੇਨ ਸਟ੍ਰੀਮ ਜਿਹੜੀਆਂ ਪੋਲੀਟੀਕਲ ਗੱਲਾਂ ਜਿਹੜੀਆਂ ਜ਼ਿਆਦਾ ਤੋਂ ਜ਼ਿਆਦਾ ਜਿਹਨੂੰ ਕਹਿ ਲਓ ਵੀ ਸ਼ੈਲੋ ਬਣਦੀਆਂ ਗਈਆਂ ਤੇ ਇਨਕੇਪੇਬਲ ਹੁੰਦੀਆਂ ਗਈਆਂ ਮੀਨਿੰਗਫੁਲੀ ਜਿਹੜੇ ਪੰਜਾਬ ਦੇ ਚੈਲੰਜ ਸੀਗੇ ਉਹਨਾਂ ਨੂੰ ਐਡਰੈਸ ਕਰਨ ਵਜੋਂ, ਜਿਵੇਂ ਤੁਸੀਂ ਵੀ ਉਹੀ ਸੇਮ ਗੱਲ ਦੱਸ ਰਹੇ ਸੀਗੇ। ਤੋ ਜਿਹੜਾ ਇਹ ਪੋਲੀਟੀਕਲ ਕ੍ਰਾਈਸਿਸ ਰਿਹਾ ਹੈਗਾ, ਤੁਹਾਨੂੰ ਇਹਦੀ ਇੱਕ ਤਾਂ ਤੁਸੀਂ ਕਾਜ਼ ਦੱਸੀ ਹੈਗੀ ਆ ਵੀ ਜਿਹੜਾ ਉਹ ਵਾਇਲੈਂਸ ਹੈਗਾ, ਤੇ ਉਹਦੇ ਨਾਲ ਕੋਈ ਹੋਰ ਵੀ ਜਿਹੜੇ ਕਾਜ਼ ਸੀਗੇ, ਤੇ ਤੁਸੀਂ ਉਹਨਾਂ ਦੇ ਇੰਪੈਕਟ ਕਿਵੇਂ ਦੇਖਦੇ ਹੈਗੇ ਹੋ, ਤੇ ਅਗਾਂਹ ਵੱਲ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਵੀ ਜਿਵੇਂ ਨਵੀਆਂ ਆਪ ਵਰਗੀਆਂ ਹੋਰ ਪਾਰਟੀਆਂ ਨੇ, ਕਿ ਉਹਨਾਂ ਨਾਲ ਕੋਈ ਤਬਦੀਲੀ ਹੋਏਗੀ ਕਿ ਸਾਰਾ ਉਹ ਸੇਮ ਬੰਦੋਬਸਤ ਦੇ ਹਿੱਸਾ ਹੀ ਨੇ? ਮੈਨੂੰ ਇਹ ਲੱਗਦਾ ਕਿ ਜਿਹੜਾ ਉਹ ਕ੍ਰਾਈਸਿਸ ਸੀਗਾ ਉਹਦੇ ਤੋਂ ਬਾਅਦ ਗੁਜ਼ਰਿਆ, ਤਾਂ ਇਹਨਾਂ ਨੂੰ ਸਭ ਨੂੰ ਇੱਕ ਮੌਕਾ ਮਿਲਿਆ। ਸਭ ਨੇ ਇਹ ਸਮਝ ਲਿਆ ਕਿ ਹੁਣ ਗਵਰਨਮੈਂਟ ਆਫ ਇੰਡੀਆ ਨਾਲ ਅੰਡਰਸਟੈਂਡਿੰਗ ਕਰਕੇ ਰਾਜ ਕਰੋ ਤੇ ਬਾਕੀ ਦੇ ਪੰਗੇ ਲੈਣੇ ਛੱਡ ਹੀ ਦਿਓ। ਜੋ ਪੰਜਾਬ ਔਰ ਇਹ ਦੇਸ਼ ਨੂੰ ਰੀਅਲ ਫੈਡਰਲ ਸਟਰਕਚਰ 1947 ਚ ਹੀ ਚਾਹੀਦਾ ਸੀ, ਅੱਜ ਦੀ ਗੱਲ ਨਹੀਂ ਹੈ। ਉਹਦੇ ਲਈ ਅਨੰਦਪੁਰ ਸਾਹਿਬ ਦੇ ਮਤੇ ਤੇ ਲੜਾਈ ਹੋਈ, ਬਾਕੀ ਚੀਜ਼ਾਂ ਹੋਈਆਂ। ਇਹਦੇ ਤੋਂ ਬਾਅਦ ਦੇਸ਼ ਦੀਆਂ ਰੀਜਨਲ ਪਾਰਟੀਆਂ ਸਮੇਤ ਅਕਾਲੀ ਦਲ ਉਹ ਸਰੈਂਡਰ ਕਰ ਗਿਆ। ਜਦੋਂ ਉਹਨੇ 1996 ਦੇ ਵਿੱਚ 96 ਦੇ ਵਿੱਚ ਬੀਜੇਪੀ ਨਾਲ ਕੋਈ ਵੀ ਮਿਨੋਰਟੀ ਦੀ ਪਾਰਟੀ ਲੜਨ ਲਈ ਤਿਆਰ ਨਹੀਂ ਸੀ ਕਿਸੇ ਵੀ ਰੂਪ ਦੇ ਵਿੱਚ। ਬਾਅਦ ਅਕਾਲੀ ਦਲ ਸੀ ਜਿਹਨੇ ਅਨਕੰਡੀਸ਼ਨਲ ਸਪੋਰਟ ਦਿੱਤੀ। ਕੰਡੀਸ਼ਨਲ ਸਪੋਰਟ ਦਿੰਦੇ ਤਾਂ ਪੋਲੀਟੀਕਲੀ ਲੋਕ ਦੇਖੇ ਨੇ ਮਾੜੇ ਮੋਟੇ ਆਪਣੀ ਕਿਸੇ ਫਾਇਦੇ ਲਈ, ਪਰ ਅਨਕੰਡੀਸ਼ਨਲ ਸਪੋਰਟ ਦਾ ਜਿਹੜਾ ਵਰਤਾਰਾ ਸੀ, ਤੁਸੀਂ ਹਿੰਦੂਤਵ ਦੀ ਪੋਲਿਟਿਕਸ ਨੂੰ ਓਨ ਕੀਤਾ ਹੈ ਅਨਕੰਡੀਸ਼ਨਲ ਸਪੋਰਟ ਦੇ ਕੇ। ਤੁਸੀਂ ਰਾਮ ਮੰਦਿਰ ਤੇ ਨਹੀਂ ਬੋਲੇ, ਤੁਸੀਂ ਜੰਮੂ ਕਸ਼ਮੀਰ ਤੇ ਨਹੀਂ ਬੋਲੇ, ਤੁਸੀਂ ਕਾਸੇ ਤੇ ਬੋਲਣਾ ਹੀ ਛੱਡ ਗਏ। ਤੇ ਜਿਹੜਾ ਥਾਟ ਸੀ ਤੁਹਾਡਾ ਕਿ ਇੰਡੀਪੈਂਡੈਂਟ, ਤੁਹਾਡੀ ਜਿਹੜੀ ਪਛਾਣ ਸੀ ਕਿ ਤੁਸੀਂ ਹਰ ਜ਼ੁਲਮ ਦੇ ਖਿਲਾਫ ਬੋਲਦੇ ਹੋ, ਜਿੰਨੇ ਕੁ ਜੋਗੇ ਕਹਿੰਦੇ ਹੋ ਆਪਣੀ ਗੱਲ ਕਰਦੇ ਹੋ, ਤੁਸੀਂ ਉਹ ਜ਼ੁਬਾਨਬੰਦੀ ਕਰ ਲਈ। ਸੱਤਾ 'ਚ ਤਾਂ ਰਹੇ, ਤੁਸੀਂ ਰਹਿ ਗਏ। ਉਹਦੇ ਨਾਲ ਫਿਰ ਕੀ ਹੋਇਆ, ਜਿਹੜਾ ਕੰਟਰੀ ਦਾ ਵਰਤਾਰਾ ਸੀ ਉਹ ਸੈਂਟਰਲਾਈਜੇਸ਼ਨ ਵੱਲ ਨੂੰ ਐਡੇ ਫਾਸਟ ਟਰੈਕ ਤੇ ਦੌੜਿਆ ਮੁੜ ਕੇ। ਉਹਦੇ ਚੋਂ ਜੇ ਹੁਣ ਦੀਆਂ ਆਪਾਂ ਘਟਨਾਵਾਂ ਦੇਖੀਏ, ਨੋਟਬੰਦੀ ਹੈ, GST ਹੈ, ਸਟੇਟ ਦਾ ਤੁਸੀਂ ਟੈਕਸ ਲਾਉਣ ਦਾ ਰਾਈਟ ਵੀ ਖਤਮ ਕਰਤਾ ਤੇ ਟੈਕਸ ਹਟਾਉਣ ਦਾ ਰਾਈਟ ਵੀ ਖਤਮ ਕਰਤਾ ਹੈ। ਉਸ ਤੋਂ ਬਾਅਦ CAA ਆ ਜਾਂਦਾ ਹੈ। ਮੁਸਲਿਮ ਕਮਿਊਨਿਟੀ ਕਿਵੇਂ ਤੜਫ ਰਹੀ ਹੈ, ਤੁਹਾਡੇ ਸਾਹਮਣੇ ਹੈ ਕਿ ਉਹ ਕੀ ਉਸੇ ਲੈਵਲ ਤੇ ਕਰ ਰਹੀ ਹੈ। ਉਹਦੇ ਤੋਂ ਬਾਅਦ NIA ਤੇ UAPA ਆ ਜਾਂਦਾ ਹੈ, ਜਿਹੜਾ ਸਟੇਟ ਦੇ ਦਾਇਰੇ ਦਾ ਮਾਮਲਾ ਸੀ, ਹੁਣ ਸਾਰੇ ਸਾਈਬਰ ਕ੍ਰਾਈਮ ਦੇ ਵਿੱਚ ਜਿੱਤੇ ਮਰਜ਼ੀ ਦੇਸ਼ ਧਰੋਹ ਦਾ ਪਰਚਾ ਦਰਜ ਪਾ ਕੇ ਕਰਕੇ NIA ਲੋਕਾਂ ਨੂੰ ਅੰਦਰ ਬੰਦ ਕਰ ਰਹੀ ਹੈ, ਨੌਜਵਾਨਾਂ ਨੂੰ ਫੜ ਸਾਰੇ ਦੇਸ਼ ਦੇ ਵਿੱਚ, ਇੰਟੈਲੈਕਚੁਅਲ ਨੂੰ ਵੀ, ਵਿਚਾਰਾਂ ਦੇ ਬਖਰੇਵੇਂ ਵਾਲਿਆਂ ਨੂੰ ਵੀ, ਕਿੰਨੇ ਹੀ ਬੰਦੇ ਅੰਦਰ ਬੰਦ ਨੇ। ਇਹ ਉਦੋਂ ਬਹੁਤ ਖਤਰਨਾਕ ਤਰੀਕੇ ਦੇ ਨਾਲ ਅੱਗੇ ਵੱਧਦਾ ਗਿਆ ਕੰਮ, ਤੇ ਸਾਡੇ 'ਚ ਉਹ ਜ਼ੁਬਾਨ, ਉਹਦੇ 'ਚੋਂ ਲੇਬਰ ਕਾਨੂੰਨ ਨੇ ਤੇ ਹੁਣ ਐਗਰੀਕਲਚਰ ਵਾਲੇ ਆਏ ਨੇ। ਇਹ ਵੀ ਫੈਡਰਲ ਸਟਰਕਚਰ ਨੂੰ ਬਹੁਤ ਵੱਡੀ ਮਾਰ ਸਾਡੇ ਸਾਹਮਣੇ ਦਿਖਾਈ ਦਿੱਤੀ। ਇੱਕ ਤਾਂ ਇਹ ਦੌਰ ਚੱਲਿਆ, ਇਹਦੇ ਦੌਰਾਨ ਫਿਰ ਅਸੀਂ ਕੀ ਕਰਨ ਲਾਤੇ ਲੋਕਾਂ ਨੂੰ, ਅਸੀਂ ਕਹਿੰਦੇ ਆ ਕਿ ਬੰਦੇ ਬਦਲੋ, ਚੰਗੇ ਬੰਦੇ ਲਿਆਓ। ਅਸੀਂ ਚੰਗਾ ਸਿਧਾਂਤ ਲਿਆਓ ਤੋਂ ਹਟ ਕੇ
ਚੰਗਾ ਏਜੰਡਾ ਲਿਆਓ ਤੋਂ ਹਟ ਕੇ ਚੰਗੇ ਬੰਦਿਆਂ ਦੇ ਪਿੱਛੇ ਪਾ ਦਿੱਤੇ। ਫਿਰ ਚੰਗੇ ਬੰਦਿਆਂ ਚੋਂ ਅਸੀਂ ਕੀ ਦੇਖਦੇ ਹਾਂ, ਕਦੇ ਮਨਪ੍ਰੀਤ ਬਾਦਲ ਸਾਹਿਬ ਦਾ ਭਤੀਜਾ ਅਲੱਗ ਹੋ ਜਾਂਦਾ ਮਾੜਾ ਮੋਟਾ, ਉਹ PPI ਬਣਾ ਲੈਂਦਾ ਹੈ। ਪੰਜਾਬ ਦਾ ਯੂਥ ਅਲਟਰਨੇਟ ਲੱਭਦਾ ਹੈ, ਉਹ ਜਾਂਦਾ ਬਹੁਤ ਵੱਡੇ ਪੱਧਰ ਤੇ, ਲੱਖਾਂ ਦੀ ਤਾਦਾਦ ਦੇ ਵਿੱਚ ਉਹਨਾਂ ਦੀਆਂ ਰੈਲੀਆਂ 'ਚ ਜਾਂਦਾ ਹੈ। NRI ਵੀ ਉਹਨੂੰ ਸਪੋਰਟ ਕਰਦੇ ਨੇ। ਖਟਕੜ ਕਲਾਂ ਜਾ ਕੇ ਉਹ ਮੱਥੇ ਨੂੰ ਮਿੱਟੀ ਲਾਉਂਦਾ ਹੈ ਤੇ ਉਹ ਫਲਾਪ ਹੋ ਜਾਂਦਾ ਹੈ ਕਿਉਂਕਿ ਚੋਣਾਂ 'ਚ ਨਹੀਂ ਜਿੱਤਦਾ ਤੇ ਮੁੜ ਕੇ ਕਾਂਗਰਸ ਚਲਾ ਜਾਂਦਾ। ਤੇ ਫਿਰ ਉਹਦੇ ਚੋਂ ਅੰਨਾ ਦੀ ਮੂਵਮੈਂਟ ਦੇ ਲਈ ਆਪ ਆਉਂਦੀ ਹੈ। ਪੰਜਾਬ 'ਚ ਕੋਈ ਮੂਵਮੈਂਟ ਨਹੀਂ, ਪੰਜਾਬ ਦੀ ਓਰੀਜਨਲ ਮੂਵਮੈਂਟ ਨਹੀਂ ਹੈ ਉਹ ਇੱਕ ਹੋਰ ਪ੍ਰਭਾਵ 'ਚ ਜਿਹੜੀ ਕੇਵਲ ਐਂਟੀ ਕਰਪਸ਼ਨ ਮੂਵਮੈਂਟ ਹੈ। ਕ੍ਰਾਈਸਿਸ ਕੱਲੀ ਕਰਪਸ਼ਨ ਦਾ ਨਹੀਂ ਹੈ, ਸਟਰਕਚਰ ਦਾ ਕ੍ਰਾਈਸਿਸ ਹੈ। ਕਰਪਸ਼ਨ ਨਾਲ ਦੂਰ ਨਹੀਂ ਹੋ ਸਕਦਾ ਇਹ ਚੀਜ਼ਾਂ, ਜੇ ਕਰ ਵੀ ਲੋ। ਮੇਰੇ ਯਾਦ ਹੈ ਕਿ ਮੈਂ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਮਨੀਸ਼ ਸਿਸੋਦੀਆ ਦਿੱਲੀ ਦਾ ਡਿਪਟੀ ਚੀਫ ਮਿਨਿਸਟਰ ਹੈ, ਮੈਂ ਉਹਦੇ ਨਾਲ ਜੰਮੂ ਪ੍ਰੈਸ ਕਲੱਬ 'ਚ ਚਲਾ ਗਿਆ। ਜੰਮੂ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਨੀ ਸੀ। ਜੰਮੂ ਦੇ ਜਰਨਲਿਸਟ ਉਹਨੂੰ ਕਹਿੰਦੇ ਵੀ ਅਸੀਂ ਤੁਹਾਡੀ ਗੱਲ ਮੰਨ ਲਈ ਕਿ ਬਿਲਕੁਲ ਸਾਡੇ ਕਰਪਸ਼ਨ ਫ੍ਰੀ ਹੋ ਗਈ ਸਟੇਟ, ਤਾਂ ਅਸੀਂ ਮੰਨ ਲਈ। ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਆਮ ਆਦਮੀ ਪਾਰਟੀ ਦਾ ਜੰਮੂ ਕਸ਼ਮੀਰ ਦੀ ਰਿਆਸਤ ਦੇ ਪ੍ਰਤੀ ਪਹਿਲਾਂ ਵਾਲੀਆਂ ਨੈਸ਼ਨਲ ਪਾਰਟੀ ਤੋਂ ਕੀ ਵੱਖਰਾ ਵਿਊ ਹੈ, ਉਹੀ ਹੈ ਜਾਂ ਕੋਈ ਵਿਖਰੇਵਾ ਹੈ? ਉਹ ਕਹਿੰਦੇ ਇਹ ਤੇ ਮੈਂ ਗੱਲ ਨਹੀਂ ਕਰਨੀ। ਉਹ ਕਹਿੰਦੇ ਫਿਰ ਪ੍ਰੈਸ ਕਾਨਫਰੰਸ ਉੱਤੇ ਬਹੁਤ ਵਿਵਾਦ ਹੋਇਆ ਵੀ ਕੱਲੀ ਕਰਪਸ਼ਨ, ਇਹ ਏਜੰਡਾ ਲੈ ਕੇ ਸਾਡੇ ਬੱਚੇ ਮਰ ਰਹੇ ਨੇ, ਅਸੀਂ ਕਰਪਸ਼ਨ ਤੋਂ ਕੀ ਕਰਾਉਣਾ? ਪਹਿਲਾਂ ਜਾਨ ਦਾ ਕੁਐਸਚਨ ਹੈ ਨਾ, ਉਹ ਐਡਰੈਸ ਕਰਨਾ ਪਏਗਾ ਤੁਹਾਨੂੰ, ਤਾਂ ਉਦੋਂ ਬਾਅਦ ਦਾ ਕੁਐਸਚਨ ਹੈ ਫਿਰ ਕਰਪਸ਼ਨ। ਜੇ ਜਿੰਦਾ ਰਹੋਗੇ ਤਾਂ ਕਰਪਸ਼ਨ ਹੈ। ਇਸ ਲਈ ਕੋਈ ਏਜੰਡਾ ਨਹੀਂ ਹੈ, ਕੋਈ ਏਜੰਡਾ ਕਿਸੇ ਵੀ ਪੋਲੀਟੀਕਲ ਧਿਰ ਕੋਲ, ਇਨਕਲੂਡਿੰਗ ਆਪ। ਮੈਂ ਇੱਕ ਗੱਲ ਕਰਦਾ ਹਮੇਸ਼ਾ ਕਿ ਕੁਦਰਤ ਦੀਆਂ ਨਿਆਮਤਾਂ ਜਿੰਨੀਆਂ ਪੰਜਾਬ ਤੇ ਵਰਸੀਆਂ ਨੇ, ਦੁਨੀਆ ਦੇ ਕਿਸੇ ਖਿੱਤੇ ਤੇ ਨਹੀਂ ਵਰਤੀਆਂ। ਮੈਂ ਬਾਰ-ਬਾਰ ਗੱਲ ਕਹਿੰਦਾ ਕਿ ਪੰਜਾਬ 'ਚ ਜਿੰਨੀਆਂ ਰੁੱਤਾਂ ਬਦਲਦੀਆਂ ਨੇ, ਦੁਨੀਆ ਦੇ ਕਿਸੇ ਖਿੱਤੇ 'ਚ ਨਹੀਂ ਬਦਲਦੀਆਂ। ਪੰਜਾਬ ਨੂੰ ਅੰਮ੍ਰਿਤ ਵਰਗਾ ਪਾਣੀ ਮਿਲਿਆ ਸੀ, 5 ਦਰਿਆਵਾਂ ਦੀ ਧਰਤੀ ਸੀ, ਉਹ ਬਰਬਾਦ ਕਰਤਾ ਅਸੀਂ, ਪਲਿਊਟ ਵੀ ਕਰਤਾ ਤੇ ਮਕਾਉਣ ਵੀ ਚੱਲੇ ਆ। ਜਰਖੇਜ ਮਿੱਟੀ ਸੀ, ਇਹਨੇ ਪਰ ਏਕੜ ਝਾੜ ਦੁਨੀਆ ਦੇ ਕਿਸੇ ਵੀ ਬੈਸਟ ਤੋਂ ਬੈਸਟ ਕੰਟਰੀ ਤੋਂ ਜ਼ਿਆਦਾ ਦਿੱਤਾ ਹੈ ਪੰਜਾਬ ਦੇ ਕਿਸਾਨ ਨੇ ਕੱਢ ਕੇ, ਪਰ ਏਕੜ ਜਿਹੜੀ ਪ੍ਰੋਡਕਟਿਵਿਟੀ ਦਾ ਲੈਵਲ ਹੈ। ਤੇ ਇਸੇ ਤਰ੍ਹਾਂ ਆਬੋ ਹਵਾ ਸਾਡੀ ਇੰਨੀ ਖੂਬਸੂਰਤ ਆਬੋ ਹਵਾ ਸੀ, ਉਹ ਕੈਂਸਰ ਤੇ ਕਾਲਾ ਪੀਲੀਆ ਵੰਡਣ ਲੱਗ ਗਈ ਹੈ। ਤੇ ਕੀ ਇਲਾਜ ਹੈ ਜੀ ਤੁਹਾਡੇ ਕੋਲ ਜੇਕਰ ਤੁਸੀਂ ਸੱਤਾ ਦੇ ਵਿੱਚ ਆਉਂਦੇ ਹੋ? ਕੋਈ ਬੇਸਿਕ ਪ੍ਰੋਗਰਾਮ ਹੋਊਗਾ ਤਾਂ ਤੁਸੀਂ ਉਸ ਪਾਸੇ ਚੱਲੋਗੇ ਨਾ। ਉਹਦੇ ਕੋਲ ਤਾਂ ਗੁਰੂ ਨਾਨਕ ਦਾ ਸਿਧਾਂਤ ਹੈ, ਜਿਹੜਾ ਬਲਿਹਾਰੀ ਕੁਦਰਤ ਵਸੀਏ ਦਾ ਕਨਸੈਪਟ ਹੈ, ਜਿਹੜਾ ਕਾਰਪੋਰੇਟ ਨੂੰ ਚੈਲੰਜ ਕਰ ਸਕਦਾ, ਉਸ ਮਾਡਲ ਨੂੰ ਚੈਲੰਜ ਕਰ ਸਕਦਾ, ਉਸ ਮਾਡਲ ਨੂੰ ਚੈਲੰਜ ਕਰਕੇ ਲੋਕਾਂ ਦੀ ਸਮੂਲੀਅਤ ਵਰਗਾ ਕੋਈ ਸਿਸਟਮ ਦੇ ਸਕਦਾ। ਬੰਦਾ ਜਿਹੜਾ ਮਰਜ਼ੀ ਬਿਠਾ ਦਿਓ, ਕੱਲੇ ਬੰਦੇ ਦਾ ਕੁਐਸਚਨ ਨਹੀਂ ਹੈ, ਇੱਕ ਥਾਟ ਪ੍ਰੋਸੈਸ ਦਾ ਕੁਐਸਚਨ। ਉਹ ਥਾਟ ਪ੍ਰੋਸੈਸ ਤੇ ਤਾਂ ਅਸੀਂ ਗੱਲ ਹੀ ਕਰਨ ਲਈ ਤਿਆਰ ਨਹੀਂ। ਹੁਣ ਵੀ ਮਿਸ਼ਨ 22 ਚੱਲ ਰਿਹਾ, ਔਰ ਕਈ ਵਾਰ ਇਹ ਹੋਇਆ ਕਿ ਅਸਲ 'ਚ ਲੋਕ ਅੱਕੇ ਹੁੰਦੇ ਨੇ। ਮੈਂ ਜਦੋਂ ਟੀਵੀ ਚੈਨਲ ਤੇ ਕਈ ਵਾਰ ਗੱਲ ਕਰਦਾ ਤਾਂ ਵਿਦੇਸ਼ ਦੇ ਵਿੱਚੋਂ ਵੀ ਕਈ ਸੱਜਣ ਐਂ ਕਹਿੰਦੇ ਨੇ ਤੁਸੀਂ ਕੇਜਰੀਵਾਲ ਨੂੰ ਵੀ ਨਹੀਂ ਬਖਸ਼ਦੇ, ਫਲਾਣੇ ਨੂੰ ਨਹੀਂ, ਤੁਸੀਂ ਵੀ ਫਿਰ ਬਾਦਲਾਂ ਨਾਲ ਮਿਲ ਕੇ। ਮੈਂ ਉਹਨੂੰ ਕਹਿੰਦਾ ਵੀ ਅਸੀਂ ਅੱਖਾਂ ਮੀਚ ਕੇ ਕਿਉਂ ਕਿਸੇ ਨੂੰ ਅਡਾਪਟ ਕਰਨਾ? ਕੋਈ ਕਿਉਂ ਅੱਖਾਂ ਮੀਚ ਕੇ ਅਡਾਪਟ ਹੋਏ? ਪੰਜਾਬ ਦੀ ਧਰਤੀ ਤੇ ਵਿਜ਼ਡਮ ਖਤਮ ਹੋ ਗਈ ਹੈ, ਸਾਡੇ ਕੋਲ ਟੈਲੈਂਟ ਖਤਮ ਹੋ ਗਿਆ। ਪੰਜਾਬੀ ਬੰਦਾ ਕਿਸੇ ਬਾਹਰਲੇ ਬੰਦੇ ਦੀ ਗੁਲਾਮੀ ਕਿਵੇਂ ਕਰ ਸਕਦਾ ਜੇ ਸਦੀਆਂ ਤੋਂ ਨਹੀਂ ਕੀਤੀ? ਤਾਂ ਕੋਈ ਆ ਕੇ ਕਹੇ ਕਿ ਮੈਂ ਤੁਹਾਨੂੰ ਸਿਖਾਉਣਾ ਤੇ ਮੈਂ ਤੁਹਾਡੇ ਮੁਤਾਬਕ, ਮੇਰੇ ਮੁਤਾਬਕ ਤੁਸੀਂ ਚੱਲੋ। ਤੇ ਜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਵੀ ਇੱਥੇ ਦੇ ਰੁਪਈਏ ਦੀ ਕੀਮਤ ਜਿਹੜੀ ਹੈ ਉਹ ਕਿਸੇ ਵੀ ਡਾਲਰ ਨਾਲੋਂ ਇੰਪੋਰਟੈਂਟ ਰਹਿ ਸਕਦੀ ਹੈ, ਜੇ ਫਰਾਂਸੀਸੀ ਸੈਨਾਪਤੀ ਇੱਥੇ ਆ ਕੇ ਨੌਕਰੀਆਂ ਕਰ ਸਕਦੇ ਨੇ, ਤਾਂ ਪਾਲਿਸੀ 'ਚ ਪ੍ਰੋਬਲਮ ਹੈ ਸਾਡੀ 'ਚ, ਸਾਡੇ ਤੇ ਕੁਦਰਤ ਦੀਆਂ ਨਿਆਮਤਾਂ 'ਚ ਪ੍ਰੋਬਲਮ ਨਹੀਂ ਹੈ। ਸਾਡੇ 'ਚ ਕੋਈ ਇੰਪਲੋਇਮੈਂਟ ਦੀ ਇਹ ਪ੍ਰੋਬਲਮ ਨਹੀਂ ਹੈ, ਅਸੀਂ ਕ੍ਰੀਏਟ ਨਹੀਂ ਕਰ ਸਕਦੇ ਚੀਜ਼ਾਂ। ਅਸੀਂ ਅਸਲ 'ਚ ਜਾਂਦੇ ਹਾਂ ਗੁਰਦੁਆਰੇ, ਗੁਰਬਾਣੀ ਮੱਥਾ ਟੇਕਦੇ ਹਾਂ, ਜੀਵਨ ਜਾਤ ਸਾਡੀ ਅਸਲੋਂ ਹੀ ਉਹ ਤੋਂ 100% ਅਲੱਗ ਹੈ। ਇੱਕ ਲਾਈਫ ਸਟਾਈਲ ਹੁੰਦਾ ਜਿਹਨੂੰ ਤੁਸੀਂ ਫੋਲੋ ਹੋਰ ਪਾਸੇ ਵੱਲ ਕਰਦੇ ਹੋ। ਇਹ ਦਬੰਧ ਹੈ ਬਹੁਤ ਬੜਾ। ਇਹਦੇ ਤੇ ਡਿਬੇਟ ਦੀ ਗੱਲ ਪੰਜਾਬ 'ਚ ਤਾਂ ਨਹੀਂ ਹੋ ਰਹੀ, ਵੈਸੇ ਤਾਂ ਕਿਤੇ ਵੀ ਨਹੀਂ ਹੋ ਰਹੀ। ਜਦੋਂ ਮੈਂ ਇੱਕ ਕੁਐਸਚਨ ਕਰਦਾ ਕਿ ਹੁਣ ਤੱਕ ਦੇ ਮਾਡਲ 'ਚ ਤੁਸੀਂ ਕਹਿੰਦੇ ਹੋ ਖੇਤੀ 'ਚੋਂ ਬੰਦੇ ਕੱਢਣੇ ਪੈਣਗੇ, ਅੱਜ ਦੇ ਦੌਰ 'ਚ ਲੈ ਕੇ ਕਿੱਥੇ ਜਾਣੇ ਨੇ? ਕੋਈ ਇੱਕੋ ਹੀ ਸਵਾਲ ਦਾ ਜਵਾਬ ਦੇ ਦਿਓ। ਕੱਢਤੇ ਬੰਦੇ, ਕੱਢ ਲਿਓ ਤੁਸੀਂ ਲੱਖਾਂ ਬੰਦੇ, ਕਿੱਥੇ ਜਾਣਗੇ ਉਹ? ਕਿੱਥੇ ਇੰਪਲੋਇਮੈਂਟ ਹੈ? ਤੇ ਅਗਲੀ ਗੱਲ ਇਹ ਹੈ ਕਿ ਖੇਤੀ 'ਚ ਪੈਸਾ ਕਿਉਂ ਨਹੀਂ? ਇੰਡੀਆ ਦਾ $12 ਬਿਲੀਅਨ ਦੀ ਮਾਰਕੀਟ ਹੈ ਫੂਡ ਦੀ। ਜਿਹੜਾ ਹੋਟਲੀਅਰ ਹੈ, ਜਿਹੜਾ ਫੂਡ ਤੋਂ ਅੱਗੇ ਪ੍ਰੋਸੈਸ ਕਰਕੇ ਦਿੰਦਾ, ਤਾਂ ਮਾਲਾ ਮਾਲ ਹੋ ਰਿਹਾ, ਜਿਹੜਾ ਪ੍ਰੋਡਿਊਸਰ ਹੈ ਉਹ ਖਤਮ ਹੋ ਗਿਆ ਤੇ ਉਹਦੇ ਹਿੱਸੇ ਨਹੀਂ ਆ ਰਿਹਾ। ਤੁਹਾਡੀ ਪਾਲਿਸੀ ਉਹਦੇ ਖਿਲਾਫ ਹੈ, ਟਰਮਸ ਆਫ ਟ੍ਰੇਡ ਉਹਦੇ ਖਿਲਾਫ ਨੇ ਅਸਲ ਦੇ ਵਿੱਚ, ਬਾਕੀ ਚੀਜ਼ਾਂ ਨਹੀਂ ਹੈ। ਤੇ ਉਹਦੇ ਕਰਕੇ ਜਿਹੜਾ ਪਿੰਡ ਹੈ, ਪਿੰਡ ਲਾਵਾਰਸ ਛੱਡ ਦਿੱਤਾ ਗਿਆ, ਪੋਲੀਟੀਕਲੀ ਵੀ, ਇਕਨੋਮਿਕਲੀ ਵੀ।
ਔਰ ਫਿਰ ਜਦੋਂ ਪੋਲੀਟੀਕਲੀ ਇਕਨੋਮਿਕਲੀ ਤੁਸੀਂ ਵੀਕ ਹੋ ਜਾਂਦੇ ਹੋ ਤਾਂ ਤੁਹਾਡੀਆਂ ਸਮਾਜਿਕ ਕਦਰਾਂ ਕੀਮਤਾਂ ਵੀ ਕੰਪਰੋਮਾਈਜ਼ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਕਲਚਰ, ਕਿਉਂਕਿ ਜੇ ਤੁਹਾਡੇ ਕੋਲ ਖਾਣ ਲਈ ਜਾਂ ਬਾਕੀ ਚੀਜ਼ਾਂ ਨੇ, ਜੇ ਇਹ ਅੰਦੋਲਨ ਵੀ ਐਡਾ ਵੱਡਾ ਲੰਮਾ ਚੱਲਿਆ, ਇਹ ਕਿਸਾਨੀ ਕਰਕੇ ਚੱਲਿਆ, ਤੇ ਦੋ ਬਹੁਤ ਵੱਡੇ ਫੈਕਟਰ ਨੇ। ਇੱਕ ਤਾਂ ਕਿਸਾਨ ਕੋਲ ਇੰਨਾ ਕੁ ਰੋਜੀ ਰੋਟੀ ਜੋਗਾ ਜੁਗਾੜ ਹੁੰਦਾ ਕਿ ਉਹ ਕਰ ਸਕਦਾ, ਦੂਜਾ ਲੰਗਰ ਦੀ ਰਵਾਇਤ ਹੈ ਜਿਹੜੀ ਭੁੱਖਾ ਨਹੀਂ ਮਰਨ ਦਿੰਦੀ, ਜਿਹੜੀ ਕੰਟਰੀਬਿਊਟ ਕਰਦੀ ਹੈ ਤੇ ਉੱਥੇ ਰਹਿ ਕੇ। ਮੈਂ ਬਿਹਾਰ ਵਾਲਾ ਬੰਦਾ ਸੁਣਿਆ, ਉਹ ਕਹਿੰਦਾ ਵੀ ਅਸੀਂ ਆਉਂਦੇ ਆ ਐਡਾ ਵੱਡਾ ਅੰਦੋਲਨ ਅਸੀਂ ਲੰਮਾ ਨਹੀਂ ਚਲਾ ਸਕਦੇ ਕਿਉਂਕਿ ਅਸੀਂ ਘਰੋਂ ਆਪਣੀਆਂ ਨਾਲ ਪਿੰਨੀਆਂ ਬੰਨ ਕੇ ਲਿਆਉਂਦੇ ਆ, ਉਹ 2-3 ਦਿਨ ਚ ਖਤਮ ਹੋ ਜਾਂਦੀਆਂ ਨੇ, ਮੁੜ ਕੇ ਵਾਪਸ ਜਾਣਾ ਪਿਆ। ਅੱਜ ਵੀ ਜੇ ਟੋਟਲ ਅੰਦੋਲਨ ਦਾ ਬੋਝ ਤੁਸੀਂ ਸਮਝ ਦੇਖਦੇ ਹੋ, ਚਾਹੇ ਉਹ ਗਾਜੀਪੁਰ ਬਾਰਡਰ ਹੈ, ਚਾਹੇ ਉਹ ਸ਼ਾਹਜਹਾਂਪੁਰ ਹੈ, ਚਾਹੇ ਉਹ ਇੱਧਰ ਟਿਕਰੀ ਤੇ ਸਿੰਘੂ ਹੈ, ਉਹਦਾ ਟੋਟਲ ਲੌਜਿਸਟਿਕ ਦਾ ਬੋਝ ਪੰਜਾਬੀ ਬੰਦਾ ਉਠਾ ਰਿਹਾ, ਚਾਹੇ ਉਹ ਬਾਹਰ ਤੋਂ ਹੈ ਚਾਹੇ ਉਹ ਇੱਥੋਂ। ਇਹ ਸਾਡੇ ਵਿਰਸੇ ਚ ਜਾਨ ਹੈ, ਤਾਂ ਜਾ ਕੇ ਅਸੀਂ ਖੜੇ ਹੋਏ ਹਾਂ ਉਸ ਪੱਖ ਦੇ ਉੱਤੋਂ। ਨਹੀਂ ਤਾਂ ਇਹ ਲੋਕ ਉਮੀਦ ਛੱਡ ਗਏ ਸੀ ਕਿ ਸਾਡਾ ਨਹੀਂ ਹੈ। ਮੈਂ ਇਹਨੂੰ ਇਸ ਕਰਕੇ ਕਹਿਣਾ ਕਿ ਅਸੀਂ ਅਸਲ ਚ ਜਿਹੜਾ ਸਿਧਾਂਤਕ ਬੇਦਾਵਾ ਪਿਛਲੇ ਲੰਮੇ ਸਮੇਂ ਤੋਂ ਦਿੱਤਾ ਹੋਇਆ ਸੀ ਨਾ, ਉਹ ਬੇਦਾਵਾ ਪੜਵਾ ਰਿਹਾ ਪੰਜਾਬ ਦਾ ਕਿਸਾਨ ਦਿੱਲੀ ਬੈਠਾ ਹੋਇਆ, ਤੇ ਉਹ ਬਹੁਤ ਕੁਝ ਬਦਲੂਗਾ। ਉਹਦੇ ਚ ਪੋਲਿਟਿਕਸ ਬਦਲਣ ਦੀ ਸਮਰੱਥ ਹੈ, ਉਹਦੇ ਚ ਇਕਨੋਮਿਕ ਮਾਡਲ ਬਦਲਣ ਦੀ ਸਮਰੱਥ ਹੈ, ਉਹਦੇ ਚ ਸਮਾਜ ਬਦਲਣ ਦੀ ਸਮਰੱਥਾ। ਉਹਨੇ ਗਾਣੇ ਬਦਲਤੇ ਨੇ, ਗਾਇਕਾਂ ਦੇ ਲੱਚਰ ਗਾਣੇ, ਉਹਨੇ ਸੱਭਿਆਚਾਰ ਬਦਲ ਰਿਹਾ ਉੱਥੇ ਬੈਠ ਕੇ। ਇਹਦੇ ਚ ਪੋਟੈਂਸ਼ੀਅਲ ਹੈ ਬੜਾ ਵੱਡਾ। ਮੈਨੂੰ ਲੱਗਦਾ, ਮੈਨੂੰ ਉਮੀਦ ਇਹ ਚੋਂ ਨਜ਼ਰ ਆਉਂਦੀ ਹੈ। ਕੇਜਰੀਵਾਲ ਗਰੁੱਪ ਆਪ ਆ ਗਿਆ, ਬਾਕੀ ਅਕਾਲੀ ਕਾਂਗਰਸੀ ਇਹ ਚੋਂ ਉਮੀਦ ਨਹੀਂ ਨਜ਼ਰ ਆ ਰਹੀ। ਜੀ ਭਾਈ ਸਾਹਿਬ, ਤੁਸੀਂ ਗੱਲਬਾਤ ਚ ਪਾਲਿਸੀ ਦੀ ਗੱਲ ਕੀਤੀ, ਤਾਂ ਮੈਂ ਇੱਥੇ ਸਵਾਲ ਪੁੱਛਣਾ ਚਾਹੁੰਦੀ ਹਾਂ ਕਿ ਪੰਜਾਬ ਦੀ ਜਿਹੜੀ ਐਗਰੇਰੀਅਨ ਪਾਲਿਸੀ ਸੀ ਉਹਨੂੰ ਇੰਡਸਟਰੀਅਲਾਈਜੇਸ਼ਨ ਵੱਲ ਧੱਕਿਆ ਗਿਆ, ਜਿਹਦੇ ਵਿੱਚੋਂ ਕਿ ਡੈਥ ਹੋ ਗਈ, ਸੁਸਾਈਡ ਹੋ ਗਏ, ਤੇ ਹੋਰ ਅਨੇਕਾਂ ਤਰ੍ਹਾਂ ਦੀਆਂ ਇਹੋ ਜਿਹੜੀਆਂ ਪ੍ਰੋਬਲਮ ਸੀਗੀਆਂ ਉਹ ਨਿਕਲੀਆਂ। ਇਨਸੈਕਟੀਸਾਈਡਸ ਆਏ, ਪੈਸਟੀਸਾਈਡਸ ਆਏ, ਤੇ ਇਹਨੂੰ ਆਪਾਂ 90ਵੇਂ ਦੇ ਵਰੇ ਜਿਹੜੀ ਸ਼ਿਫਟ ਹੋਈ ਇਕੋਨਮੀ, ਉਹਦੇ ਨਾਲ ਆਪਾਂ ਕਿਵੇਂ ਰਿਲੇਟ ਕਰ ਸਕਦੇ ਹਾਂ ਜਿਹੜੀ ਇਹ ਐਗਰੇਰੀਅਨ ਟੂ ਇੰਡਸਟਰੀਅਲਾਈਜੇਸ਼ਨ ਵੱਲ ਸ਼ਿਫਟ ਹੋਈ ਸੀ? ਵੈਸੇ ਤਾਂ ਪਹਿਲਾਂ ਤੋਂ ਹੀ ਇਹ ਸ਼ਿਫਟ ਹੈ, ਕਿਉਂਕਿ ਸਾਨੂੰ ਪਤਾ ਲੱਗਿਆ ਸੀ 1985 ਚ। 1985 ਚ ਸਰਦਾਰਾ ਸਿੰਘ ਜੌਹਲ ਉਹਨਾਂ ਦੀ ਅਗਵਾਈ ਚ ਇੱਕ ਕਮੇਟੀ ਬਣੀ ਸੀ, ਪੰਜਾਬ ਦੀ ਸਰਕਾਰ ਨੇ ਬਣਾਈ। ਇਹੀ ਕੈਪਟਨ ਅਮਰਿੰਦਰ ਸਿੰਘ ਉਦੋਂ ਐਗਰੀਕਲਚਰ ਮਿਨਿਸਟਰ ਸੀਗੇ ਬਰਨਾਲਾ ਸਰਕਾਰ ਦੇ। ਉਹ ਜੌਹਲ ਕਮੇਟੀ ਦੀ ਇੱਕ ਰਿਪੋਰਟ ਸੀ ਕਿ ਪੰਜਾਬ ਬਹੁਤ ਬੁਰੀ ਤਰ੍ਹਾਂ ਇਕੋਲੋਜੀਕਲ ਕ੍ਰਾਈਸਿਸ ਚ ਫਸਣ ਜਾ ਰਿਹਾ ਹੈ। ਝੋਨਾ ਜਿਹੜਾ ਹੈ, ਰਾਈਸ ਦੀ ਖੇਤੀ ਸਾਡੇ ਕਲਾਈਮੇਟ ਦੇ ਫਿੱਟ ਨਹੀਂ ਹੈ। ਅਸੀਂ ਬਾਹਰ ਚੌਲ ਨਹੀਂ ਭੇਜ ਰਹੇ, ਅਸੀਂ ਪਾਣੀ ਭੇਜ ਰਹੇ। 1 ਕਿਲੋ ਚੌਲ ਪੈਦਾ ਕਰਨ ਤੇ 5000 ਲੀਟਰ ਪਾਣੀ ਲੱਗਦਾ ਹੈ। ਅਸੀਂ ਪੰਜਾਬ ਦਾ ਪਾਣੀ ਸੁੱਟਿਆ ਬਾਹਰ ਲਿਜਾ ਕੇ, ਇਕੱਲਾ ਚੌਲ ਨਹੀਂ ਸੁੱਟਿਆ। 85 ਤੋਂ ਲੈ ਕੇ ਅੱਜ ਤੱਕ ਪਾਲਿਸੀ ਸ਼ਿਫਟ ਨਹੀਂ ਹੋਈ। ਇਹ ਡਿਜ਼ਾਈਨ ਹੈ ਇੱਕ, ਕਿਸੇ ਵੀ, ਚਾਹੇ ਉਹ ਅਕਾਲੀ ਸਰਕਾਰ ਰਹੀ, ਚਾਹੇ ਉਹ ਕਾਂਗਰਸ ਸਰਕਾਰ ਕਿਸੇ ਦੀ ਵੀ ਰਹੀ। ਫਿਰ ਉਸ ਤੋਂ ਬਾਅਦ 90s ਤੋਂ ਬਾਅਦ ਇੱਕ ਗੱਲ ਆਉਂਦੀ ਹੈ ਵੀ ਚਲੋ ਉਹ ਤਾਂ ਪਾਲਿਸੀ ਸ਼ਿਫਟ ਟੋਟਲੀ ਹੁੰਦਾ, ਉਹ ਤਾਂ ਕਾਰਪੋਰੇਟ ਮਾਡਲ ਹੀ ਉਸ ਪਾਸੇ ਵੱਲ ਚੱਲ ਜਾਂਦਾ ਖੁੱਲ ਕੇ, ਉਹਦਾ ਤਾਂ ਸਾਰਿਆਂ ਤੇ ਹੀ ਅਸਰ ਪੈਣਾ। ਪਰ ਪੰਜਾਬ ਦਾ ਤਾਂ ਉਦੋਂ ਪਹਿਲਾਂ ਅਸਰ ਦਿਖਾਈ ਦੇਣ ਲੱਗ ਗਿਆ ਸੀ ਤੇ ਪੰਜਾਬ ਦੀ ਪੋਲਿਟਿਕਸ ਨੇ ਉਧਰ ਧਿਆਨ ਨਹੀਂ ਦਿੱਤਾ। 90s ਵਾਲੇ ਪਾਸੇ ਤਾਂ ਇਸ ਲਈ ਹੈ ਕਿ ਉਦੋਂ ਚੀਜ਼ਾਂ ਖੁੱਲ ਗਈਆਂ, ਬਹੁਤ ਸਾਰੀ ਮਿਡਲ ਕਲਾਸ ਨੂੰ ਇਹ ਲੱਗਿਆ ਕਿ ਸਾਡੇ ਲਈ ਆਪਸ਼ਨ ਖੁੱਲ ਗਈਆਂ, ਅਸੀਂ ਚਲੇ ਜਾਏ। ਉਹ ਜਿਹੜੇ ਸਾਡਾ ਕਲਚਰ ਸੀ ਕਿ ਸਭ ਨੂੰ ਨਾਲ ਲੈ ਕੇ ਚੱਲਣਾ, ਉਹਨੇ ਸਾਡੇ ਚ ਦੁਫੇੜ ਵੱਡਾ ਇਹ ਪਾਇਆ ਕਿ ਐਜੂਕੇਸ਼ਨ ਪ੍ਰਾਈਵੇਟਾਈਜ਼ ਹੋ ਗਈ। ਜਿਹੜੇ ਬੰਦਿਆਂ ਦੀ ਜੇਬ ਚ ਪੈਸਾ, ਉਹਨਾਂ ਨੇ ਆਪਣਾ ਬੱਚਾ ਪ੍ਰਾਈਵੇਟ ਸਕੂਲ ਚ ਪੜ੍ਹਾਇਆ, ਪਰ ਲੱਖਾਂ ਦੀ ਤਾਦਾਦ ਦੇ ਵਿੱਚ ਲੋਕਾਂ ਦੇ, ਗਰੀਬਾਂ ਦੇ ਬੱਚੇ ਸਰਕਾਰੀ ਸਕੂਲਾਂ ਚ ਨੇ, ਜਿੱਥੇ ਨਾ ਪੜ੍ਹਾਈ, ਨਾ ਟੀਚਰ ਭਰਤੀ ਮੌਕੇ ਤੇ ਕੀਤਾ, ਤੇ ਨਾ ਕੋਈ ਪੜ੍ਹਾਈ, ਉਹ ਅਨਪੜ੍ਹ ਵਰਗੇ ਬੱਚੇ ਰਹੇ। ਇਸੇ ਤਰ੍ਹਾਂ ਹੈਲਥ ਪ੍ਰਾਈਵੇਟਾਈਜ਼ ਹੋਈ, ਤੇ ਜਿਹੜੇ ਕੋਲ ਪੈਸਾ ਤੇ ਉਹ ਵੱਡੇ ਹਸਪਤਾਲ ਚ ਇਲਾਜ ਕਰਾਉਂਦਾ ਤੇ ਦੂਜੇ ਲਾ ਇਲਾਜ ਮਰ ਰਹੇ ਨੇ। ਇਸੇ ਨੇ ਸਾਡਾ ਪੋਲੀਟੀਸ਼ੀਅਨ ਡਿਟੈਚ ਕੀਤਾ। ਪਹਿਲਾਂ ਪੋਲੀਟਿਕਸ ਚ ਜਿਹੜੇ ਬੰਦੇ ਆਉਂਦੇ ਸੀ ਘੱਟੋ ਘੱਟ ਉਹਨਾਂ ਕਿੱਤਿਆਂ ਚੋਂ ਵੀ ਆ ਜਾਂਦੇ ਸੀ ਜਿਹੜੇ ਕਿਤੇ ਨਾਰਮਲ ਬੰਦੇ ਕਰਦੇ। 90s ਤੋਂ ਬਾਅਦ ਤਾਂ ਪੋਲੀਟੀਸ਼ੀਅਨ ਉਸ ਕਿੱਤੇ ਚੋਂ ਆਉਣਾ ਬੰਦ ਹੋ ਗਿਆ। ਹੁਣ ਉਹ ਕੋਈ ਖੇਤੀ ਕਰਨ ਵਾਲਾ ਪੋਲੀਟਿਕਸ ਚ ਨਹੀਂ ਆ ਰਿਹਾ, ਹੁਣ ਕੋਈ ਮਜ਼ਦੂਰੀ ਕਰਨ ਵਾਲਾ ਪੋਲੀਟਿਕਸ ਚ ਨਹੀਂ ਆ ਰਿਹਾ, ਛੋਟੀ ਦੁਕਾਨਦਾਰ ਨਹੀਂ ਆ ਰਿਹਾ, ਕਿਉਂਕਿ 90s ਤੋਂ ਬਾਅਦ ਪੋਲੀਟਿਕਸ ਇੰਨੀ ਮਹਿੰਗੀ ਕੀਤੀ ਗਈ। ਜੇ ਦੇਸ਼ ਦਾ, ਦੁਨੀਆ ਦੇ ਕਿਸੇ ਵੀ ਦੇਸ਼ ਦਾ ਇਲੈਕਟੋਰਲ ਪ੍ਰੋਸੈਸ ਦੇਖੋ, ਉਹ ਮਨਾ ਮੂੰਹ ਹੀ ਪੈਸੇ ਲੱਗਦੇ ਨੇ, ਇੰਨੇ ਪੈਸੇ ਲੱਗਦੇ ਨੇ। ਕਿਤੇ ਕੋਈ ਇਕੱਠਾ ਕਰਦਾ ਹੋਵੇ ਤੇ ਕਿਤੇ ਕੋਈ ਇੰਡੀਵਿਜੂਅਲੀ ਕਿਸੇ ਤੋਂ ਕਰਪਸ਼ਨ ਲੈਂਦਾ ਹੋਵੇ, ਅਲੱਗ ਸਵਾਲ ਹੈ, ਪਰ ਅਰਬਾਂ ਕਰੋੜਾਂ ਰੁਪਈਆ ਖਰਚ ਹੁੰਦਾ। ਜਦੋਂ ਤੁਸੀਂ ਇਕੁਐਲਿਟੀ ਬਿਫੋਰ ਲਾ ਦੀ ਗੱਲ ਕਰਦੇ, ਜਦੋਂ ਤੁਸੀਂ ਕਨਸਟੀਟਿਊਸ਼ਨ ਦੇ ਨਜ਼ਰ ਤੋਂ ਸਭ ਨੂੰ ਬਰਾਬਰੀ ਦੀ ਗੱਲ ਕਰਦੇ, ਤਾਂ ਹਿੰਦੁਸਤਾਨ ਵਰਗਾ ਦੇਸ਼ ਜਿੱਥੇ 77% ਲੋਕ ਡੇਲੀ 20 ਰੁਪਏ ਤੋਂ ਵੀ ਘੱਟ ਤੇ ਗੁਜ਼ਾਰਾ ਕਰਦੇ ਨੇ, ਉਹਨੂੰ ਤੁਸੀਂ ਡੈਮੋਕ੍ਰੈਟਿਕ ਪ੍ਰੋਸੈਸ ਤੋਂ ਬਾਹਰ ਕਰਤਾ ਕਿ ਤੂੰ ਤਾਂ
ਇਲੈਕਟੋਰਲ ਪ੍ਰੋਸੈਸ ਦੇ ਵਿੱਚ ਲੀਡਰ ਬਣਨ ਦੇ ਕਾਬਿਲ ਨੇ। ਲੀਡਰੀ ਪੈਸੇ ਨਾਲ ਜੁੜ ਗਈ, ਲੀਡਰੀ ਕਾਬਲੀਅਤ ਨਾਲ ਨਹੀਂ ਜੁੜੀ, ਲੀਡਰੀ ਗਿਆਨ ਨਾਲ ਨਹੀਂ ਜੁੜੀ, ਲੋਕਾਂ ਦੇ ਕੰਮ ਕਰਨ ਨਾਲ ਨਹੀਂ। ਹੌਲੀ ਹੌਲੀ ਚੱਲਦੇ ਚੱਲਦੇ ਫਿਰ ਮੈਂ ਕਈ ਵਾਰ ਕਹਿੰਦਾ ਕਿ 47 ਦੇ ਵਿੱਚ ਇੱਕ ਮਿੱਥ ਟੁੱਟੀ ਸੀ, ਕਿਉਂਕਿ ਪੁਰਾਣੇ ਜ਼ਮਾਨੇ ਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਰਾਜਾ ਰਾਣੀ ਦੇ ਪੇਟੋਂ ਜਨਮ ਲੈਂਦਾ, ਤੇ ਜੇ ਉਹ ਕਰਮ ਕਰਾ ਕੇ ਲਿਆਇਆ ਰਾਜੇ ਦੇ ਘਰ ਜੰਮ ਪਏ ਤੇ ਮੁੜ ਕੇ ਰਾਜਾ ਬਣ ਜੇ। ਲੋਕਾਂ ਦੀ ਜਦੋਜਹਿਦ ਨੇ ਇਹ ਕਿਹਾ ਕਿ ਈਵਨ ਸਾਡੇ ਵਿਰਸੇ ਦੇ ਵਿੱਚ ਵੀ ਇਹ ਗੱਲ ਹੋਈ, ਚਾਹੇ ਉਹ ਪੰਜ ਪਿਆਰਿਆਂ ਦਾ ਕਨਸੈਪਟ ਹੋਵੇ, ਉਹ ਕਿ ਪੇਟ ਦੇ ਜਨਮ ਦਾ ਸਵਾਲ ਨਹੀਂ ਹੈ। ਲੋਕਾਂ ਦੀ ਕਚਹਿਰੀ 'ਚ ਚੁਣਿਆ ਜਾਏਗਾ ਬੰਦਾ, ਜਿਹੜਾ ਵੀ ਕਾਬਲ ਬੰਦਾ ਹੋਏਗਾ ਉਹਨੂੰ ਵੱਡਾ ਰੁਤਬਾ ਦਿੱਤਾ ਜਾ ਸਕਦਾ। ਤੇ ਇਸ ਪ੍ਰੋਸੈਸ ਨੇ ਜਦੋਂ ਮਨੀ ਤੇ ਮਸਲ ਪਾਵਰ ਇੰਨੀ ਇਨਵੋਲਵ ਕਰਤੀ, ਬਿਨਾਂ ਕਹੇ ਉਹ ਸਾਰੇ ਲੋਕ ਬਾਹਰ। ਤਾਂ ਬਾਦਲ ਚੀਫ ਮਿਨਿਸਟਰ ਬਣਦਾ, ਫਿਰ ਕਦੇ ਬਾਦਲ ਦਾ ਮੁੰਡਾ ਤਿਆਰ ਹੋ ਜਾਂਦਾ, ਕਦੇ ਉਹਦੀ ਨੂੰਹ ਤਿਆਰ ਹੋ ਜਾਂਦੀ ਹੈ, ਕਦੇ ਅਮਰਿੰਦਰ ਸਿੰਘ ਪੈਦਾ ਹੁੰਦਾ, ਫਿਰ ਉਹਦਾ ਬੇਟਾ, ਉਹਦੀ ਪਤਨੀ ਤਿਆਰ ਹੋ ਜਾਂਦੀ ਹੈ। ਜਿਹੜੇ ਵੀ ਬੰਦੇ, ਇੱਕ ਐਮਐਲਏ ਦਾ ਸੀਟ ਦੇਖ ਲਓ, ਉਹਦੇ ਬੱਚੇ ਉਸੇ ਐਮਐਲਏ ਦੀ ਸੀਟ ਤੇ ਅੱਗੇ ਤੋਂ ਅੱਗੇ ਦਾਅਵੇਦਾਰ ਬਣ ਜਾਂਦੇ ਨੇ। ਜਨਤਕ ਲੋਕਾਂ ਦੇ ਵਿੱਚੋਂ ਲੀਡਰਸ਼ਿਪ ਐਮਰਜ ਹੋਣ ਦਾ ਦੌਰ ਇਸ ਇਕਨੋਮਿਕ ਮਾਡਲ ਨੇ 90 ਤੋਂ ਬਾਅਦ ਪੋਲਿਟਿਕਸ 'ਚ ਵੀ ਬੰਦ ਕਰਤਾ। ਇਕਨੋਮੀ 'ਚ ਤਾਂ ਕਮੂਲੇਟ ਕੀਤੀ, ਉਹ ਕੀਤੀ, ਪੋਲੀਟੀਕਲੀ ਵੀ ਬੰਦ ਕਰਤਾ। ਤੇ ਇਹਦਾ ਬਹੁਤ ਵੱਡਾ ਕ੍ਰਾਈਸਿਸ ਸਾਡੇ ਸਾਹਮਣੇ, ਇੱਕ ਮਲਟੀਪਲ ਕ੍ਰਾਈਸਿਸ ਹੋ ਗਿਆ। ਹੁਣ ਪੰਜਾਬ ਇਸ ਕ੍ਰਾਈਸਿਸ 'ਚ ਖੜ ਗਿਆ ਸੀ ਆ ਕੇ, ਜਿਵੇਂ ਕਹਿੰਦੇ ਨਾ ਮਲਟੀਪਲ ਆਰਗਨ ਫੇਲਰ ਦਾ ਕਨਸੈਪਟ, ਕਿ ਸਾਡੇ ਕੋਲ ਕੋਈ ਵੀ ਇਹੋ ਜਿਹਾ ਚਾਂਸ ਨਹੀਂ ਬਚਿਆ। ਸ਼ਾਇਦ ਉਸ ਚਾਂਸ 'ਚੋਂ ਇਹ ਉਮੀਦ ਬਚੀ ਹੈ ਕਿ ਹੁਣ ਲੋਕ ਆਪਣੇ ਆਪ ਸੋਚ ਸਮਝ ਦੇ ਵਿੱਚ ਆਉਣ ਲੱਗੇ ਨੇ। ਇਹ ਮੈਨੂੰ ਉਦੋਂ ਬਾਅਦ ਦਾ ਲੱਗਦਾ। ਜੀ, ਨਹੀਂ ਬਹੁਤ ਅਹਿਮ ਗੱਲ ਹੈਗੀ ਹੈ ਜਿਹੜੀ ਤੁਸੀਂ ਕਰ ਰਹੇ ਹੋ, ਜਿਵੇਂ ਹੁਣ ਐਮਐਲਏ ਹੋਰ ਸਾਰੀਆਂ ਕੁਰਸੀਆਂ ਦੇ ਵਿੱਚ ਵੀ ਜਿਹੜੀ ਜਿਵੇਂ ਤੁਸੀਂ ਕਿਹਾ ਜਨਤਕ ਆਰਗੇਨਾਈਜ਼ਿੰਗ ਹੈ, ਉੱਥੋਂ ਲੀਡਰਸ਼ਿਪ ਅਗਲੀ ਪੈਦਾ ਕਰਨੀ। ਸੋ ਉਸੇ ਗੱਲ ਦੇ ਵਿੱਚ ਜੇ ਆਪਾਂ ਗੱਲ ਕਰੀਏ, ਤੁਸੀਂ ਕਈ ਵਾਰ ਆਪਣੇ ਪਬਲਿਕ ਟਾਕਸ ਦੇ ਵਿੱਚ ਗੱਲ ਕੀਤੀ ਹੈਗੀ ਆ ਮੋਬਿਲਾਈਜ਼ਿੰਗ ਥਰੂ ਗ੍ਰਾਮ ਸਭਾ ਦੇ ਰਾਹੀਂ, ਹਨਾ, ਵੀ ਉਹ ਅਹਿਮ ਕਿਉਂ ਹੈਗੀ, ਜ਼ਰੂਰੀ ਕਿਸ ਤਰ੍ਹਾਂ ਕਾਤੇ ਹੈਗੀ ਆ। ਤੇ ਤੁਸੀਂ ਹੁਣ ਜਿਵੇਂ ਗੱਲ ਕਰ ਰਹੇ ਹੈਗੇ ਆ ਵੀ ਜਿਵੇਂ ਲੀਡਰਸ਼ਿਪ ਆਪਾਂ ਅੱਜ ਦੇ ਸਮੇਂ 'ਚ ਦੇਖ ਲਿਆ, ਇੱਕ ਪਰਿਵਾਰਕ ਪ੍ਰਬੰਧ ਬਣ ਗਿਆ ਹੈਗਾ, ਵੀ ਉਹ ਪਰਿਵਾਰ ਦੇ ਵਿੱਚੋਂ ਹੀ ਅਗਲੇ ਚੂਜ਼ ਕਰਕੇ ਜਾਂਦੇ ਆ। ਤੋ ਇਹਦੇ ਕੰਟਰਾਸਟ ਦੇ ਵਿੱਚ ਜੇ ਆਪਾਂ ਗ੍ਰਾਮ ਸਭਾ ਦੀ ਗੱਲ ਕਰਦੇ ਹਾਂ, ਤਾਂ ਤੁਸੀਂ ਉੱਥੇ ਉਸਦੀ ਅਹਿਮੀਅਤ ਜ਼ਿਆਦਾ ਕਿਵੇਂ ਸਮਝਦੇ ਹੈਗੇ ਹੋ, ਤੇ ਉਸਦੇ ਤੁਸੀਂ ਕਹਿ ਲਓ ਵੀ ਰਿਜ਼ਲਟਸ ਕੀ ਸਮਝੋ ਕੀ ਨਿਕਲ ਸਕਦੇ ਹੈਗੇ ਨੇ? ਬਿਲਕੁਲ ਜੀ, ਮੈਨੂੰ ਇਹ ਲੱਗਦਾ ਕਿ ਇਹ 73rd ਅਮੈਂਡਮੈਂਟ ਹੋਈ ਸੀ 24 ਅਪ੍ਰੈਲ 1993 ਨੂੰ, ਇੱਕ ਜਿਹਦੇ 'ਚ ਕੁਝ ਚੀਜ਼ਾਂ ਹੋਈਆਂ ਸੀ ਕਿ 29 ਡਿਪਾਰਟਮੈਂਟ ਟ੍ਰਾਂਸਫਰ ਹੋਣੇ ਨੇ PRI, ਜਿਹਨੂੰ ਪੰਚਾਇਤੀ ਰਾਜ ਇੰਸਟੀਟਿਊਸ਼ਨ, ਡਿਪਾਰਟਮੈਂਟ ਵੀ ਹੋਣੇ ਨੇ, ਡਿਪਾਰਟਮੈਂਟ ਦੇ ਨਾਲ ਉਹਨਾਂ ਦੇ ਕਰਮਚਾਰੀ ਵੀ ਹੋਣੇ ਨੇ, ਤੇ ਉਹਦੇ ਨਾਲ 33% ਬਜਟ ਉਹ ਵੀ ਟ੍ਰਾਂਸਫਰ ਹੋਣਾ। ਇੰਡੀਆ 'ਚ ਦੋ ਸਟੇਟਾਂ ਨੇ ਜਿਹਨੇ ਉਹਨੂੰ ਹੂਬਹੂ ਫੋਲੋ ਕੀਤਾ, ਉਹ ਕੇਰਲਾ ਔਰ ਕਰਨਾਟਕ ਹੈ, ਜਿਹੜੇ 40% ਬਜਟ ਟ੍ਰਾਂਸਫਰ ਕਰ ਰਹੇ ਨੇ ਪਿੰਡੂ ਖੇਤਰ ਨੂੰ ਤੇ ਉਹਨਾਂ ਦੀਆਂ ਗ੍ਰਾਮ ਸਭਾਵਾਂ ਜਾਂ ਬਾਕੀ ਚੀਜ਼ਾਂ ਨੂੰ। ਉਹਦਾ ਫਾਇਦਾ ਕੀ ਹੋਣਾ? ਮੈਨੂੰ ਇਹ ਲੱਗ ਰਿਹਾ ਕਿ ਜਦੋਂ ਪਿੰਡ ਦਾ ਬੰਦਾ ਹੈ, ਹਰ ਜਿਹੜਾ ਸਾਡੇ ਮੌਜੂਦਾ ਸਿਸਟਮ ਹੈ, ਉਹ ਬੈਲੈਂਸ ਆਫ ਪਾਵਰ ਦੇ ਸਟਰਕਚਰ 'ਚ ਵਿਚਰਦਾ ਹੈ ਹਮੇਸ਼ਾ। ਜਿੰਨੀ ਕਿ ਤੁਹਾਡੇ ਕੋਲ ਤਾਕਤ ਹੈ, ਓਡੀ ਕਿ ਤੁਹਾਡੀ ਚੱਲਦੀ ਹੈ ਪੁੱਗਤ ਹੈ। ਜੇ ਤੁਹਾਡੇ ਕੋਲ ਤਾਕਤ ਨਹੀਂ ਹੈ, ਤਾਕਤ ਕਿਸੇ ਵੀ ਟਾਈਪ ਦੀ, 3-4 ਟਾਈਪ ਦੀ ਤਾਕਤ ਹੈ। ਖੋਜ ਕਰੋ, ਇੱਕ ਤੁਹਾਡੇ ਕੋਲ ਹੈ ਇਕਨੋਮੀ ਦੀ ਤਾਕਤ ਹੈ, ਤੁਸੀਂ ਬਹੁਤ ਅਮੀਰ ਹੋ, ਤੁਹਾਨੂੰ ਜਾਣ ਦੀ ਲੋੜ ਨਹੀਂ, ਤੁਹਾਡੇ ਆਲੇ ਦੁਆਲੇ ਲੋਕ ਫਿਰਦੇ ਨੇ, ਜਿਹੜਾ ਮਰਜ਼ੀ ਕੰਮ ਕਰਾ ਦਿੰਦੇ। ਤੁਹਾਡੇ ਕੋਲ ਪੋਲੀਟੀਕਲ ਤਾਕਤ ਹੈ, ਕੋਈ ਅਹੁਦਾ ਹੈ, ਤਾਂ ਵੀ ਤੁਸੀਂ ਬਿਊਰੋਕਰੇਟਿਕ ਤਾਕਤ ਰੱਖਦੇ ਹੋ, ਕਿਸੇ ਵੱਡੇ ਅਹੁਦੇ ਤੇ ਹੋ, ਤਾਂ ਵੀ ਤੁਹਾਡੇ ਕੋਲ ਹੈ। ਤੁਹਾਡੇ ਕੋਲ ਧਾਰਮਿਕ ਲੈਜੀਟੀਮੇਸੀ, ਇੱਕ ਸੱਤਾ, ਲੋਕ ਤੁਹਾਡੀ ਮੰਨਦੇ ਹੋਣ, ਤੁਸੀਂ ਕਿਸੇ, ਤਾਂ ਵੀ ਤੁਹਾਡੇ ਕੋਲ ਇੱਕ ਹੈ। ਪੇਂਡੂ ਬੰਦਾ ਇਹ ਸਾਰੀ ਤਾਕਤ ਚੋਂ ਬਾਹਰ ਹੈ। ਇਕਨੋਮਿਕਲੀ ਉਹ ਵੀਕ ਹੈ, ਪੋਲੀਟੀਕਲੀ ਉਹਦੀ ਕੋਈ ਸੁਣਦਾ ਨਹੀਂ, ਉੱਥੋਂ ਆ ਨਹੀਂ ਸਕਦੇ ਕਿਸੇ ਵੀ ਰੂਪ ਦੇ ਵਿੱਚ। ਹੁਣ ਉਹਦਾ ਦਿਮਾਗ ਦਾ ਸੁਪਨਾ ਹੀ ਚਲਾ ਗਿਆ, ਮੈਂ ਵੀ ਐਮਐਲਏ ਬਣ ਸਕਦਾ, ਔਰ ਬਾਕੀ ਚੀਜ਼ਾਂ ਦੇ ਵਿੱਚ ਵੀ ਉਹਦਾ ਦਖਲ ਬੜਾ ਰੇਅਰ ਰਹਿ ਗਿਆ। ਮੈਨੂੰ ਇਹ ਲੱਗਦਾ ਸੀ ਕਿ ਇੱਕ ਲੈਜੀਟੀਮੇਟ ਤਾਕਤ ਤੁਹਾਡੇ ਕੋਲ ਹੈ, ਜਿਹੜੀ ਸੰਵਿਧਾਨ ਨੇ ਦਿੱਤੀ ਹੈ, ਜਿਹਦੇ 'ਚ ਰਹਿ ਕੇ ਤੁਹਾਨੂੰ ਡਰਨ ਦੀ ਵੀ ਲੋੜ ਨਹੀਂ ਹੈ, ਜਿਹੜੀ ਨੂੰ ਤੁਸੀਂ ਜੇਕਰ ਵਰਤੋ, ਜਿਹੜਾ ਹਥਿਆਰ ਤੁਹਾਡੇ ਕੋਲ ਅਵੇਲੇਬਲ ਹੈ, ਲਾਅ ਨੇ ਦਿੱਤਾ ਹੋਇਆ, ਕਨਸਟੀਟਿਊਸ਼ਨ ਨੇ ਦਿੱਤਾ ਹੋਇਆ, ਉਹਦੇ ਬਾਰੇ ਜਾਣਕਾਰੀ ਹਾਸਲ ਕਰਕੇ ਉੱਥੋਂ ਸਟਾਰਟ ਕਰੋ। ਉਹ ਸਟਾਰਟਿੰਗ ਪੁਆਇੰਟ ਇਹ ਹੈ ਕਿ ਗ੍ਰਾਮ ਸਭਾ ਪਿੰਡ ਦਾ ਹਰ ਵੋਟਰ ਪਰਮਾਨੈਂਟ ਮੈਂਬਰ ਹੈ ਅਕੋਰਡਿੰਗ ਟੂ ਲਾ। ਗ੍ਰਾਮ ਸਭਾ ਦਾ ਪੰਚਾਇਤ ਬਣਦੀ ਉਹ ਤਾਂ ਜੇਕਰ ਗ੍ਰਾਮ ਸਭਾ ਪਹਿਲਾਂ ਹੁੰਦੀ, ਤੇ 2 ਸਾਲ ਦੇ ਵਿੱਚ 2 ਵਾਰ 2 ਇਜਲਾਸ ਗ੍ਰਾਮ ਸਭਾ ਦੇ ਸੱਦਣੇ ਲਾਜ਼ਮੀ ਨੇ ਕਿਸੇ ਵੀ ਸਰਪੰਚ ਵਾਸਤੇ। ਇੱਕ ਜੂਨ ਦਾ ਮਹੀਨਾ ਤੇ ਇੱਕ ਦਸੰਬਰ ਦਾ ਮਹੀਨਾ, ਜਿਹਨੂੰ ਹਾੜੀ ਤੇ ਸੌਣੀ ਵੀ ਕਹਿੰਦੇ। ਜਿਹੜਾ ਸਰਪੰਚ ਦੋਨੋਂ ਇਜਲਾਸ ਨਹੀਂ ਸੱਦਦਾ, ਉਹ ਦੂਸਰੇ ਮਹੀਨੇ ਦੀ ਆਖਰੀ ਤਰੀਕ ਨੂੰ ਆਪਣੇ ਆਪ ਸਸਪੈਂਡ ਹੋ ਜਾਂਦਾ ਹੈ। ਇਹ ਲਾਅ ਹੈ, ਕਿਸੇ ਨੂੰ ਕੁਝ ਮਤਲਬ ਆਰਡਰ ਕਰਨ ਦੀ ਲੋੜ ਨਹੀਂ। ਪਰ ਪ੍ਰੈਕਟਿਸ ਇਹ ਹੈ ਪੰਜਾਬ ਦੇ ਵਿੱਚ ਕਿ ਲੋਕਾਂ ਨੂੰ ਇਹ ਦੱਸਿਆ ਨਹੀਂ ਜਾ ਰਿਹਾ ਕਿ ਗ੍ਰਾਮ ਸਭਾ ਕੋਈ ਚੀਜ਼ ਹੈ। ਨਾ ਤਾਂ ਇਜਲਾਸ ਹੋ ਰਿਹਾ ਗ੍ਰਾਮ ਸਭਾ ਦਾ,
ਤੇ ਗ੍ਰਾਮ ਸਭਾ ਦੇ ਇਜਲਾਸ ਦਾ ਮਤਲਬ ਹੈ ਪਿੰਡ ਦੇ ਟੋਟਲ ਜਿਹੜੇ ਵੋਟਰ ਨੇ ਉਹਨਾਂ ਦਾ 20% ਦੀ ਮੌਜੂਦਗੀ, ਹਾਜ਼ਰੀ। ਉਹਦੇ ਵਿੱਚ ਤੁਸੀਂ ਬੈਠ ਕੇ ਵਿਉਂਤਬੰਦੀ ਕਰਨੀ ਹੈ ਆਪਣੇ ਪਿੰਡ ਦੀ, ਆਪਣੇ ਆਲੇ ਦੁਆਲੇ ਦੀ, ਜੋ ਵੀ ਉਸ ਲੈਵਲ ਦੀ ਗੱਲ। ਇਹ ਰਲ ਮਿਲ ਕੇ ਨਹੀਂ ਹੁੰਦੀ। ਤੇ ਫਿਰ ਉਹ ਗ੍ਰਾਮ ਸਭਾਵਾਂ ਕੀ ਕਰਦੀਆਂ ਨੇ, 1 ਲੱਖ ਨੁਮਾਇੰਦਾ ਚੁਣਦੀਆਂ ਨੇ, 13,000 ਸਰਪੰਚ, 87,000 ਪੰਚ, 3,000 ਬਲਾਕ ਸੰਮਤੀ ਮੈਂਬਰ ਤੇ 327 ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚੁਣਦੀਆਂ ਨੇ। ਉਹ ਇਲੈਕਟਡ ਰਿਪਰੈਜ਼ੈਂਟੇਟਿਵ ਹੈ ਪਿੰਡਾਂ ਦਾ। ਪਰ ਸਾਡਾ ਕ੍ਰਾਈਸਿਸ ਇਹ ਹੈ ਕਿ ਉਹ ਪਿੰਡ ਦਾ ਨੁਮਾਇੰਦਾ ਨਹੀਂ ਹੈ, ਉਹ ਪੋਲੀਟੀਕਲ ਪਾਰਟੀਆਂ ਦੇ ਧੜਿਆਂ ਦਾ ਬਣਦਾ ਸਰਪੰਚ, ਕਿ ਮੈਂ ਫਲਾਣੇ ਅਕਾਲੀ ਦਲ ਦਾ ਸਰਪੰਚ, ਮੈਂ ਕਾਂਗਰਸ ਦਾ, ਉਹ ਪਿੰਡ ਦਾ ਨਹੀਂ ਬਣ ਰਿਹਾ ਸਰਪੰਚ। ਤੇ ਜੇ ਗ੍ਰਾਮ ਸਭਾ ਮਤਲਬ ਆਪਣੇ ਆਪ ਸਰਗਰਮ ਹੁੰਦੀ ਹੈ, ਉਹ ਫੈਸਲਾ ਕਰਦੀ ਹੈ ਕਿ ਅਸੀਂ ਕਿਸੇ ਪਾਰਟੀ ਨੂੰ ਨਹੀਂ ਇਸ ਲੈਵਲ ਤੇ ਗੱਲ ਕਰਨ ਦਿੰਦੇ, ਅਸੀਂ ਆਪਣੇ ਪਿੰਡ ਦੇ ਮਾਮਲੇ 'ਚ ਆਪਣੇ ਫੈਸਲੇ ਖੁਦ ਲਵਾਂਗੇ। ਜੇ 1 ਲੱਖ ਇਹ ਬੰਦਾ ਲੋਕਾਂ ਦੀ ਰਾਏ ਨਾਲ ਗ੍ਰਾਮ ਸਭਾ 'ਚ ਬੈਠ ਕੇ ਫੈਸਲੇ ਲੈਣ ਲੱਗ ਜੇ, ਕੋਈ ਵੀ ਬਿਊਰੋਕਰੇਟ ਔਰ ਪੋਲੀਟੀਸ਼ੀਅਨ ਉਹਦਾ ਬਾਲ ਵਿੰਗਾ ਨਹੀਂ ਕਰ ਸਕਦਾ, ਕਿਉਂਕਿ ਉਹਦੇ 'ਚ ਤਾਕਤ ਹੈ ਸੰਵਿਧਾਨਕ ਤੌਰ ਤੇ ਇੰਨੀ ਜ਼ਿਆਦਾ। ਤੇ ਇਹ 1 ਲੱਖ ਬੰਦਾ ਜਿੱਦਣ ਲੀਡਰ ਹੋ ਗਿਆ, ਤਾਂ ਪੰਜਾਬ ਦੀ ਤਬਦੀਲੀ ਲਈ 1 ਲੱਖ ਲੀਡਰ, ਤਾਂ ਉਹ 117 MLA ਚੁਣਨੇ ਬਹੁਤਾ ਔਖਾ ਕੰਮ ਨਹੀਂ ਹੈ, ਤਾਂ 13 MP ਚੁਣਨੇ ਬਹੁਤਾ ਔਖਾ ਕੰਮ ਨਹੀਂ ਹੈ। ਤੇ ਗ੍ਰਾਮ ਸਭਾ ਇੱਕ ਸੰਗਤ ਦਾ ਰੂਪ ਹੈ, ਸਾਡੇ ਵਿਰਸੇ ਦਾ ਰੂਪ ਹੈ। ਜਦੋਂ ਤੁਸੀਂ ਗਰੀਬ ਅਮੀਰ, ਹੁਣ ਪਿੰਡ ਨਾਲ ਦਲਿਤ ਨਾਲ ਵਿਤਕਰਾ ਹੋ ਰਿਹਾ, ਔਰਤ ਨਾਲ ਵਿਤਕਰਾ ਹੋ ਰਿਹਾ, ਜਦੋਂ ਤੁਸੀਂ ਇਕੱਠ 'ਚ ਬੈਠ 5 ਬੰਦਿਆਂ ਨੂੰ ਖਰੀਦਿਆ ਵੀ ਜਾ ਸਕਦਾ, 5 ਬੰਦਿਆਂ ਨੂੰ ਡਰਾਇਆ ਵੀ ਜਾ ਸਕਦਾ। ਸਮੁੱਚੀ ਸੰਗਤ ਨੂੰ ਨਾ ਖਰੀਦਿਆ ਜਾ ਸਕਦਾ ਤੇ ਨਾ ਡਰਾਇਆ ਜਾ ਸਕਦਾ। ਇਹ ਉਹਦੀ ਸਟਰੈਂਥ ਹੈ, ਆਪਣੇ ਆਪ ਦੇ ਵਿੱਚ ਹੀ ਇੱਕ ਸਟਰੈਂਥ ਹੈ। ਸਾਨੂੰ ਕਾਨੂੰਨ ਨੇ ਮੌਕਾ ਦਿੱਤਾ ਹੈ, ਵਿਰਸਾ ਸਾਡੇ ਕੋਲ ਪਹਿਲਾਂ ਹੀ ਉਹੋ ਜਿਹਾ ਹੈਗਾ ਹੈ। ਤੇ ਆਹ ਸੁਈਸਾਈਡ ਮੈਨੂੰ ਲੱਗਦਾ ਸੀ ਤਾਂ ਰੁਕ ਸਕਦੇ, ਬੜਾ ਕੋਈ ਬੜੀ ਗੱਲ ਨਹੀਂ ਹੈ। ਮੈਂ ਬੜੀ ਵਾਰ ਇਹ ਵੀ ਕਿਹਾ ਕਿ ਕਾਰਸੇਵਾ ਵਾਲੇ ਬਾਬਿਆਂ ਨੂੰ ਵੀ ਆਪਾਂ ਰਿਕੁਐਸਟ ਕਰ ਸਕਦੇ ਹਾਂ ਕਿ ਤੁਹਾਨੂੰ ਅਸੀਂ 2 ਸਾਲ ਨਹੀਂ ਦਿੰਦੇ ਅਨਾਜ, ਜਿਹੜੀਆਂ ਬੋਰੀਆਂ ਲੈ ਕੇ ਆਉਂਦੇ ਹੋ, ਹਰ ਪਿੰਡ ਆਪਣਾ ਫੰਡ ਜਨਰੇਟ ਕਰੂਗਾ ਉਹਨਾਂ ਦੇ ਨਾਲ, ਉਹ ਕਣਕ ਤੇ ਉਹਦੇ ਨਾਲ ਜਿੰਨਾ ਤੁਸੀਂ ਡੋਨੇਟ ਕਰਦੇ ਹੋ ਉਹਨੇ ਨਾਲ ਉਹ ਕਿਸੇ ਵੀ ਬੱਚੇ ਨੂੰ ਅਨਪੜ੍ਹ ਨਹੀਂ ਰਹਿਣ ਦੇਊਗਾ ਆਪਣੇ ਉਸ ਖਾਤੇ ਦੇ ਵਿੱਚੋਂ। ਤੇ ਕਿਸੇ ਦੀ ਸਿਹਤ ਸਹੂਲਤ, ਹਰ ਸਹੂਲਤ ਟੈਕਲ ਹੋ ਸਕਦੀ ਹੈ ਪਿੰਡ ਦੀ ਆਪਦੀ ਆਮਦਨ ਦੇ ਨਾਲ, ਆਪਣੇ ਦਸਵੰਧ ਦੇ ਨਾਲ। ਕਿਸੇ ਗਵਰਨਮੈਂਟ ਤੋਂ ਮੰਗਣ ਦੀ ਲੋੜ ਨਹੀਂ ਹੈ, ਕਿਸੇ ਅਫਸਰ ਦੇ ਸਾਹਮਣੇ ਜਾ ਕੇ ਗੱਲ ਕਰਨ ਦੀ ਲੋੜ ਨਹੀਂ। 15ਵਾਂ ਫਾਈਨਾਂਸ ਕਮਿਸ਼ਨ ਆਟੋਮੈਟਿਕਲੀ ਕਹਿੰਦਾ ਹੈ ਕਿ ਪਰ ਹੈਡ, ਪਰ ਬੰਦੇ ਦੇ ਤੌਰ ਤੇ 600 ਰੁਪਏ, 606 ਰੁਪਏ ਪਰ ਹੈਡ ਆਬਾਦੀ ਦੇ ਲਿਹਾਜ਼ ਨਾਲ ਹਰ ਪਿੰਡ ਦੇ ਖਾਤੇ 'ਚ ਜਾਣੇ ਨੇ। ਉਹਨਾਂ ਨੂੰ ਆਪਣੇ ਢੰਗ ਨਾਲ ਕਰ ਸਕਦਾ, ਜਿਵੇਂ ਵੀ ਮਰਜ਼ੀ ਖਰਚ ਕਰ ਸਕਦਾ। ਤੁਸੀਂ ਕਿਉਂ ਲੀਡਰਾਂ ਦੇ ਮਗਰ ਤੁਰੇ ਫਿਰੋ? ਜਦੋਂ ਗ੍ਰਾਮ ਸਭਾ ਬੈਠਣ ਸ਼ੁਰੂ ਕਰੇਗੀ, ਇਹਦੇ ਤੋਂ ਗੁਰੂ ਨਾਨਕ ਸਾਹਿਬ ਦਾ ਉਹ ਸਿਧਾਂਤ ਇੰਪਲੀਮੈਂਟ ਹੁੰਦਾ ਹੈ, ਜਬ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕੁਛ ਕਹੀਏ। ਉਹ ਸੰਵਾਦ ਸਟਾਰਟ ਹੁੰਦਾ ਹੈ, ਉਹ ਸੰਗਤ ਬੈਠਣਾ ਸ਼ੁਰੂ ਕਰੂਗੀ। ਜਦੋਂ ਬੈਠਣਾ ਸ਼ੁਰੂ ਕਰੂਗੀ ਤਾਂ ਉਹ ਸਿਆਣਪ ਦਾ ਇੱਕ ਮੁਜੱਸਮਾ ਬਣੂਗੀ। ਜਦੋਂ ਉਹਦੇ ਚੋਂ ਫੈਸਲੇ ਆਉਣੇ ਸ਼ੁਰੂ ਹੋਣਗੇ ਤਾਂ ਪਿੰਡ ਦੀ ਪਾਰਲੀਮੈਂਟ ਤੇ ਦੇਸ਼ ਦੀ ਪਾਰਲੀਮੈਂਟ ਉਹ ਕੱਲੀ ਹੈ। ਦੇਸ਼ 'ਚ ਲੱਖਾਂ ਗ੍ਰਾਮ ਸਭਾਵਾਂ ਨੇ, ਇਹ ਦੋਨਾਂ ਦਾ ਜਦੋਂ ਕਦੇ ਟਕਰਾਅ ਵੀ ਆਉਂਦਾ ਤਾਂ ਪਿੰਡ ਦੀ ਪਾਰਲੀਮੈਂਟ ਉਹਨੂੰ ਚੈਲੰਜ ਕਰ ਸਕਦੀ ਹੈ ਕਿਸੇ ਵੀ ਰੂਪ ਦੇ ਵਿੱਚ ਵੱਡੀ, ਕਿਉਂਕਿ ਆਫਟਰ ਆਲ ਉਹ ਪਾਰਲੀਮੈਂਟ ਇਹ ਚੋਂ ਜਨਮ ਲੈਂਦੀ ਹੈ, ਉਹਦੇ ਚੋਂ ਜਨਮ ਨਹੀਂ ਲੈਂਦੀ। ਜਦੋਂ ਵੀ ਕੋਈ ਗੱਲ ਆਉਣੀ ਹੈ ਉਸ ਪੱਧਰ ਦੇ ਉੱਤੇ, ਉਹਦੇ ਕਰਕੇ ਗ੍ਰਾਮ ਸਭਾ ਦਾ ਪੋਲੀਟੀਕਲ ਮਹੱਤਵ ਬਹੁਤ ਵੱਡਾ ਹੈ, ਇਨਸਾਨੀ ਮਹੱਤਵ ਬਹੁਤ ਵੱਡਾ ਹੈ। ਇਹ ਧੜੇਬੰਦੀਆਂ ਨੂੰ ਖਤਮ ਕਰੇਗੀ, ਪਿੰਡ ਦਿਆਂ ਨੂੰ, ਪਾਰਟੀਬਾਜੀ ਦੇ ਉਸ ਜਿਹੜਾ ਉਹਨਾਂ ਨੂੰ ਕੇਵਲ ਵੋਟ ਦੇ ਬੈਂਕ ਦੇ ਨਾਲ ਲਾਇਆ ਹੋਇਆ ਕਿ ਇੱਧਰ ਚਲੇ ਜਾਓ ਉੱਧਰ ਚਲੇ ਜਾਓ, ਇਹ ਨਵੀਂ ਲੀਡਰਸ਼ਿਪ ਇਮਰਜ ਕਰੇ, ਉਹਦੇ ਚੋਂ ਸਿਆਣੇ ਮਨੁੱਖ ਪੈਦਾ ਹੋਣਗੇ। ਜਦੋਂ ਨਵੀਂ ਲੀਡਰਸ਼ਿਪ ਪੈਦਾ ਹੋਊਗੀ, ਜੇ ਸਰਪੰਚਾਂ ਨੂੰ ਇਹ ਸਮਝ ਆ ਜੇ, ਅਜੇ ਪਰਸੋਂ ਦੀ ਖਬਰ ਹੈ, ਜੇ ਤੁਹਾਡੇ ਕੋਲ ਪਹੁੰਚੀ ਹੋਣੀ ਆ ਉਸ ਰਾਤ, ਘਰਾਚੋਂ ਪਿੰਡ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ, ਉੱਥੇ ਮਿਨਿਸਟਰ ਐਜੂਕੇਸ਼ਨ ਮਿਨਿਸਟਰ ਹੈ ਤੇ ਉਹਦੇ ਕੋਲ PWD ਡਿਪਾਰਟਮੈਂਟ ਵੀ ਹੈ, ਜਿਹੜਾ ਸਿੰਗਲ ਆ। ਉਹਨੇ ਆਪਣੇ ਰਿਸ਼ਤੇਦਾਰ ਨੂੰ ਇੱਕ ਪ੍ਰਾਈਵੇਟ ਮੈਡੀਕਲ ਕਾਲਜ ਖੋਲਣ ਦੇ ਵਾਸਤੇ 23 ਏਕੜ ਜ਼ਮੀਨ ਘਰਾਚੋਂ ਪਿੰਡ ਦੀ ਸਾਮਲਾ ਲਿਖਵਾ ਲਈ ਪੰਚਾਇਤ। ਪਰ ਇਸ ਕਿਸਾਨ ਅੰਦੋਲਨ ਦੇ ਦੌਰਾਨ ਹੀ ਲੋਕਾਂ ਨੂੰ ਪਤਾ ਲੱਗਿਆ ਕਿ ਆਪਾਂ ਗ੍ਰਾਮ ਸਭਾ ਦਾ ਮਤਾ ਕਿਸਾਨਾਂ ਦੇ ਹੱਕ 'ਚ ਤਾਂ ਪਾ ਹੀ ਰਹੇ, ਆਪਣੇ ਪਿੰਡ ਦਾ ਵੀ ਪਾ ਦਿੰਦੇ ਆ। ਉਹ ਪਿੰਡ ਦਾ ਮਤਾ ਵੀ ਗ੍ਰਾਮ ਸਭਾ ਨੇ ਪਾਤਾ ਕਿ ਸਾਡੀ ਜ਼ਮੀਨ ਗਲਤ ਲਈ ਜਾ ਰਹੀ ਹੈ, ਵਾਪਸ ਹੋਣੀ ਚਾਹੀਦੀ ਹੈ। ਪਰਸੋਂ ਹਾਈ ਕੋਰਟ ਨੇ ਉਹ ਰੱਦ ਕਰਤਾ ਗਵਰਨਮੈਂਟ ਦਾ ਡਿਸੀਜਨ, ਗ੍ਰਾਮ ਸਭਾ ਦੇ ਉਲਟ ਨਹੀਂ ਜਾ ਸਕਦਾ ਕੋਈ ਵੀ ਪੰਚਾਇਤ, ਜਿੰਨਾ ਮਰਜੀ ਪੰਚਾਇਤ ਧੜੇਬਾਜ਼ ਹੋ ਸਕਦੀ ਹੈ, ਗ੍ਰਾਮ ਸਭਾ ਧੜੇਬਾਜ਼ ਨਹੀਂ ਹੋ ਸਕਦੀ। ਗ੍ਰਾਮ ਸਭਾ ਸਮੁੱਚੀ ਸੰਗਤ ਹੈ। ਉਹਦੇ ਚੋਂ ਮੈਨੂੰ ਇਹ ਲੱਗਦਾ ਕਿ ਗ੍ਰਾਮ ਸਭਾ ਬਹੁਤ ਜ਼ਰੂਰੀ ਚੀਜ਼ ਹੈ, ਬੁਨਿਆਦ ਹੈ ਸਾਡੇ ਦੁਬਾਰਾ ਖੜੇ ਹੋਣ ਦੀ, ਪੰਜਾਬੀ ਇੱਕ ਸੱਭਿਆਚਾਰ ਦੇ, ਭਾਈਚਾਰੇ ਦੇ, ਇਕੱਠ ਦੇ, ਪਲੱਸ ਸਿਆਸੀ ਤੌਰ ਤੇ ਸਾਡੀ ਉਸ ਉਗਤ ਦੇ ਜਿਹੜੀ ਅੱਗੇ ਜਾਂਦੀ ਹੈ। ਮੰਨ ਲਓ ਜੇ ਧੜੇਬੰਦੀ ਤੋਂ ਬਿਨਾਂ ਅਸੀਂ ਗ੍ਰਾਮ ਸਭਾਵਾਂ ਕਰ ਲਈ, ਪਿੰਡ ਦੀ ਪੰਚਾਇਤ ਧੜਾ ਤੋਂ ਮੁਕਤ ਹੋ ਗਈ,
ਬਲਾਕ ਸੰਮਤੀ ਚੁਣੀ ਜਾਣੀ ਕੋਈ ਬੜੀ ਗੱਲ ਨਹੀਂ, 2-2 3-3 ਪਿੰਡਾਂ ਦੀ 3 ਪਿੰਡ ਸਹਿਮਤੀ ਕਰਕੇ ਆਪਣਾ ਨੁਮਾਇੰਦਾ ਚੁਣ ਸਕਦੇ, ਤੇ ਉਸ ਤੋਂ ਬਾਅਦ 10-10 ਪਿੰਡਾਂ ਦਾ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਹੈ। ਜੇ ਉਹਨਾਂ ਨੂੰ ਇਹ ਜਾਂਚ ਆ ਗਈ ਕਿ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਕਿਵੇਂ ਚੁਣਨੀ ਹੈ, ਤਾਂ ਆਟੋਮੈਟਿਕਲੀ ਜਾਂਚ ਐਮਐਲਏ ਐਮਪੀ ਚੁਣਨ ਦੀ ਵੀ ਆ ਗਈ, ਕੋਈ ਬਹੁਤ ਬੜੀ ਗੱਲ ਨਹੀਂ ਹੈ, ਤੇ ਉਹ ਆਪਣੇ ਆਪ ਬਦਲ ਜਾਣ। ਇਹ ਬੇਸਿਕ ਬੁਨਿਆਦੀ ਤਬਦੀਲੀ ਹੈ, ਪਰ ਲੋਕਾਂ ਤੱਕ ਪਹਿਲਾਂ ਜਾਣ ਦਾ ਸਵਾਲ ਹੈ। ਇੱਕ ਵੀ ਸਿਆਸੀ ਪਾਰਟੀ ਦਾ ਏਜੰਡਾ ਨਹੀਂ ਅਜੇ ਤੱਕ, ਇੱਕ ਵੀ ਸੋਸ਼ਲ ਆਰਗੇਨਾਈਜੇਸ਼ਨ ਦਾ ਮੈਨੂੰ ਤਾਂ ਇਹ ਵੀ ਨਜ਼ਰ ਨਹੀਂ ਆਉਂਦਾ ਕਿ ਕਿਸਾਨ ਜਥੇਬੰਦੀਆਂ ਦਾ, ਮਜ਼ਦੂਰ ਜਥੇਬੰਦੀਆਂ ਦਾ, ਧਾਰਮਿਕ ਜਥੇਬੰਦੀਆਂ ਦਾ ਇਹ ਕਿਉਂ ਏਜੰਡਾ ਨਹੀਂ, ਜਿਨ੍ਹਾਂ ਦਾ ਵੋਟ ਸਿਆਸੀ ਪਾਰਟੀ ਦਾ ਤਾਂ ਸਵਾਰਥ ਹੋ ਸਕਦਾ ਵੀ ਜੇ ਲੋਕਾਂ ਨੂੰ ਪਤਾ ਲੱਗ ਗਿਆ। ਇਹ ਤਾਂ ਗੁਰਦੁਆਰਿਆਂ ਤੋਂ ਲੈ ਕੇ ਹਰ ਪ੍ਰਚਾਰਕ ਦਾ ਏਜੰਡਾ ਹੋਣਾ ਚਾਹੀਦਾ ਕਿ ਲੋਕਾਂ ਨੂੰ ਉਹਦਾ ਪਤਾ ਤਾਂ ਲੱਗੇ, ਉਸ ਤੋਂ ਬਾਅਦ ਉਹ ਕੀ ਕਰਨਾ ਚਾਹੁੰਦੇ ਨੇ ਉਹਨਾਂ ਤੇ ਛੱਡ ਦੇ। ਇਸ ਲਈ ਮੈਂ ਗ੍ਰਾਮ ਸਭਾ ਤੇ ਜ਼ਿਆਦਾ ਫੋਕਸ ਲਗਾਤਾਰ ਕਰ ਰਿਹਾ ਵੀ ਇਹਦੀ ਲੋੜ ਹੈ ਬਹੁਤ ਜ਼ਿਆਦਾ ਪੰਜਾਬ 'ਚ। ਹਾਂਜੀ ਭਾਈ ਸਾਹਿਬ, ਤੁਹਾਡੇ ਪਿਛਲੇ ਹੀ ਮਹੀਨੇ ਕੁਝ ਐਡੀਟੋਰੀਅਲ ਪਬਲਿਸ਼ ਹੋਏ ਸੀਗੇ ਦ ਟ੍ਰਿਬਿਊਨ ਦੇ ਵਿੱਚ, ਤੇ ਜਿਨ੍ਹਾਂ ਦਾ ਕੇਂਦਰੀ ਭਾਵ ਸੀਗਾ ਸੈਂਟਰਲਾਈਜੇਸ਼ਨ ਇਨ ਇੰਡੀਆ ਐਂਡ ਫੈਡਰਲਿਜ਼ਮ ਦੀ ਜ਼ਰੂਰਤ ਕਿਉਂ ਆ, ਜਾਂ ਫੈਡਰਲਿਜ਼ਮ ਕਿਉਂ ਇੰਪੋਰਟੈਂਟ ਆ। ਤਾਂ ਤੁਸੀਂ ਥੋੜਾ ਕੁ ਐਕਸਪਲਾਈਨ ਕਰ ਸਕਦੇ ਹੋ ਸਾਨੂੰ ਕਿ ਜਿਹੜੀ ਸੈਂਟਰਲਾਈਜੇਸ਼ਨ ਆ ਇਹ ਵੱਧ ਕਿਉਂ ਰਹੀ ਆ ਇੰਡੀਆ ਦੇ ਵਿੱਚ, ਜਿਹੜੇ ਪੰਜਾਬ ਦੇ ਜਾਂ ਹੋਰ ਸੂਬਿਆਂ ਦੇ ਹੱਕ ਨੇ ਉਹ ਸਿਰਫ ਸੈਂਟਰ ਕੋਲ ਹੀ ਕਿਉਂ ਜਾ ਰਹੇ ਨੇ, ਤੇ ਡੀਸੈਂਟਰਲਾਈਜੇਸ਼ਨ ਕਾਹਤੋਂ ਇੰਪੋਰਟੈਂਟ ਆ ਅੱਜ ਦੇ ਸਮੇਂ ਦੇ ਵਿੱਚ? ਹਾਂ, ਮੈਨੂੰ ਲੱਗਦਾ ਕਿ ਇਹ ਦੋ ਕਨਸੈਪਟ ਨੇ, ਫੈਡਰਲਿਜ਼ਮ ਤੇ ਡੀਸੈਂਟਰਲਾਈਜੇਸ਼ਨ ਦਾ। ਜਿਹੜਾ ਡੀਸੈਂਟਰਲਾਈਜੇਸ਼ਨ ਦਾ ਮੈਨੂੰ ਲੱਗਦਾ ਮਤਲਬ ਹੈ ਐਮਪਾਵਰਮੈਂਟ ਆਫ ਪੀਪਲ, ਫੈਡਰਲਿਜ਼ਮ ਦਾ ਮਤਲਬ ਹੈ ਸਟਰਕਚਰਲ ਪਾਵਰ ਸਟੇਟ ਨੂੰ, ਫਿਰ ਅੱਗੇ ਬਾਕੀ ਦੇ ਵਿੱਚ ਡਿਵੀਜ਼ਨ, ਸੈਂਟਰ ਤੇ ਸਟੇਟ ਦੇ ਵਿੱਚ ਜੋ ਡਿਵੀਜ਼ਨ ਆਉਂਦੀ ਹੈ। ਉਹ ਦੋਨਾਂ ਦੇ ਵਿੱਚ ਇਹ ਹੈ ਕਿ ਥਰੂ ਆਊਟ ਵਰਲਡ ਇਹ ਕੋਈ ਇੱਕ ਦਾ ਸਵਾਲ ਨਹੀਂ, ਜਿੰਨੇ ਵੀ ਸਕਾਲਰ ਨੇ ਸਾਰੇ ਮੰਨਦੇ ਨੇ ਕਿ ਜਿੰਨੀ ਪਾਵਰ ਨੀਚੇ ਹੋਏਗੀ, ਜਿੰਨੀ ਪਾਵਰ ਵੱਖ-ਵੱਖ ਟਾਈਪ ਦੇ ਤਬਕਿਆਂ ਦੇ ਕੋਲ ਜ਼ਿਆਦਾ ਹੋਏਗੀ, ਉਹ ਦੇਸ਼ ਸਟੇਬਲ ਵੀ ਰਹਿੰਦੇ ਨੇ ਤੇ ਉੱਥੇ ਤਰੱਕੀ ਵੀ ਜ਼ਿਆਦਾ ਹੁੰਦੀ ਹੈ, ਲੋਕਾਂ ਦੀ ਸੈਟੀਸਫੈਕਸ਼ਨ ਵੀ ਜ਼ਿਆਦਾ ਹੁੰਦੀ ਹੈ। ਤਾਂ ਭਾਰਤ ਵਰਗਾ ਦੇਸ਼ ਤਾਂ ਵੰਨ-ਸੁਵੰਨਾ ਦੇਸ਼ ਹੈ, ਜਿੱਥੇ 7000 ਬੋਲੀ ਜਾਂਦੀ ਹੋਵੇ, 22 ਬੋਲੀਆਂ ਤਾਂ ਸੰਵਿਧਾਨਕ ਤੌਰ ਤੇ ਰਿਕੋਗਨਾਈਜ਼ਡ ਬੋਲੀਆਂ ਨੇ, ਜਿੱਥੇ ਵੱਖ-ਵੱਖ ਧਰਮ ਹੋਣ, ਵੱਖ-ਵੱਖ ਸੱਭਿਆਚਾਰ ਹੋਣ, ਵੱਖ-ਵੱਖ ਪਰੰਪਰਾਵਾਂ ਹੋਣ, ਉੱਥੇ ਸੈਂਟਰਲਾਈਜੇਸ਼ਨ ਤੋਂ ਖਤਰਨਾਕ ਰੁਝਾਨ ਕੋਈ ਨਹੀਂ ਹੋ ਸਕਦਾ ਕਿਸੇ ਵੀ ਰੂਪ ਦੇ ਵਿੱਚ। ਇਹ ਗੱਲ ਨੂੰ ਐਕਸੈਪਟ ਅੱਜ ਨਹੀਂ ਕੀਤਾ ਗਿਆ, ਜਦੋਂ ਕਨਸਟੀਟਿਊਸ਼ਨ ਬਣ ਰਿਹਾ ਸੀ ਉਦੋਂ ਤੋਂ ਵੀ ਕੀਤਾ ਗਿਆ। ਮੈਂ ਇਸ ਲਈ ਗੱਲ ਕਰ ਰਿਹਾ ਕਿ ਜਦੋਂ ਦੇਸ਼ ਨੇ ਕਿਵੇਂ ਬਣਨਾ ਹੈ 47 ਤੋਂ ਬਾਅਦ, ਇਹਦੀ ਡਿਬੇਟ ਚੱਲੀ, ਤਾਂ ਬ੍ਰਿਟਿਸ਼ਰ ਜਿਨ੍ਹਾਂ ਨੂੰ ਇਹ ਕਿਹਾ ਜਾ ਰਿਹਾ ਕਿ ਉਹ ਪਾੜੋ ਤੇ ਰਾਜ ਕਰੋ ਦੀ ਨੀਤੀ ਤੇ ਚੱਲਦੇ ਸੀ, ਉਹ ਸਾਡੇ ਦੇਸ਼ ਨੂੰ ਵੰਡ ਗਏ। ਉਹਨਾਂ ਨੇ ਆਖਰੀ ਮੌਕੇ ਇੱਕ ਐਫਰਟ ਕੀਤਾ ਸੀ, ਕੈਬਨਿਟ ਮਿਸ਼ਨ ਯੋਜਨਾ ਆਈ, ਜਿਹੜੀ ਕੈਬਨਿਟ ਮਿਸ਼ਨ ਯੋਜਨਾ ਦੇ ਤਹਿਤ ਇਹ ਸਭ ਦੇ ਸਾਹਮਣੇ ਪ੍ਰਪੋਜ਼ਲ ਰੱਖੀ ਕਿ ਇਸ ਦੇਸ਼ ਨੂੰ ਟੋਟਲੀ ਫੈਡਰਲ ਬਣਾ ਦਿਓ, ਜਾਂ ਕੁਝ ਮਾਮਲਿਆਂ 'ਚ ਕਨਫੈਡਰਲ ਵੀ ਬਣਾ ਦਿਓ, ਜਿੱਥੇ ਖਾਸ ਤੌਰ ਤੇ ਉਹ ਸਟੇਟਾਂ ਜਿੱਥੇ ਧਾਰਮਿਕ ਘੱਟ ਗਿਣਤੀਆਂ ਬਹੁ ਗਿਣਤੀ ਦੇ ਵਿੱਚ ਨੇ, ਤਾਂ ਕਿ ਉਹਨੂੰ ਇਹ ਤਸੱਲੀ ਦੇਣ ਦੇ ਵਾਸਤੇ ਕਿ ਤੁਹਾਡੀ ਪਛਾਣ ਨੂੰ, ਤੁਹਾਡੀ ਤਰੱਕੀ ਨੂੰ ਕੋਈ ਖਤਰਾ ਨਹੀਂ ਹੈ। ਉਦੋਂ ਜ਼ਿਆਦਾਤਰ ਸਟੇਟਾਂ ਮੁਸਲਿਮ ਡੋਮੀਨੇਟਡ ਜਿਹੜੀਆਂ ਸੀ, ਉਹਨਾਂ ਦਾ ਸਵਾਲ ਜ਼ਿਆਦਾ ਉੱਭਰਿਆ ਸੀ ਉਸ ਸਮੇਂ ਦੇ ਵਿੱਚ, ਤਾਂ ਦੇਸ਼ ਇੱਕ ਰੱਖਿਆ ਜਾ ਸਕਦਾ। ਉੱਥੇ ਦਸਤਖਤ ਹੋਏ, ਜਵਾਹਰ ਲਾਲ ਨਹਿਰੂ ਦੇ ਵੀ ਹੋਏ, ਮੁਹੰਮਦ ਅਲੀ ਜਿਨਾਹ ਦੇ ਵੀ। ਇਹਦੇ ਚੋਂ ਸਾਰੀ ਵਿਆਖਿਆ ਬਿਆਨ ਕਰਦਾ ਜਿਹੜਾ ਸਾਡਾ ਮੌਲਾਨਾ ਅਬਦੁਲ ਕਲਾਮ, ਉਹ ਜਿਹੜਾ ਸਾਡੇ ਦੇਸ਼ ਦਾ ਪਹਿਲਾ ਹਿਊਮਨ ਰਿਸੋਰਸਜ਼ ਮਿਨਿਸਟਰ ਰਿਹਾ, ਸਿੱਖਿਆ ਦਾ ਮੰਤਰੀ ਰਿਹਾ, ਉਹਨੇ ਇੱਕ ਕਿਤਾਬ ਲਿਖੀ ਇੰਡੀਆ ਬੀਇੰਗ ਫਰੀडम। ਉਹ ਉਦੋਂ ਕਾਂਗਰਸ ਦਾ 8 ਸਾਲ ਪ੍ਰਧਾਨ ਰਿਹਾ, ਨਹਿਰੂ ਤੋਂ ਪਹਿਲਾਂ ਲਗਾਤਾਰ, ਤੇ ਉਹਦੀ ਅਗਵਾਈ 'ਚ ਨਾਮ ਮਿਲਵਰਤਨ ਅੰਦੋਲਨ ਜਾਂ ਸਾਰੇ, ਉਹਦੀ ਜਿਹੜੀ ਕਿਤਾਬ ਉਹਨੇ ਕਿਹਾ ਸੀ ਮਰਨ ਤੋਂ ਬਾਅਦ ਛਾਪੀ ਜਾਣੀ ਚਾਹੀਦੀ ਹੈ। ਉਹ ਐਡਾ ਵੱਡਾ ਖੁਲਾਸਾ ਕਰਦੀ ਹੈ, ਜਿਹੜਾ ਹਿਸਟਰੀ ਅੱਜ ਤੱਕ ਪੜ੍ਹਾਈ ਜਾਂਦੀ ਹੈ ਉਹਨੂੰ ਟੋਟਲ ਪਲਟ ਦਿੰਦੀ ਹੈ ਕਿ ਸਾਡੇ ਨਾਲ ਹੋਇਆ ਕਿਵੇਂ ਹੈ, ਜਾਂ ਦੇਸ਼ ਦੀ ਡਿਵੀਜ਼ਨ ਜਾਂ ਬਾਕੀ ਚੀਜ਼ਾਂ ਕਿਵੇਂ ਹੋਈਆਂ। ਉਸ ਦੇ ਸਾਰੇ ਧਿਆਨ ਦੇ ਮੁਤਾਬਕ ਫਿਰ ਇਹ ਬਣ ਗਿਆ, ਮੈਨੂੰ ਲੱਗਦਾ ਹੈ ਕਿ ਉਹ ਫੈਡਰਲ ਤਾਂ ਨਹੀਂ ਹੋਇਆ, ਦੇਸ਼ ਤਾਂ ਟੁੱਟ ਗਿਆ। ਬਾਕੀ ਵੀ ਜਿਹੜੇ ਮਿਨੋਰਟੀਜ਼ ਨਾਲ ਵਾਅਦੇ ਹੋਏ ਤੇ ਉਹ ਕੰਪਲੀਟ ਨਹੀਂ ਹੋਏ। ਇਸੇ ਕਰਕੇ ਕਨਸਟੀਟਿਊਸ਼ਨ 1950 'ਚ ਲਾਗੂ ਹੁੰਦਾ, ਉਦੋਂ ਪਹਿਲਾਂ 3 ਲੀਡਰ ਗ੍ਰਿਫਤਾਰ ਹੁੰਦੇ ਨੇ। ਉਹ ਤਿੰਨੇ ਲੀਡਰ ਮਿਨੋਰਟੀਜ਼ ਦੇ, ਇੱਕ ਮਾਸਟਰ ਤਾਰਾ ਸਿੰਘ, ਇੱਕ ਮੁਹੰਮਦ ਸ਼ੇਖ ਅਬਦੁੱਲਾ, ਇੱਕ ਲਾਲ ਡੇਂਗ। ਜੇ ਉਹਨਾਂ ਨੂੰ ਕੋਈ ਡਿਸਸੈਟੀਸਫੈਕਸ਼ਨ ਸੀ, ਜਿਹੜੀ ਮਿਨੋਰਟੀਜ਼ ਦੀ ਸਬ ਕਮੇਟੀ ਬਣੀ ਕਨਸਟੀਟਿਊਸ਼ਨ ਦੇ ਵੇਲੇ, ਜੇ ਉਹਦੇ ਤੇ ਸਭ ਦਾ ਸਿਗਨੇਚਰ ਨਹੀਂ ਹੋਇਆ ਤਾਂ ਉਹਨਾਂ ਨੂੰ ਭਰੋਸੇ 'ਚ ਲੈਣਾ ਬੜੀ ਜ਼ਰੂਰੀ ਚੀਜ਼ ਹੁੰਦੀ। ਤੁਸੀਂ ਦੇਸ਼ ਸਹਿਮਤੀ ਨਾਲ ਚਲਾਉਣੇ ਹੁੰਦੇ ਨੇ, ਦੇਸ਼ ਨੂੰ ਉਸ ਤਰੀਕੇ ਨਾਲ ਨਹੀਂ ਚਲਾਉਣਾ। ਪਰ ਹੁਣ ਜਿਵੇਂ ਜਿਵੇਂ ਉਦੋਂ ਬਾਅਦ ਅੱਗੇ ਵੱਧਦੀ ਗਈ ਗੱਲ, ਉਸ ਤੋਂ ਬਾਅਦ ਕਿੰਨੀਆਂ ਮੂਵਮੈਂਟਾਂ ਆਈਆਂ, ਨੁਕਸਾਨ ਵੀ ਹੋਏ। ਦੇਸ਼ਾਂ ਦੇ ਵਿੱਚ ਜਿਹੜੀ ਮੈਜੋਰਿਟੀ ਹੁੰਦੀ ਆ ਉਹ ਕਈ ਵਾਰ ਇਹ ਸਮਝਦੀ ਆ ਕਿ ਐਡੇ ਵੱਡੇ ਨੁਕਸਾਨ, ਇੰਨਾ ਜਾਨੀ ਕੋਈ ਫਰਕ ਨਹੀਂ ਪੈਂਦਾ, ਚਲੋ ਜੀ ਚੱਲਦਾ ਕੰਮ ਇਸੇ ਤਰੀਕੇ ਨਾਲ ਚੱਲ ਜਾਂਦਾ। ਮੈਂ ਤਾਂ ਦੁਨੀਆ ਪੱਧਰ ਤੇ ਤੁਸੀਂ ਦੇਖੋ ਮੂਵਮੈਂਟਾਂ ਦਾ ਹਾਲ ਕੀ ਕੀਤਾ, ਜਿਵੇਂ
ਲੰਕਾ ਦੇ ਵਿੱਚ ਲਿਟੇ ਕਾਰਡਨ ਕਰਕੇ ਬੰਬਾਰੀ ਕਰਕੇ ਮਾਰੀ ਹੈ। ਦੁਨੀਆ ਦੇ ਵਿੱਚ ਕੋਈ ਨਹੀਂ ਬੋਲਿਆ। ਵੱਡੀਆਂ ਸਟੇਟਾਂ ਦੇ ਵਿੱਚੋਂ ਕੋਈ ਸਟੇਟ ਨੇ ਵੀ ਬਹੁਤ ਜ਼ਿਆਦਾ ਕੋਈ ਗੱਲ ਨਹੀਂ ਕੀਤੀ ਕਿਤੇ ਵੀ। ਜੰਮੂ ਕਸ਼ਮੀਰ ਤੋੜਤਾ, ਯੂਨੀਅਨ ਟੈਰੀਟਰੀ ਦੇ ਵਿੱਚ ਵੰਡਤਾ। ਦੁਨੀਆ ਦੇ ਵਿੱਚੋਂ ਕੋਈ ਕੀ ਆਵਾਜ਼ ਉੱਠੀ ਜਾਂ ਦੇਸ਼ ਦੇ ਵਿੱਚੋਂ ਕਿਤੇ ਉਸ ਲੈਵਲ ਦੀ, ਕਿਉਂਕਿ ਮਾਹੌਲ ਓਵਰਆਲ ਮੈਨੂੰ ਤਾਂ ਇਹ ਲੱਗਦਾ ਕਿ ਸੈਂਟਰਲਾਈਜੇਸ਼ਨ ਦੇ ਫੇਵਰ ਬਣਦਾ ਜਾ ਰਿਹਾ ਜੀ, ਕਿਉਂਕਿ ਕਾਰਪੋਰੇਟ ਮਾਡਲ ਚਾਹੁੰਦਾ ਸੈਂਟਰਲਾਈਜੇਸ਼ਨ। ਉਹਨੇ ਜੋ ਵੀ ਚੀਜ਼ਾਂ ਕਰਨੀਆਂ ਨੇ, ਜਿਹੜੀ ਨੋਮੀ ਕਲੇਨ ਦੀ ਉਹ ਕਿਤਾਬ ਹੈ ਦਾ ਸ਼ੌਕ ਡਾਕਟਰਾਈਨ, ਉਹ ਇਹ ਕਹਿੰਦੇ ਕਿ ਜਦੋਂ ਲੋਕਾਂ ਨੂੰ ਸਦਮਾ ਦਿੰਦੇ ਹੋ ਉਦੋਂ ਬਾਅਦ ਤੁਸੀਂ ਪਾਲਿਸੀ ਇੰਪਲੀਮੈਂਟ ਕਰ ਲਓ, ਲੋਕ ਸਰੈਂਡਰ ਕਰ ਜਾਂਦੇ ਨੇ, ਤੁਹਾਡੀ ਪਾਲਿਸੀ ਤੇ ਕੋਈ ਚੈਲੰਜ ਨਹੀਂ ਕਰਦੇ। ਤੇ ਉਹ ਪਾਲਿਸੀ ਜਿਹੜੀਆਂ ਕਾਰਪੋਰੇਟ ਦੀਆਂ ਆ ਰਹੀਆਂ ਨੇ ਉਸ ਪੱਧਰ ਦੇ ਉੱਤੇ ਥਰੂ ਆਊਟ ਵਰਲਡ, ਜਿਹੜੀਆਂ ਸਾਰੇ ਮਨੁੱਖਤਾ ਦੇ ਲਈ ਘਾਤਕ ਨੇ ਤੇ এনवायरमेंट ਲਈ ਵੀ ਘਾਤਕ ਨੇ, ਇਹ ਉਹਨੂੰ ਚਾਹੀਦਾ ਕਿ ਇੱਕ ਪੈਨ ਤੋਂ ਦੇ ਨਾਲ ਫੈਸਲੇ ਕਰਾਉਣੇ ਸੌਖਾ। ਜਿੰਨੀ ਡਾਇਵਰਸਿਟੀ ਹੋਏਗੀ, ਜਿੰਨਾ ਹੇਠਾਂ ਤੱਕ ਪਾਵਰ ਡਿਸੈਂਟਰਲਾਈਜ਼ ਹੋਣਗੀਆਂ, ਉਨਾ ਮੁਸ਼ਕਲ ਹੈ ਉਹਨੇ ਲੋਕਾਂ ਨੂੰ ਮਨਾਉਣਾ, ਉਹਨੇ ਲੋਕਾਂ ਦੀ ਸਹਿਮਤੀ ਲੈਣਾ, ਤੇ ਉਹ ਸੌਖਾ ਰਸਤਾ ਭਾਲਦੇ ਨੇ। ਉਹਨੇ ਪਾਰਟੀਆਂ ਖਰੀਦ ਲੀਆਂ ਨੇ, ਅਸਲ ਦੇ ਵਿੱਚ ਪਾਰਟੀਆਂ ਹਾਈਜੈਕ ਹੋ ਗਈਆਂ ਨੇ। ਹੁਣ ਸਾਰੀ ਇਲੈਕਸ਼ਨ ਦੀ ਫੰਡਿੰਗ ਕਾਰਪੋਰੇਟ ਘਰਾਣੇ ਕਰਦੇ ਨੇ, ਆਮ ਲੋਕਾਂ ਤੋਂ ਦੂਰ ਹੋ ਗਿਆ ਕੰਮ। ਜਦੋਂ ਫੰਡਿੰਗ ਉਹ ਕਰਦੇ ਨੇ ਤਾਂ ਪਾਰਟੀਆਂ ਉਸ ਲੈਵਲ ਦੀ ਪਾਲਿਸੀ ਤੇ ਚਲੀਆਂ ਗਈਆਂ। ਉਸ ਪਾਲਿਸੀ ਚੋਂ ਸੈਂਟਰਲਾਈਜੇਸ਼ਨ ਨਿਕਲ ਰਿਹਾ। ਸੈਂਟਰਲਾਈਜੇਸ਼ਨ ਕੱਲੀ ਬੀਜੇਪੀ ਚੋਂ ਨਹੀਂ ਨਿਕਲ ਰਿਹਾ, ਕਾਂਗਰਸ ਵੀ ਉਸੇ ਪਾਸੇ ਸੀ, ਬਾਕੀ ਲੋਕ ਵੀ ਉਸੇ ਪਾਸੇ। ਜਿੰਨੀਆਂ ਸੋਧਾਂ ਹੋ ਰਹੀਆਂ ਨੇ ਕਨਸਟੀਟਿਊਸ਼ਨ ਦੇ ਵਿੱਚ, ਉਹਦੇ ਚੋਂ ਵੱਡੀਆਂ ਸੋਧਾਂ ਸਾਰੀਆਂ ਸੈਂਟਰਲਾਈਜੇਸ਼ਨ ਦੇ ਪੱਖ 'ਚ ਜਾ ਰਹੀਆਂ ਨੇ। ਕੋਈ ਇਹਦੇ 'ਚ ਮਾੜਾ ਮੋਟਾ ਕੋਈ ਵਿਰੋਧੀ ਧਿਰ ਹੁੰਦੀ ਹੈ, ਕਦੇ ਨਾ ਕਦੇ ਆਵਾਜ਼ ਉਠਾਉਂਦੀ ਹੈ, ਪਰ ਬਹੁਤ ਚਲਮੀ ਜੀ ਆਵਾਜ਼ ਉਠਾਉਂਦੀ ਹੈ। ਕਮਿਟਮੈਂਟ ਨਾਲ ਕੋਈ ਆਵਾਜ਼ ਨਹੀਂ ਹੁੰਦੀ ਕਿਸੇ ਵੀ ਮਾਮਲੇ ਦੇ। ਉਸੇ ਸੈਂਟਰਲਾਈਜੇਸ਼ਨ ਨੇ ਸਗੋਂ ਰੀਜਨਲ ਗਰੁੱਪ ਜਿਹੜੇ ਨੇ ਉਹਨਾਂ ਨੂੰ ਮਰਜ ਕਰ ਲਿਆ ਆਪਣੇ ਵਿੱਚ। ਭਾਰਤ ਦੇ ਵਿੱਚ ਜੇ ਖੇਤਰੀ ਪਾਰਟੀਆਂ ਦੀ ਗੱਲ ਕਰੀਏ, ਅੱਜ ਵੀ ਉਹ ਡੋਮੀਨੇਟ ਕਰਦੀਆਂ ਨੇ ਨੈਸ਼ਨਲ ਪਾਰਟੀਆਂ ਤੋਂ। ਚਾਹੇ ਉਹ ਤਾਮਿਲਨਾਡੂ ਦੀਆਂ ਪਾਰਟੀਆਂ ਨੇ, ਇੱਕ ਵੀ ਨੈਸ਼ਨਲ ਪਾਰਟੀ ਨਹੀਂ, ਟੋਟਲ ਰੀਜਨਲ ਪਾਰਟੀਆਂ ਨੇ। ਉਹ ਜੰਮੂ ਕਸ਼ਮੀਰ ਦੀਆਂ ਹੋਣ, ਈਵਨ ਬੰਗਾਲ ਦੇ ਵਿੱਚ ਮਮਤਾ ਬੈਨਰਜੀ 10 ਸਾਲਾਂ ਤੋਂ ਹੈ, ਕੋਈ ਉਹਦਾ ਉਸ ਲੈਵਲ ਦਾ ਸੈਟਅਪ ਸਾਰੇ ਕਿਤੇ ਨਹੀਂ ਹੈ। ਕਿੰਨੀਆਂ ਵੱਡੀਆਂ ਵੱਡੀਆਂ ਸਟੇਟਾਂ ਦੇ ਵਿੱਚ ਜਿਹੜੀਆਂ ਪਾਰਟੀਆਂ ਨੇ, ਤੇਲੰਗਾਨਾ ਦੇ ਵਿੱਚ ਹੈ TRC ਜਿਹੜੀ ਪਾਰਟੀ ਹੈ, ਤੇਲੰਗਾਨਾ ਰਾਸ਼ਟਰਵਾਦੀ ਸੰਮਤੀ ਜਿਹੜੀ ਆ, ਉਹ ਹੈ, ਉਹ ਵੀ ਰੀਜਨਲ ਇੱਕ ਗਰੁੱਪ ਹੈ। ਆਂਧਰਾ ਦੇ ਵਿੱਚ ਵੀ ਹੈ, ਜਿਹੜੀ ਆਂਧਰਾ ਦੀ ਕਾਂਗਰਸ ਪਾਰਟੀ ਹੈ, ਜਿਹੜੀ ਉਹ ਲੋਕਲ ਹੈ, ਅਲੱਗ ਹੈ ਦੂਜੀ ਕਾਂਗਰਸ ਤੋਂ। ਕਿੰਨੀਆਂ ਖੇਤਰੀ ਪਾਰਟੀਆਂ ਅੱਜ ਵੀ 33% ਤੋਂ ਵੱਧ ਸੱਤਾ 'ਚ ਨੇ, ਪਰ ਏਜੰਡੇ ਦੇ ਤੌਰ ਤੇ ਉਹ ਮਰਜ ਹੋ ਗਈਆਂ ਅਸਲ ਦੇ ਵਿੱਚ। ਦੇਖਣ ਨੂੰ ਓਰੀਜਨਲ ਪਾਰਟੀ। ਖਤਰਾ ਇਸ ਗੱਲ ਦੇ ਵਿੱਚ। ਇਸੇ ਕਰਕੇ ਉਹਦਾ ਕਾਰਨ ਇਹ ਹੈ ਕਿ ਜਦੋਂ ਕੁਦਰਤ ਦਾ ਇੱਕ ਨਿਯਮ ਹੈ, ਕੁਦਰਤ ਲੱਖਾਂ ਸਾਲਾਂ ਤੋਂ ਤਾਂ ਟਿਕਾਊ ਹੈ, ਤਾਂ ਸਸਟੇਨੇਬਲ ਹੈ, ਕਿਉਂਕਿ ਉਹ 'ਚ ਡਾਇਵਰਸਿਟੀ ਨੂੰ ਮਾਨਤਾ ਹੈ। ਉੱਥੇ ਹਰ ਛੋਟੀ ਚੀਜ਼ ਤੋਂ ਲੈ ਕੇ ਹਰ ਸਪੀਸੀ, ਛੋਟੀ ਤੋਂ ਵੱਡੀ ਤੱਕ, ਉਹਦੇ ਲਈ ਸਪੇਸ ਹੈ। ਕੋਈ ਵੀ ਚੀਜ਼ ਵਾਧੂ ਨਹੀਂ, ਉਹਨੂੰ ਇਹ ਨਹੀਂ ਅਹਿਸਾਸ ਕਰਾਇਆ ਜਾਂਦਾ ਕੋਈ ਚੀਜ਼ ਵਾਧੂ ਹੈ। ਜਦੋਂ ਬਲਿਹਾਰੀ ਕੁਦਰਤ ਵਸੀਏ ਦਾ ਕਨਸੈਪਟ ਚੱਲਦਾ ਤਾਂ ਕੁਦਰਤ ਚੋਂ ਸਮਾਜਿਕ ਰੌ ਰੀਤਾਂ, ਨੀਤੀ ਰਿਵਾਜ ਵੀ ਦੇਖਣੇ ਪੈਣਗੇ। ਕੁਦਰਤ ਦੀ ਡਿਮਾਂਡ ਹੈ ਸਸਟੇਨੇਬਲ ਢਾਂਚੇ ਦੀ ਡਿਮਾਂਡ ਹੈ ਫੈਡਰਲਿਜ਼ਮ, ਸਸਟੇਨੇਬਲ ਢਾਂਚੇ ਦੀ ਡਿਮਾਂਡ ਹੈ ਡੀਸੈਂਟਰਲਾਈਜੇਸ਼ਨ। ਉਹਦੇ ਤੋਂ ਦੂਰ ਜਾ ਰਿਹਾ ਮਨੁੱਖ। ਇਸੇ ਕਰਕੇ ਕ੍ਰਾਈਸਿਸ ਹੈ এনवायरमेंट ਦਾ, ਇਸੇ ਕਰਕੇ ਅਨਪਲਾਇਮੈਂਟ ਦਾ, ਇਸੇ ਕਰਕੇ ਸਾਰੇ ਜਿਹੜੇ ਸੰਕਟ ਚੱਲ ਰਹੀ ਹੈ ਦੁਨੀਆ, ਉਹਦੇ ਪਿੱਛੇ ਇਹ ਐਂਟੀ ਕੁਦਰਤ ਜਿਹੜਾ ਹੈ, ਨੇਚਰ ਐਂਡ ਮੈਨ ਦੇ ਖਿਲਾਫ ਜਿਹੜੀ ਅਪਰੋਚ ਹੈ, ਜਿਹੜਾ ਐਟੀਟਿਊਡ ਹੈ ਹੁਕਮਰਾਨ ਦਾ ਜਾਂ ਸਾਡੇ ਇੰਟੈਲੈਕਚੁਅਲ ਦਾ, ਉਹ ਸਭ ਤੋਂ ਖਤਰਨਾਕ ਹੈ। ਇਸੇ ਕਰਕੇ ਉਹਦੇ ਲਈ ਡਾਇਵਰਸਿਫਿਕੇਸ਼ਨ ਜ਼ਿਆਦਾ ਜ਼ਰੂਰੀ ਹੈ। ਡਾਇਵਰਸਿਟੀ ਤੁਹਾਨੂੰ ਸਮਾਜ 'ਚ ਵੀ ਮੰਨਣੀ ਪਊਗੀ। ਹਰ ਬੰਦੇ ਦਾ ਧਰਮ, ਬੋਲੀ, ਪਹਿਰਾਵਾ ਅਲੱਗ-ਅਲੱਗ ਹੋ ਸਕਦਾ, ਉਹਨੂੰ ਵੀ ਪ੍ਰਵਾਨ ਕਰਨਾ ਪਏਗਾ। ਡਾਇਵਰਸਿਟੀ ਤੁਹਾਨੂੰ ਪਾਵਰ ਸੈਕਟਰ ਦੇ ਵਿੱਚ ਵੀ ਲੈ ਕੇ ਆਉਣੀ ਪਏਗੀ। ਡਾਇਵਰਸਿਟੀ ਤੁਹਾਨੂੰ ਇਕਨੋਮਿਕ ਮਾਡਲ 'ਚ ਵੀ ਲੈ ਕੇ ਆਉਣੀ ਪਏਗੀ, ਤੇ ਉਹ ਸਾਰੇ ਸੁਭਤ ਜੀਵਨ ਜਾਂਚ ਦੇ ਵਿੱਚ ਡਾਇਵਰਸਿਟੀ ਨੂੰ ਮਾਨਤਾ ਦੇਣੀ ਪਏਗੀ। ਉਹ ਡਿਮਾਂਡ ਕਰਦੀ ਹੈ ਮਤਲਬ ਫੈਡਰਲ ਸਟਰਕਚਰ ਤੇ ਡੀਸੈਂਟਰਲਾਈਜੇਸ਼ਨ। ਅਸਲ ਵੈਸੇ ਟੌਪਿਕ ਤੇ ਜੇ ਆਪਾਂ ਗੱਲ ਕਰੀਏ 2014 ਤੋਂ ਬਾਅਦ ਦਾ, ਜੇ ਦੇਖੀਏ ਆਪਾਂ ਰਾਈਜ਼ ਆਫ ਹਿੰਦੂ ਰਾਸ਼ਟਰ ਜਿਹੜਾ ਇੰਡੀਆ ਦੇ ਵਿੱਚ ਆਪਾਂ ਦੇਖਿਆ ਹੈਗਾ ਆ, ਉਸ ਦੇ ਇਸ ਸੈਂਟਰਲਾਈਜੇਸ਼ਨ ਆਫ ਪਾਵਰ, ਦਿੱਲੀ ਤੱਕ ਉਹਨਾਂ ਨੇ ਪਾਵਰ ਇਕੱਠੀ ਕਰਨੀ ਸਾਰੀ, ਉਹਨਾਂ ਦਾ ਇਸ ਦੇ ਵਿੱਚ ਕੀ ਰੋਲ ਰਿਹਾ, ਤੇ ਉਹਨਾਂ ਦੀਆਂ ਪਿੱਛੋਂ ਕਹਿ ਲਓ ਵੀ ਉਹਨਾਂ ਦਾ ਕਾਰਨ ਕੀ ਸੀਗੇ। ਤੇ ਨਾਲ ਦੀ ਨਾਲ ਜੇ ਆਪਾਂ ਜੀਓਪੋਲੀਟੀਕਲ ਤੌਰ ਤੇ ਦੇਖੀਏ, ਗਲੋਬਲ ਕੈਪੀਟਲਿਜ਼ਮ ਦਾ ਦੇਖੀਏ, ਕਿਉਂਕਿ ਉਹਨਾਂ ਨੂੰ ਵੀ ਯੂਜੂਅਲੀ ਏਦਾਂ ਦੀਆਂ ਚੀਜ਼ਾਂ ਦੇ ਨਾਲ ਉਹਨਾਂ ਦਾ ਕੀ ਸੰਬੰਧ ਹੁੰਦਾ ਹੈਗਾ ਆ ਸੈਂਟਰਲਾਈਜ਼, ਕਿਉਂਕਿ ਉਹਨਾਂ ਲਈ ਸੌਖਾ ਹੋ ਜਾਂਦਾ ਜੇ ਪਾਵਰ ਸੈਂਟਰਲਾਈਜ਼ਡ ਹੋਵੇ, ਉਹਦੇ ਨਾਲ ਡੀਲ ਕਰਨਾ, ਆਪਣੀਆਂ ਪਾਲਿਸੀਜ਼ ਉੱਥੇ ਇਨਫੋਰਸ ਕਰਾਉਣੀਆਂ। ਤਾਂ ਉਹ WTO ਹੋ ਜਾਏ ਜਾਂ ਹੋਰ ਉੱਦਾਂ ਦੀ ਜਿਹੜੀਆਂ ਗਲੋਬਲ ਆਰਗੇਨਾਈਜੇਸ਼ਨਸ ਆ, ਉਹਨਾਂ ਦਾ ਤੇ ਹਿੰਦੂ ਰਾਸ਼ਟਰ ਦਾ ਦੋਵਾਂ ਇਸ ਸਿਚੁਏਸ਼ਨ ਦੇ ਵਿੱਚ ਕੀ ਰੋਲ ਸੀਗਾ?
ਬਿਲਕੁਲ ਮੈਨੂੰ ਲੱਗਦਾ ਓਵਰਆਲ ਗਲੋਬਲ ਰੋਲ ਹੀ ਹੈ। ਟਰੰਪ ਤੇ ਮੋਦੀ 'ਚ ਕੋਈ ਬਹੁਤ ਜ਼ਿਆਦਾ ਫਰਕ ਨਹੀਂ। ਤੇ ਜੇਕਰ ਪਾਲਿਸੀ ਲੈਵਲ ਇਹ ਗਲੋਬਲ ਰੋਲ ਹੀ ਹੈ ਸਾਰੇ ਕਿਤੇ ਜਿਹੜਾ ਦਿਖਾਈ ਦੇ ਰਿਹਾ, ਉਹ ਚੰਗਾ ਹੋਇਆ। ਪਰ ਟਰੰਪ ਹਾਰ ਗਿਆ, ਉਹ ਅਲੱਗ ਸਵਾਲ ਹੈ। ਉਹਨੇ ਇੱਕ ਕਮਿਊਨਿਟੀ ਐਡੀ ਵੱਡੀ ਖੜੀ ਕਰਤੀ ਹੈ ਜਿਹੜੇ ਉਹਦੇ ਆਈਡੀਏ ਨੂੰ ਰਿਪਰੈਜ਼ੈਂਟ ਕਰਦੀ ਹੈ, ਜਿਹੜੀ ਕਦੇ ਵੀ ਕ੍ਰਾਈਸਿਸ ਡਰਿਵਨ ਹੋ ਸਕਦੀ ਹੈ। ਕੋਈ ਉਹ ਖਤਰਾ ਟਲਿਆ ਨਹੀਂ ਹੈ ਹਜੇ। ਉਹੀ ਖਤਰਾ ਮੋਦੀ ਤੇ ਹਿੰਦੂਤਵ ਪੈਦਾ ਕਰ ਰਿਹਾ ਇੱਥੇ। ਮੈਜੋਰਿਟੇਰੀਅਨ ਲੋਕਾਂ ਨੂੰ ਇੱਕ ਸੈਂਟੀਮੈਂਟ ਦੇ ਕੇ ਕੇਵਲ, ਤੇ ਸੈਂਟੀਮੈਂਟ ਦੇ, ਹਾਲਾਂਕਿ ਜੇਕਰ ਪ੍ਰੈਕਟੀਕਲ ਜੀਵਨ ਦੇਖਿਆ ਜਾਏ ਤਾਂ ਹਿੰਦੂ ਮੈਜੋਰਿਟੀ ਜਿਹੜੀ ਹੈ ਉਹ ਗਰੀਬੀ ਦੀ ਰੇਖਾ ਤੋਂ ਹੇਠ ਹੈ। ਰੋਟੀ ਰੋਜੀ ਨਹੀਂ ਮਿਲ ਰਹੀ, ਇੰਪਲੋਇਮੈਂਟ ਕਿਤੇ ਨਹੀਂ ਮਿਲ ਰਹੀ। ਤੇ ਜੇਕਰ ਉਹ ਆਪਣੀ ਉਸ ਗੱਲ ਤੇ ਖੜੇ ਹੋਣ ਰੈਸ਼ਨਲੀ, ਤਾਂ ਫਿਰ ਤਾਂ ਇਹ ਬਣਨਾ ਹੀ ਨਹੀਂ ਸੀ ਕਿਸੇ ਵੀ ਟਾਈਪ ਦਾ। ਪਰ ਇੱਕ ਹਜੂਮੀ ਮਾਨਸਿਕਤਾ ਹੈ, ਹਜੂਮ ਜਿਹੜਾ ਪੈਦਾ ਕਰਨ ਦੀ ਇੱਕ ਮਾਈਂਡਸੈਟ ਹੁੰਦਾ ਹੈ, ਉਹ ਮਾਈਂਡਸੈਟ ਤੇ ਬੀਜੇਪੀ ਬੜੇ ਲੰਮੇ ਸਮੇਂ ਤੋਂ ਕੰਮ ਕਰ ਰਹੀ ਹੈ। ਤੇ ਉਹ ਲੰਮੇ ਸਮੇਂ ਤੋਂ ਕੰਮ ਪਹਿਲਾਂ ਤਾਂ ਕਾਊਂਟਰ ਹੁੰਦੀ ਸੀ, ਉਹ ਵੱਖ-ਵੱਖ ਮੂਵਮੈਂਟਾਂ ਰਾਹੀਂ, ਵੱਖ-ਵੱਖ ਡਾਇਵਰਸਿਟੀ ਦੀਆਂ ਜਿਹੜੀਆਂ ਚੱਲ ਰਹੀਆਂ ਐਜੀਟੇਸ਼ਨਾਂ ਸੀ ਉਹਨਾਂ ਦੇ ਰਾਹੀਂ। ਪਰ ਪਿਛਲੇ ਲੰਮੇ ਸਮੇਂ ਤੋਂ ਫਲੈਟ ਹੋ ਗਿਆ ਕੰਮ, ਤੇ ਜਿਹੜਾ ਆਪੋਜੀਸ਼ਨ ਵੀ ਕੋਈ ਨਹੀਂ ਰਹੀ ਇਹੋ ਜਿਹੀ ਜਿਹੜੀ ਉਹਨੂੰ ਕਾਊਂਟਰ ਕਰ ਸਕਦੀ ਹੈ। ਆਈਡੀਓਲੋਜੀਕਲ ਲੜਾਈ ਕਾਂਗਰਸ ਵੀ ਛੱਡ ਗਈ। ਕਾਂਗਰਸ ਸੌਫਟ ਹਿੰਦੂਤਵ ਤੇ ਚੱਲ ਰਹੀ ਹੈ ਬੜੇ ਲੰਮੇ ਸਮੇਂ ਤੋਂ। ਉਹ ਵੀ ਕੋਈ ਐ ਬਹੁਤ ਸੈਕੂਲਰ ਪਾਰਟੀ ਉਸ ਲੈਵਲ ਤੇ ਨਹੀਂ ਸੀ, ਪਰ ਉਹ ਥੋੜਾ ਜਿਹਾ ਪਰਦੇ ਦੇ ਪਿੱਛੇ ਹਿੰਦੂ ਸੈਂਟੀਮੈਂਟ ਨੂੰ ਯੂਜ਼ ਕਰਦੀ ਸੀ ਉਸ ਪੱਧਰ ਤੇ। ਬੀਜੇਪੀ ਨੇ ਉਹ ਪਰਦਾ ਲਾਤਾ ਤੇ ਉਹਨੇ ਰਾਹੁਲ ਗਾਂਧੀ ਨੂੰ ਵੀ ਮੰਦਰ ਜਾ ਕੇ ਜਨੇਊ ਪਾਉਣ ਲਈ ਮਜਬੂਰ ਕਰਤਾ। ਜਦੋਂ ਆਈਡੀਓਲੋਜੀਕਲੀ ਫਾਈਟ ਚੋਂ ਕੋਈ ਦੂਜੀ ਧਿਰ ਬਾਹਰ ਹੋ ਜਾਂਦੀ ਹੈ ਤਾਂ ਉਹਨੂੰ ਖੁੱਲੀ ਛੁੱਟੀ ਮਿਲਦੀ ਹੈ ਅਸਲ ਦੇ ਵਿੱਚ। ਤੇ ਇਸੇ ਕਰਕੇ ਲੜਾਈ ਆਮ ਲੋਕਾਂ ਨੂੰ ਲੜਨੀ ਪੈ ਰਹੀ ਹੈ। ਪਹਿਲਾਂ ਸ਼ਹੀਨ ਬਾਗ ਦੀਆਂ ਬੀਬੀਆਂ ਨੂੰ ਲੜਨੀ ਪਈ ਹੈ ਦਿੱਲੀ ਦੇ ਵਿੱਚ 101 ਦਿਨ ਦਾ ਪੀਸਫੁਲ ਮੋਰਚਾ, ਤੇ ਹੁਣ ਕਿਸਾਨੀ ਨੂੰ ਲੜਨੀ ਪੈ ਰਹੀ ਹੈ ਇਸ ਦੇਸ਼ ਦੇ ਵਿੱਚ ਮੋਦੀ ਦੇ ਹਿੰਦੂਤਵ ਦੇ ਖਿਲਾਫ। ਜੇ ਇਹ ਕਿਸਾਨ ਮੂਵਮੈਂਟ ਯੂਪੀ ਦੇ ਵਿੱਚ ਹਿੰਦੂ ਕਿਸਾਨ ਤੇ ਮੁਸਲਮਾਨ ਕਿਸਾਨ ਨੂੰ ਇਹ ਲੱਗਣ ਲੱਗ ਗਿਆ ਕਿ ਅਸੀਂ ਗਲਤੀ ਕਰ ਲਈ ਬੀਜੇਪੀ ਨੂੰ ਵੋਟ ਦੇ ਕੇ, ਇਹ ਕਾਊਂਟਰ ਹੈ ਜਿਹੜਾ ਬੀਜੇਪੀ ਨੂੰ ਦਰਦ ਕਰ ਰਿਹਾ ਅਸਲ ਦੇ ਵਿੱਚ। ਕਿਉਂਕਿ ਉਹ ਪਛਾਣ ਹੋਰ ਤਰ੍ਹਾਂ ਦੀ ਕਿੱਤੇ ਦੀ ਪਛਾਣ ਆ, ਤੇ ਉਹ ਖਾਲਿਸਤਾਨੀ ਦਾ ਲੇਬਲ, ਮਾਓਵਾਦੀ ਦਾ ਲੇਬਲ, ਚੀਨ ਤੇ ਪਾਕਿਸਤਾਨ ਦੇ ਸਪਾਂਸਰ ਦਾ ਲੇਬਲ ਉਹ ਚਿਪਕ ਨਹੀਂ ਰਿਹਾ ਇਸ ਅੰਦੋਲਨ ਤੇ। ਅਸਲ ਦੇ ਵਿੱਚ ਇਹੀ ਪਰੇਸ਼ਾਨ ਕਰਨ ਵਾਲਾ 20 ਸੂਬਿਆਂ ਦੇ ਵਿੱਚ ਅੰਦੋਲਨ ਫੈਲ ਗਿਆ, ਔਰ 20 ਸੂਬਿਆਂ ਦੇ ਵਿੱਚ ਫੈਲਣ ਦੇ ਨਾਲ ਹੀ ਬੀਜੇਪੀ ਨੂੰ ਲੱਗਦਾ ਕਿ ਉਹਦੀ ਜਿਹੜੀ ਸਿਆਸਤ ਹੈ ਉਹ ਕਾਊਂਟਰ ਹੋ ਰਹੀ ਹੈ। ਬਾਕੀ ਗੱਲਾਂ ਤਾਂ ਦੂਰ ਦੀਆਂ ਨੇ। ਇਸੇ ਕਰਕੇ ਉਹ ਜਿਹੜਾ ਹਿੰਦੂਤਵ ਪੋਲਿਟਿਕਸ ਹੈ ਉਹ ਕਾਰਪੋਰੇਟ ਮਾਡਲ ਦੀ ਪੋਲਿਟਿਕਸ ਨਾਲ ਮਿਲ ਕੇ ਇਕਜੁੱਟ ਹੋ ਗਈ। ਇਸੇ ਨੂੰ ਇਸ ਅੰਦੋਲਨ ਨੇ ਪਛਾਣਿਆ। ਜਿਹੜਾ ਅਨਪੜ੍ਹ ਕਿਸਾਨ ਅਸੀਂ ਕਹਿੰਦੇ ਹਾਂ, ਉਹਨੇ ਬੜੀ ਭਲੀ ਭਾਂਤ ਪਛਾਣੀ ਹੈ ਕਿ ਸਾਡੀ ਲੜਾਈ ਕੇਵਲ ਮੋਦੀ ਸਰਕਾਰ ਨਾਲ ਨਹੀਂ ਹੈ, ਮੋਦੀ ਕਠਪੁਤਲੀ ਹੈ। ਸਾਡੀ ਲੜਾਈ ਕਾਰਪੋਰੇਟ ਨਾਲ ਹੈ। ਕਾਰਪੋਰੇਟ ਦੇ ਇੰਡੀਆ ਦੇ ਵਿੱਚ ਚਿਹਰੇ ਅਡਾਨੀ ਤੇ ਅੰਬਾਨੀ, ਕਿਤੇ ਬਿਲ ਗੇਟ ਹੋ ਸਕਦਾ, ਕਿਤੇ ਕੋਈ ਹੋਰ ਵੱਖ-ਵੱਖ ਬੰਦੇ ਹੋ ਸਕਦੇ ਨੇ, ਪਰ ਇੱਥੇ ਅਡਾਨੀ ਤੇ ਅੰਬਾਨੀ ਉਹਦੇ ਚਿਹਰੇ ਦੇ ਰੂਪ ਦੇ ਵਿੱਚ ਨਜ਼ਰ ਆ ਰਹੇ ਨੇ। ਇਹ ਕਲੀਅਰ ਕੱਟ ਦੁਨੀਆ ਨੂੰ ਮੈਸੇਜ ਦੇ ਰਿਹਾ ਪੰਜਾਬ ਦਾ ਕਿਸਾਨ ਖੜ ਕੇ ਕਿ ਤੁਹਾਡੀ ਲੜਾਈ ਵੀ ਸਾਡੇ ਨਾਲ ਮਿਲ ਕੇ ਸਾਂਝੀ ਬਣਦੀ ਹੈ। ਤੇ ਉਹਦੇ ਨਾਲ ਮੋਦੀ ਜਾਂ ਬਾਕੀ ਦਾ ਫਨੋਮਨਾ ਆਪਣੇ ਆਪ ਵੀਕ ਹੋ ਜਾਣਾ ਜਦੋਂ ਅਸੀਂ ਵੱਡੀ ਲੜਾਈ ਨੂੰ ਹੱਥ ਪਾਇਆ। ਤੇ ਇਸੇ ਲਈ ਇਹ ਲੰਮੀ ਲੜਾਈ ਹੈ, ਇਸੇ ਕਰਕੇ ਛੋਟੀ ਲੜਾਈ ਨਹੀਂ ਹੈ ਤੇ ਉਸ ਪਾਸੇ ਵੱਲ ਜਾ ਰਹੀ ਲੜਾਈ ਹੈ। ਔਰ ਇਹਦੇ ਚੋਂ ਲੱਗਦਾ ਹੈ ਕਿ ਕਿਸਾਨ ਲੀਡਰਾਂ ਨੇ ਹੁਣ ਫੈਸਲਾ ਕੀਤਾ ਕਿ ਉਹ ਬੰਗਾਲ ਵੀ ਜਾਣਗੇ ਤੇ ਬਾਕੀ ਸੂਬਿਆਂ 'ਚ ਜਿੱਥੇ ਚੋਣਾਂ ਹੋ ਰਹੀਆਂ ਨੇ ਉੱਥੇ ਵੀ ਜਾਣਗੇ। ਉੱਥੇ ਉਹ ਕਹਿਣਗੇ ਕਿ ਬੀਜੇਪੀ ਨੂੰ ਹਰਾਓ, ਜਿਹਨੂੰ ਮਰਜ਼ੀ ਜਿਤਾ ਲਓ, ਇੱਕ ਵਾਰ ਇਹਨੂੰ ਕਾਊਂਟਰ ਕਰੋ। ਤੇ ਇਸ ਪਾਸੇ ਵੱਲ ਜਾਣ ਦਾ ਜਿਹੜਾ ਇੱਕ ਕੁਐਸਚਨ ਹੈ, ਇੱਕ ਇਹ ਡਿਸਕੋਰਸ ਖੜਾ ਹੋ ਰਿਹਾ ਹੈ ਇਸ ਦੇਸ਼ ਦੇ ਵਿੱਚ ਬੀਜੇਪੀ ਦੇ ਹਿੰਦੂਤਵ ਦੇ ਖਿਲਾਫ। ਇੱਕ ਓਵਰਆਲ ਸਾਰੀਆਂ ਧਿਰਾਂ ਮਿਲ ਕੇ ਜਦੋਂ ਇੱਕ ਲਾਈਨ ਲੈਣਗੀਆਂ ਇੱਕ ਮਿਨੀਮਮ ਏਜੰਡੇ ਤੇ, ਵੱਖਰੇ ਵਿਚਾਰਧਾਰਾ ਹੋ ਸਕਦੀ ਆਪੋ ਆਪਣੀ ਵੀ ਰੱਖ ਸਕਦੀਆਂ ਨੇ ਪਰ ਉਹ ਪੋਲੀਟੀਕਲੀ, ਪਰ ਜਦੋਂ ਇੱਕ ਟਾਰਗੇਟ ਤੇ ਰੱਖਣਗੇ ਤਾਂ ਸ਼ਾਇਦ ਮਸਲਾ ਜ਼ਿਆਦਾ ਹੱਲ ਹੁੰਦਾ ਉਸ ਪਾਸੇ ਵੱਲ ਜਾਣ ਦੇ ਵਾਸਤੇ। ਬਿਲਕੁਲ ਬਿਨਾਂ ਮਤਲਬ ਤਾਂ ਹੌਲੀ ਹੌਲੀ ਇਹ ਚੈਲੰਜ ਵੀ ਹੋਣਗੇ, WTO ਵੀ ਹੋਏਗਾ, IMF ਵੀ ਹੋਏਗਾ, ਵਰਲਡ ਬੈਂਕ ਵੀ ਹੋਏਗਾ, ਉੱਥੇ ਵੀ ਕ੍ਰਾਈਸਿਸ ਆਏਗਾ। UN ਤੇ ਵੀ ਸਵਾਲ ਉੱਠ ਰਹੇ ਨੇ ਕਿ ਵੀਟੋ ਪਾਵਰ ਕਿਉਂ ਹੋਵੇ 5 ਦੇਸ਼ਾਂ ਨੂੰ? ਜੇ ਡੈਮੋਕ੍ਰੇਟਾਈਜੇਸ਼ਨ ਦਾ ਅਸੂਲ ਹੈ ਤਾਂ ਵੀਟੋ ਕਿਉਂ ਹੈ? ਤਾਂ IMF ਤੇ ਵਰਲਡ ਬੈਂਕ ਦੇ ਵਿੱਚ ਮਨੀ ਪਾਵਰ ਦੀ ਹੈਸੀਅਤ ਅਨੁਸਾਰ ਵੋਟਿੰਗ ਦਾ ਸਿਸਟਮ ਕਿਉਂ ਹੈ? ਜੇ ਦੇਸ਼ ਡੈਮੋਕ੍ਰੇਟਿਕ ਹੈ, ਜਿਹੜੇ ਕੰਟਰੀ ਦੀ ਡੈਮੋਕ੍ਰੇਸੀ ਦੀ ਪਰਿਭਾਸ਼ਾ ਪੜ੍ਹਾ ਰਹੇ ਨੇ, ਚਾਹੇ ਉਹ ਅਮਰੀਕਾ ਚਾਹੇ ਕੋਈ ਵੀ ਹੈ, ਪਰ ਉਹਨਾਂ ਨੇ ਬੁਨਿਆਦੀ ਵੱਡੇ ਹੱਕ ਆਪਣੇ ਕੋਲ ਕਿਉਂ ਰੱਖੇ ਨੇ? ਫਿਰ ਉਹ ਡੈਮੋਕ੍ਰੇਟਾਈਜ਼ ਕਰੋ। UN ਦੇ ਸਾਰੇ ਫੈਸਲੇ ਜਨਰਲ ਅਸੈਂਬਲੀ ਲਵੇ, IMF ਦੇ ਸਾਰੇ ਫੈਸਲੇ ਵਨ ਵੋਟ ਵਨ ਕੰਟਰੀ ਦੇ ਮੁਤਾਬਕ ਹੋਵੇ, ਵਰਲਡ ਬੈਂਕ ਦੀ ਵੋਟਿੰਗ ਸੈਟਅਪ ਦਾ ਉਹ ਹੋਵੇ, ਤਾਂ ਦੁਨੀਆ ਦੀਆਂ ਸੰਸਥਾਵਾਂ ਵੀ ਡੈਮੋਕ੍ਰੇਟਾਈਜ਼ ਕਰਨ ਦੀ ਲੜਾਈ ਹੋਏਗੀ ਸ਼ੁਰੂ ਉਦੋਂ ਬਾਅਦ ਜਦੋਂ ਇੱਕ ਕਾਮਨ ਪਲੇਟਫਾਰਮ ਉਸ ਲੈਵਲ ਦੇ ਉੱਤੇ ਬਣਦਾ। ਪਰ ਫਿਲਹਾਲ ਕਿਉਂਕਿ ਜਿਵੇਂ ਕਿਹਾ ਜਾਂਦਾ ਥਿੰਕ ਗਲੋਬਲੀ ਐਕਟ ਲੋਕਲੀ, ਤਾਂ ਇੱਥੋਂ ਦੇ ਬੰਦੇ ਪਹਿਲਾਂ ਉੱਥੋਂ ਹੀ ਸ਼ੁਰੂ ਕਰਨਗੇ, ਉੱਥੇ ਹੀ ਲੜਾਈ ਲੜਨੀ ਪਏਗੀ। ਤੇ ਉਹਦੀ ਜਦੋਜਹਿਦ ਦੇ ਵਿੱਚੋਂ ਹੀ ਜੇ ਆਲੇ ਦੁਆਲੇ ਕੋਈ ਸੰਦੇਸ਼ ਜਾਂਦਾ ਹੈ, ਲੋਕ ਉਹਨੂੰ ਫੋਲੋ ਕਰਨਗੇ ਤੇ ਇੱਕ ਵੱਡੀ ਮੁਹਿੰਮ ਜਿਹੜੀ ਦੁਨੀਆ 'ਚ ਬਣ ਸਕਦੀ।
ਹਾਂਜੀ ਭਾਈ ਸਾਹਿਬ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਜਿਹੜੀ ਮੌਜੂਦਾ ਸਰਕਾਰ ਹੈ ਤੇ ਬਾਕੀ ਸਰਕਾਰਾਂ ਵੀ ਜਿਹੜੀਆਂ ਪਹਿਲਾਂ ਰਹੀਆਂ ਨੇ, ਉਹ ਮੁੱਦੇ ਦੀ ਪੋਲੀਟਿਕਸ ਤੋਂ ਬਿਲਕੁਲ ਹਟ ਚੁੱਕੀਆਂ ਨੇ। ਤੇ ਇਸ ਚੀਜ਼ ਨਾਲ ਯੂਥ ਕਿਵੇਂ ਰਿਲੇਟ ਕਰ ਸਕਦਾ? ਜਿਵੇਂ ਆਪਣੀ ਜਿਹੜੀ ਮੇਨ ਪ੍ਰੋਬਲਮ ਆ ਉਹ ਮਾਈਗ੍ਰੇਸ਼ਨ ਦੀ ਆ। ਬੱਚੇ ਹੋ ਗਏ ਪੰਜਾਬ ਦੇ ਜਾਂ ਉਸ ਤੋਂ ਜਿਹੜਾ ਵੱਡਾ ਵਰਗ ਆ, ਉਹ ਬਾਹਰਲੇ ਮੁਲਕਾਂ 'ਚ ਮਾਈਗ੍ਰੇਟ ਕਰ ਰਹੇ ਇੰਪਲੋਇਮੈਂਟ ਦੇ ਅਨਇੰਪਲੋਇਮੈਂਟ ਦੇ ਕਰਕੇ ਜਾਂ ਹੋਰ ਜਿਹੜੇ ਪੁਸ਼ ਫੈਕਟਰਸ ਨੇ ਉਹਨਾਂ ਦੇ ਕਰਕੇ। ਤੁਸੀਂ ਕੀ ਸਮਝਦੇ ਹੋ ਕਿ ਇਹਦੇ ਪਿੱਛੇ ਕਾਰਨ ਕੀ ਨੇ, ਜਾਂ ਜਿਹੜਾ ਯੂਥ ਆ ਇਹਦੇ ਨਾਲ ਕਿਵੇਂ ਰਿਲੇਟ ਕਰ ਸਕਦਾ ਇਕੋਨੋਮਿਕ ਜਿਹੜੀ ਕ੍ਰਾਈਸਿਸ ਹੈ? ਮੈਨੂੰ ਲੱਗਦਾ ਕਿ ਯੂਥ ਰਿਲੇਟ ਕਰਨ ਲੱਗ ਗਿਆ। ਯੂਥ ਨੂੰ ਨਾ, ਯੂਥ ਦਾ ਕਸੂਰ ਨਹੀਂ ਹੈ ਇਹ, ਉਦੋਂ ਪਹਿਲੀ ਪੀੜ੍ਹੀ ਦਾ ਤੇ ਪਹਿਲੇ ਪਾਲਿਸੀ ਮੇਕਰ ਦਾ ਕਸੂਰ ਹੈ। ਉਹਦੇ ਨਾਲ ਅੰਗੇਜ ਹੀ ਨਹੀਂ ਕੀਤਾ ਗਿਆ ਪ੍ਰੋਪਰਲੀ, ਉਹਦੀ ਜ਼ੁਬਾਨ 'ਚ ਅੰਗੇਜ ਨਹੀਂ ਕੀਤਾ ਗਿਆ। ਪਹਿਲਾਂ ਜਿਹੜੇ ਬਜ਼ੁਰਗ ਘੜੀਆਂ ਘੜਾਈਆਂ ਆਪਣੀਆਂ ਗੱਲਾਂ ਦੱਸਦੇ ਰਹੇ ਥਿਉਰੀਆਂ, ਤੇ ਉਹਨੂੰ ਲੱਗਦਾ ਸੀ ਜ਼ਮਾਨਾ ਬਦਲ ਗਿਆ, ਬਦਲੇ ਜ਼ਮਾਨੇ ਮੁਤਾਬਕ ਤੁਹਾਨੂੰ ਕੋਈ ਗੱਲ ਕਰਨੀ ਚਾਹੀਦੀ ਹੈ। ਇੱਕ ਤਾਂ ਉਹ ਕਾਰਨ ਸੀਗਾ। ਦੂਸਰਾ ਕਾਰਨ ਇਹ ਹੈ ਕਿ ਜਦੋਂ ਹੁਣ ਉਹਨੂੰ ਇਹ ਸਮਝ ਆਉਣ ਲੱਗ ਗਈ ਹੈ, ਚਾਹੇ ਦੇਸ਼ 'ਚ ਬੈਠਾ ਚਾਹੇ ਵਿਦੇਸ਼ 'ਚ, ਦੁਨੀਆ ਦੇ ਵਿੱਚ ਤੁਹਾਡੇ ਕੋਲ ਇੱਕ ਪਰਮਾਨੈਂਟ ਹਿੱਸੇ ਤੇ ਤਾਕਤ ਦੇ ਤਵਾਜ਼ਨ ਤੇ ਤੁਹਾਡਾ ਦਬਦਬਾ ਹੋਣਾ ਬਹੁਤ ਜ਼ਰੂਰੀ ਹੈ। ਇਜ਼ਰਾਈਲ ਤੋਂ ਪਹਿਲਾਂ ਯਹੂਦੀਆਂ ਨੂੰ ਪੁੱਛਿਆ ਜਾਣਾ ਚਾਹੀਦਾ, ਜੇ ਪੰਜਾਬ 'ਚ ਵੀ ਪੰਜਾਬੀਆਂ ਦਾ ਤੇ ਖਾਸ ਤੌਰ ਤੇ ਮਿਨੋਰਿਟੀ ਦੀ ਉਹ ਪੋਜੀਸ਼ਨ ਨਾ ਰਹੀ ਜਿਹੜੀ ਹੁਣ ਤੱਕ ਵੀ ਚੱਲਦੀ ਰਹੀ ਹੈ, ਤਾਂ ਇੱਕ ਵੀ ਖਿੱਤਾ ਨਹੀਂ ਹੋਣਾ ਦੁਨੀਆ ਦੇ ਵਿੱਚ ਜਿੱਥੇ ਆਵਾਜ਼ ਮਾਰੀ ਜਾ ਸਕੇ ਖੜ ਕੇ ਕਿ ਸਾਡੀ ਸਪੋਰਟ ਲਈ ਤਿਆਰ ਹੋਏਗਾ ਐਜ ਏ ਸਟੇਟ। ਇਹ ਐਗਜ਼ਿਸਟੈਂਸ ਦਾ ਕੁਐਸਚਨ ਹੈ ਅਸਲ 'ਚ, ਇਹ ਹੋਣ ਦਾ ਸਵਾਲ। ਇਹ ਹੋਣ ਦਾ ਸਵਾਲ ਯੂਥ 'ਚ ਏਜੰਡੇ ਦੇ ਤੌਰ ਤੇ ਲੱਗ ਚੁੱਕਿਆ। ਮੈਂ ਇਹਨੂੰ ਉਮੀਦ ਦੇ ਤੌਰ ਤੇ ਦੇਖਦਾ, ਜਿਹੜਾ ਬਾਗੇ ਸਿੰਘੂ ਬਾਰਡਰ ਤੇ ਬੈਠਾ ਲੜ ਰਿਹਾ, ਟਿੱਕਰੀ ਬਾਰਡਰ ਤੇ ਬੈਠਾ ਲੜ ਰਿਹਾ ਤੇ ਆਲੇ ਦੁਆਲੇ ਲੜ ਰਿਹਾ, ਉਹ ਇਹਨਾਂ ਸਵਾਲਾਂ ਨਾਲ ਉਲਝ ਰਿਹਾ। ਜਦੋਂ ਉਲਝਣਾ ਸ਼ੁਰੂ ਕਰਦਾ ਤਾਂ ਰਸਤਾ ਤਲਾਸ਼ ਲੈਂਦਾ ਯੂਥ ਆਪਣੇ ਆਪ। ਐਸੀ ਕੋਈ ਗੱਲ ਨਹੀਂ ਕਿ ਰਸਤਾ ਨਾ ਮਿਲੇ, ਰਸਤਾ ਆਪਣੇ ਆਪ ਉਹਦੇ 'ਚ ਤੁਹਾਡੀ એનર્ਜੀ ਆ। ਤੁਸੀਂ ਪੜੋਗੇ ਲਿਖੋਗੇ ਦੁਨੀਆ ਦੇ ਪੱਧਰ ਦੇ ਉੱਤੇ, ਜਦੋਂ ਚੀਜ਼ਾਂ ਨੂੰ ਬਚਣਾ ਸ਼ੁਰੂ ਕਰ ਦੂਗਾ ਨਾਲ ਦੀ ਨਾਲ, ਮੈਨੂੰ ਉਹ ਤਬਦੀਲੀ ਨਜ਼ਰ ਆਉਂਦੀ ਹੈ। ਤੁਸੀਂ ਦੇਖੋ ਕਿ ਉਹ ਯੂਥ ਹੈ ਜਿਹਨੂੰ ਕਿਹਾ ਜਾਂਦਾ ਸੀ ਇਹ ਕੰਮ ਚੋਰ ਹੋ ਗਿਆ ਸਾਡੇ ਇੱਥੇ ਪੰਜਾਬ ਦੇ ਵਿੱਚ, ਤੇ ਸਾਰੇ ਵੀ ਉਹ ਮੋਟਰਸਾਈਕਲ ਤੋਂ ਬਿਨਾਂ ਬਾਹਰ ਖੇਤ ਵੀ ਨਹੀਂ ਜਾਂਦਾ ਜੀ। ਬਹੁਤ ਐਲੀਗੇਸ਼ਨ ਲੱਗੇ ਨੇ ਬੜੇ ਲੰਬੇ ਸਮੇਂ ਤੋਂ, ਉਹਨੂੰ ਨਿਰਾਸ਼ ਵੀ ਕੀਤਾ। ਪਰ ਮੈਂ ਬਾਰ-ਬਾਰ ਕਹਿੰਦਾ ਸੀ ਕਿ ਉਹੀ ਯੂਥ ਜਦੋਂ ਵਿਦੇਸ਼ ਚਲਾ ਜਾਂਦਾ, ਕੈਨੇਡਾ ਚਲਾ ਜਾਂਦਾ, ਉਹ 18-18 ਘੰਟੇ ਕਿਉਂ ਕੰਮ ਕਰਦਾ? ਕਿਉਂਕਿ ਉਹਨੂੰ ਇੱਕ ਗਰੰਟੀ ਹੈ ਕਿ ਜੇ ਮੈਂ 1 ਘੰਟਾ ਹੋਰ ਕਰੂੰ $14 ਤਾਂ ਮਿਲਣਗੇ, ਜੇ ਹੋਰ ਨਹੀਂ ਮਿਲੂਗਾ। ਇਹ ਗੁਰੂ ਨਾਨਕ ਦੀ ਧਰਤੀ ਹੈ ਜਿੱਥੇ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਸਕੋ ਦਾ ਸਿਧਾਂਤ ਸਭ ਤੋਂ ਪਹਿਲਾਂ ਗੂੰਜਦਾ ਰਿਹਾ। ਅਸੀਂ ਕਿਰਤ ਦੇ ਤੋਹੀਨ, ਕਿਰਤ ਦਾ ਮੁੱਲ ਨਹੀਂ ਦਿੱਤਾ ਤੇ ਕਿਰਤੀ ਦੀ ਤੋਹੀਨ ਕਰ ਰਹੇ ਹਾਂ, ਉਹਨੂੰ ਸਨਮਾਨ ਨਹੀਂ ਦੇ। ਅਸੀਂ ਮਲਕ ਭਾਗੋ ਨਾਲ ਖੜ ਗਿਆ, ਭਾਈ ਲਾਲੋ ਦੇ ਗੱਲ ਪਿੱਠ ਕੀਤੀ ਹੋਈ। ਇਸ ਲਈ ਕਿਰਤੀ ਬੰਦੇ ਨੂੰ ਕਿਰਤ ਦਾ ਮੁੱਲ ਲੈਣ ਲਈ ਜਿਹੜੀ ਜਦੋਜਹਿਦ ਲੜਨੀ ਪੈਣੀ ਹੈ, ਉਹ ਕਾਰਪੋਰੇਟ ਪੂੰਜੀ ਦੇ ਨਾਲ ਲੜਾਈ ਹੈ ਵੱਡੀ ਪੱਧਰ ਦੇ ਉੱਤੇ। ਜਦੋਂ ਪੰਜਾਬ ਦਾ ਕਿਸਾਨ ਤੇ ਪੰਜਾਬ ਦਾ ਯੂਥ, ਪੰਜਾਬ ਦਾ ਬੱਚਾ ਸਮਝਣ ਲੱਗ ਗਿਆ, ਤਾਂ ਯੂਥ ਵੀ ਉਹਦੇ ਵਿੱਚ ਹੀ ਹੈ। ਯੂਥ ਕੋਈ ਅਲੱਗ ਨਹੀਂ ਹੈ ਸਾਰੇ ਤੋਂ। ਜਿਹੜਾ ਇੱਕ ਇਹ ਵਰਤਾਂਤ ਸਿਰਜਿਆ ਜਾ ਰਿਹਾ ਕਿ ਯੂਥ ਅਲੱਗ ਹੈ ਤੇ ਬਾਕੀ ਕਿਸਾਨ ਕੋਈ ਅਲੱਗ ਨੇ, ਉਹ ਵੀ ਉਹਨਾਂ ਦੇ ਬੱਚੇ ਨੇ, ਇਕੱਠੇ ਨੇ ਸਾਰੇ ਦੇ ਸਾਰੇ। ਇੱਕ ਸਾਂਝੀ ਲੜਾਈ ਜਿਹੜੀ ਉਹ ਬਣਦੀ ਜਾ ਰਹੀ ਹੈ ਉਸ ਪੱਧਰ ਦੇ ਉੱਤੇ। ਇਹ ਅੰਦੋਲਨ ਨੇ ਯੂਥ ਨੂੰ ਬਦਲਿਆ। ਤੁਸੀਂ ਦੇਖੋ ਕਿ ਜਦੋਂ ਉਹਨਾਂ ਨੇ ਐਡੇ ਐਡੇ ਬੈਰੀਗੇਟ ਲਾਏ, ਉਹਨਾਂ ਹੀ ਹੱਥਾਂ ਦੇ ਨਾਲ ਉਹਨਾਂ ਨੇ ਬਿਨਾਂ ਕਿਸੇ ਹਿੰਸਾ ਤੋਂ ਬੈਰੀਗੇਟ ਜਿਹੜੇ 5-5 ਦਿਨਾਂ ਚ ਲਾਏ, ਅਥਰੂ ਗੈਸ ਦੇ ਗੋਲੇ ਛੱਡੇ, ਤੋਪਾਂ ਪਾਣੀ ਦੀਆਂ ਚਲਾਈਆਂ, ਉਹਨੇ ਬੜੇ ਸਲੀਕੇ ਦੇ ਨਾਲ ਪਰਾਂ ਵੀ ਕੀਤਾ ਤੇ ਉਹਨਾਂ ਨੂੰ ਲੰਗਰ ਵੀ ਛਕਾਇਆ। ਉਹਦੇ ਚ ਨਫ਼ਰਤ ਨਹੀਂ ਹੈ, ਉਹਦੇ ਚੋਂ ਗੁੱਸਾ ਨਹੀਂ ਹੈ, ਉਹਦੇ ਚੋਂ ਦਲੇਰੀ ਤੇ ਉਹ ਜਜ਼ਬਾ ਤੇ ਉਹ ਸਬਰ ਤੇ ਸੰਤੋਖ ਵਰਗ ਪੈਦਾ ਹੋ ਗਿਆ ਸਮੁੱਚੇ ਯੂਥ ਦੇ ਵਿੱਚ। ਤੇ ਉਹ ਹੁਣ ਨਨਕਾਣਾ ਸਾਹਿਬ ਵਰਗੇ ਜਥੇ ਦੀ ਅਗਵਾਈ ਕਰਦਾ ਨਜ਼ਰ ਆਉਂਦਾ ਹੈ, ਉਹ ਗੁਰੂ ਕੇ ਬਾਗ ਦੇ ਮੋਰਚੇ ਵਰਗੀ ਅਗਵਾਈ ਕਰਦਾ ਨਜ਼ਰ ਆਉਂਦਾ ਹੈ, ਤੇ ਉੱਥੇ ਬੈਠ ਕੇ ਉਹਨਾਂ ਦੇ ਖਿਲਾਫ ਇੱਕ ਅਲੱਗ ਸੱਭਿਆਚਾਰ ਸਿਰਜ ਰਿਹਾ। ਇਸ ਅੰਦੋਲਨ ਦੀ ਦੁਨੀਆ ਪੱਧਰ ਤੇ ਗੂੰਜ ਕੇਵਲ ਇਸ ਕਰਕੇ ਨਹੀਂ ਕਿ ਗਿਣਤੀ ਚ ਵੱਡਾ ਹੈ, ਇਸ ਕਰਕੇ ਆ ਕਿ ਉਹ ਮੋਰੈਲਿਟੀ ਦੇ ਇਹੋ ਜਿਹੇ ਅੰਜਾਮ ਸਿਰਜ ਰਿਹਾ ਜਿਹੜੇ ਬਾਕੀ ਅੰਦੋਲਨਾਂ ਦੇ ਪੱਖ ਦੇ ਵਿੱਚ ਨਹੀਂ ਆਏ ਉਸ ਪੱਧਰ ਦੇ ਉੱਤੇ। ਤੇ ਉਹਦੇ ਚੋਂ, ਉਹਨਾਂ ਯੂਥ ਚੋਂ ਇਹ ਚੀਜ਼ਾਂ ਲੱਗਦੀਆਂ ਨੇ ਕਿ ਅਸਲ ਦੇ ਵਿੱਚ ਉਹੀ ਕਰਤਾਰ ਸਿੰਘ ਝੱਬਰ ਵਰਗੇ ਬੰਦੇ ਜਿਨ੍ਹਾਂ ਨੇ ਕਦੇ ਉਸ ਸਮੇਂ ਅਗਵਾਈ ਕੀਤੀ ਜਦੋਂ 1 ਸਦੀ ਪਹਿਲਾਂ ਦਲਿਤਾਂ ਦਾ ਪ੍ਰਸਾਦ ਨਹੀਂ ਸੀ ਲਿਆ ਜਾਂਦਾ ਦਰਬਾਰ ਸਾਹਿਬ ਦੇ ਵਿੱਚ, ਤੇ ਉਹ ਪ੍ਰਸਾਦ ਲੈ ਕੇ ਜਾਂਦੇ ਨੇ ਮਹੰਤਾਂ ਦੇ ਖਿਲਾਫ, ਉੱਤੇ ਉਹ ਮਰਿਆਦਾ ਕਾਇਮ ਕਰਦੇ ਨੇ। ਤੇ ਉਹੋ ਜਿਹਾ ਯੂਥ ਅੱਜ ਦਲਿਤਾਂ ਨੂੰ ਵੀ ਗਲਕੜੀ ਪਾ ਰਿਹਾ ਹੈ, ਔਰਤ ਨੂੰ ਵੀ ਬਰਾਬਰ ਤੇ ਅੰਦੋਲਨ ਦੇ ਵਿੱਚ ਲਿਆਉਣ ਦੀ ਮੁੰਡੇ ਕੁੜੀਆਂ ਆ ਰਹੇ ਨੇ ਸਾਰੇ ਉਸ ਅੰਦੋਲਨ ਦੇ ਵਿੱਚ। ਮੈਨੂੰ ਤਾਂ ਲੱਗਦਾ ਹੈ ਕਿ ਖੁੱਲਾ ਸਕੂਲ ਹੈ, ਇੱਕ ਕਿਸਾਨ ਯੂਨੀਵਰਸਿਟੀ ਖੁੱਲੀ ਹੋਈ ਹੈ ਬਾਰਡਰ ਦੇ ਉੱਤੇ, ਤੇ ਜਿਹੜਾ ਉਸ ਯੂਨੀਵਰਸਿਟੀ ਚ ਪੜ੍ਹ ਕੇ ਜਾਏਗਾ ਦੁਨੀਆ ਦੀਆਂ ਫਾਰਮਲ ਯੂਨੀਵਰਸਿਟੀਆਂ ਤੋਂ ਵੱਖਰਾ, ਉਹ ਵੱਖਰਾ ਇਨਸਾਨ ਬਣਦਾ ਜਾ ਰਿਹਾ। ਉਹ ਸਿੰਘੂ ਬਾਰਡਰ ਇੱਕ ਅਲੱਗ ਇਨਸਾਨ ਪੈਦਾ ਕਰ ਰਹੀ ਹੈ, ਉਹ ਯੂਨੀਵਰਸਿਟੀ ਆਪਣੇ ਤਰ੍ਹਾਂ ਦਾ ਇੱਕ ਇਨਸਾਨ ਪੈਦਾ ਕਰ ਰਹੀ ਹੈ
ਜਿਹੜੀ ਇੱਕ ਵਿਰਸੇ ਨਾਲ ਜੋੜ ਰਹੀ ਹੈ ਬੰਦਿਆਂ ਨੂੰ, ਤੇ ਜਿਹੜੀ ਗੁਰੂ ਨਾਨਕ ਦੇ ਸਰਬੱਤ ਦੇ ਭਲੇ ਦੀ ਗੂੰਜ ਸਾਰੇ ਪਾਸੇ ਦਿਖਾਈ ਦੇ ਰਹੀ ਹੈ। ਜੇ ਬੇਗਮਪੁਰੇ ਦਾ ਸ਼ਹਿਰ ਕਿਸੇ ਨੇ ਦੇਖਣਾ ਹੋਵੇ, ਦੁਨੀਆ 'ਚ ਕਿਤੇ ਨਹੀਂ ਮਿਲੇਗਾ, ਤਾਂ ਉਸ ਬਾਰਡਰ ਤੇ ਮਿਲੇਗਾ। ਉਹ ਬਾਰਡਰ ਤੇ ਕਿਉਂ ਮਿਲਦਾ? ਤੁਸੀਂ ਕੱਪੜੇ ਤੋਂ ਬਿਨਾਂ ਜਾਣਦੇ ਹੋ, ਤੁਹਾਡੇ ਲਈ ਕੱਪੜਾ ਮੌਜੂਦ ਹੈ। ਤੁਸੀਂ ਰੋਟੀ ਤੋਂ ਬਿਨਾਂ ਜਾਣਦੇ ਹੋ, ਲੰਗਰ ਦਾ ਪਰਥ ਹੈ, ਲੰਗਰ ਮੌਜੂਦ ਹੈ। ਤੁਸੀਂ ਦਵਾਈ ਦੇ ਲਈ ਜਾਣਦੇ ਹੋ, ਦਵਾਈ ਮੌਜੂਦ ਹੈ। ਹਰ ਉਹ ਜ਼ਰੂਰਤ ਮੌਜੂਦ ਹੈ ਫਰੀ ਤੁਹਾਡੇ ਲਈ, ਬਿਨਾਂ ਕਿਸੇ ਜਾਤ, ਬਿਨਾਂ ਕਿਸੇ ਪਾਤ, ਬਿਨਾਂ ਕਿਸੇ ਲਿੰਗ, ਬਿਨਾਂ ਕਿਸੇ ਵਿਤਕਰੇ ਤੋਂ। ਜੇ ਉਹੀ ਮਾਡਲ ਪੰਜਾਬ ਦੇ ਪਿੰਡ ਤੇ ਸ਼ਹਿਰ ਦੇ ਵਿੱਚ ਢਲ ਕੇ ਆ ਜਾਂਦਾ ਉਹ ਮਾਡਲ, ਤਾਂ ਇਹ ਮਾਡਲ ਆਪਣੇ ਆਪ ਦੇ ਵਿੱਚ ਦੁਨੀਆ ਦੇ ਸਾਹਮਣੇ ਇੱਕ ਖੂਬਸੂਰਤ ਮਾਡਲ ਹੋਏਗਾ। ਇਹਦੇ 'ਚ ਭਵਿੱਖ ਪਿਆ ਇਸ ਮਾਡਲ ਦੇ ਵਿੱਚ। ਇਹਦੇ ਤੋਂ ਦੁਨੀਆ ਨੂੰ ਸਿੱਖਣ ਨੂੰ ਮਿਲੇਗਾ। ਇਹਦੇ ਤੇ ਇਤਿਹਾਸਕਾਰ ਲਿਖਣਗੇ ਤੇ ਲਿਖਾਰੀਆਂ ਨੂੰ ਲਿਖਣ ਲਈ ਮਜਬੂਰ ਹੋਣਾ ਪਏਗਾ ਵੱਡੀਆਂ ਯੂਨੀਵਰਸਿਟੀਆਂ ਨੂੰ, ਕਿਉਂਕਿ ਇਹ ਸਮਾਜ, ਇਹ ਇਤਿਹਾਸ ਸਿਰਜ ਰਹੇ ਨੇ। ਬਾਕੀ ਲੇਖਕਾਂ ਦੀ ਜ਼ਿੰਮੇਵਾਰੀ ਹੈ ਕਿ ਉਹਨੂੰ ਕਿਵੇਂ ਲਿਖਦੇ ਨੇ, ਕਿਸ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਉਹਦੇ 'ਚ ਆਉਂਦੀਆਂ ਨੇ ਉਹਦੇ ਸਾਹਮਣੇ ਨੇ। ਮੈਨੂੰ ਲੱਗਦਾ ਕਿ ਇਹ ਅੰਦੋਲਨ ਆਟੋਮੈਟਿਕਲੀ ਜਿੱਤਿਆ ਜਾ ਚੁੱਕਿਆ। ਇਹ ਕਿਵੇਂ ਟੈਕਨੀਕਲ ਅੰਦੋਲਨ ਹੈ, ਬਾਕੀ ਚੀਜ਼ਾਂ, ਬਾਕੀ ਦੀਆਂ ਗੱਲਾਂ। ਇਹਨੇ ਬੰਦਾ ਬਦਲਤਾ, ਉਹ ਬਦਲਿਆ ਹੋਇਆ ਬੰਦਾ ਟਿਕ ਕੇ ਨਹੀਂ ਬੈਠਦਾ। ਉਹ ਜਿੱਥੇ ਵੀ ਆਏਗਾ ਤੇ ਆਪਣਾ ਕੰਮ ਕਰੇਗਾ। ਉਹ ਆਪਣੇ ਪਿੰਡ 'ਚ ਆ ਕੇ ਵੀ ਕੰਮ ਕਰੂਗਾ, ਆਪਣੇ ਇਲਾਕੇ 'ਚ ਆ ਕੇ ਵੀ ਕੰਮ ਕਰੂਗਾ। ਉਹ ਹੁਣ ਉਵੇਂ ਨਹੀਂ ਰਹਿੰਦਾ। ਜਦੋਂ ਸੋਝੀ 'ਚ ਕੀੜਾ ਵੜ ਜਾਂਦਾ ਕਿ ਕੁਝ ਕਰਨ ਦੀ ਲੋੜ ਹੈ, ਇਹੋ ਜਿਹਾ ਹੋਣਾ ਚਾਹੀਦਾ, ਤਾਂ ਬੰਦੇ ਲਈ ਇਹੀ ਇੱਕ ਚੀਜ਼ ਹੁੰਦੀ ਹੈ। ਉਹੀ ਚਿੜੀਆਂ ਬਾਜਾਂ ਨਾਲ ਲੜਨ ਲੱਗ ਜਾਂਦੀਆਂ ਨੇ ਜਦੋਂ ਪ੍ਰੇਰਨਾ ਆ ਜਾਂਦੀ ਹੈ ਦਿਮਾਗ 'ਚ ਕਿ ਲੜਨ ਦੀ ਲੋੜ ਪੈਂਦੀ ਹੈ। ਔਰ ਇਹ ਇੱਕ ਬਹੁਤ ਵੱਡਾ ਮੁਕਾਮ, ਮੈਂ ਇਹਨੂੰ ਇਸ ਐਂਗਲ ਤੋਂ ਦੇਖਦਾ ਇਸ ਮੋਰਚੇ ਨੂੰ। ਕੇਵਲ ਤੇ ਕੇਵਲ ਕਿਸਾਨ ਦੀਆਂ 3 ਮੰਗਾਂ ਦਾ ਮੋਰਚਾ ਨਹੀਂ ਹੈ। ਇਹਦਾ ਦਾਇਰਾ ਬਹੁਤ ਵੱਡੇ ਰੂਪ ਦੇ ਵਿੱਚ ਦੇਖਣ ਨੂੰ ਮਿਲੇਗਾ ਬਦਲਾਅ ਦੇ। ਜੀ ਤੁਸੀਂ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਸਾਰੇ ਅੱਜ ਦੇ ਆਪਣੇ ਜਿਹੜੇ ਵਿਚਾਰ ਸੀ ਉਹਨਾਂ ਨੂੰ ਤੁਸੀਂ ਬੜੇ ਸੋਹਣੇ ਤਰੀਕੇ ਨਾਲ ਮੋਰਚੇ ਨਾਲ ਟਾਈ ਅਪ ਕੀਤਾ ਹੈਗਾ ਆ। ਆਪਾਂ ਹੁਣ ਆਪਣੀ ਡਿਸਕਸ਼ਨ ਦੇ ਐਂਡ ਵੱਲ ਤੁਰ ਰਹੇ ਹਾਂ ਤੇ ਮੈਂ ਚਾਹਾਂਗਾ ਜੇ ਤੁਹਾਡੇ ਕੋਲ ਕੋਈ ਆਪਣੇ ਫਾਈਨਲ ਥਾਟਸ ਹੈਗੇ ਜਿਹੜੀਆਂ ਤੁਸੀਂ ਸਾਂਝੀਆਂ ਕਰਨਾ ਚਾਹੁੰਦੇ ਹੋ, ਤੇ ਨਾਲ ਦੀ ਨਾਲ ਇੱਕ ਮੈਂ ਗੱਲ ਹੋਰ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਸੀਗਾ। ਤੁਸੀਂ ਇੱਕ ਵਾਰ ਗੱਲ ਕੀਤੀ ਸੀਗੀ ਅੱਜ ਦੀ ਡਿਸਕਸ਼ਨ ਦੇ ਵਿੱਚ ਹੀ ਕਿ ਜਦੋਂ ਆਪਾਂ ਇੱਥੇ ਦੀ ਅਕਾਲੀ ਦਲ ਦੀ ਪੋਲਿਟਿਕਸ ਦੀ ਗੱਲ ਕਰਦੇ, ਜਦੋਂ ਉਹਨਾਂ ਨੇ ਵਿਦਆਊਟ ਐਨੀ ਕੰਡੀਸ਼ਨਸ ਬੀਜੇਪੀ ਨਾਲ ਹੱਥ ਮਿਲਾਇਆ, ਤਾਂ ਉਹਨਾਂ ਨੇ ਬਹੁਤ ਥਾਵਾਂ ਸੀਗੀਆਂ ਜਿੱਥੇ ਆਪਾਂ ਪੰਜਾਬ ਨੂੰ ਆਵਾਜ਼ ਉਠਾਉਣੀ ਚਾਹੀਦੀ ਸੀ, ਜੋ ਕਸ਼ਮੀਰ ਦਾ ਮਸਲਾ ਹੁੰਦਾ ਜਾਂ ਹੋਰ, ਉੱਥੇ ਉਹਨਾਂ ਨੇ ਆਵਾਜ਼ ਨਹੀਂ ਸੀ ਉਠਾਈ। ਸੋ ਜੇ ਮੂਵਿੰਗ ਫੋਰਵਰਡ ਤੁਸੀਂ ਇੱਕ ਤਾਂ ਹੁਣ ਮੋਰਚੇ ਦੇ ਵਿੱਚ ਗੱਲ ਕੀਤੀ ਹੈ ਵੀ ਇੱਕ ਬਹੁਤ ਵੱਡੇ ਤੌਰ ਤੇ ਤਬਦੀਲੀ ਆਈ ਹੈਗੀ ਆ। ਜੇ ਆਪਾਂ ਉਸੇ ਤੌਰ ਤੋਂ ਦੇਖੀਏ, ਤੁਹਾਨੂੰ ਫਿਊਚਰ ਆਫ ਸੋਲੀਡੈਰਿਟੀ ਕੀ ਲੱਗਦਾ ਹੈਗਾ? ਜੇ ਆਪਾਂ ਵੱਖ-ਵੱਖ ਜਿਹੜੀਆਂ ਧਰਾਵਾਂ ਹੈਗੀਆਂ ਆ ਜਿਨ੍ਹਾਂ ਦੇ ਜਿਹੜੀਆਂ ਕਹਿ ਲਓ ਵੀ ਸੇਮ ਸੈਂਟਰਲਾਈਜੇਸ਼ਨ ਦਾ ਸ਼ਿਕਾਰ ਨੇ, ਉਹਨਾਂ ਨਾਲ ਆਪਾਂ ਸੋਲੀਡੈਰਿਟੀ ਕਿੱਦਾਂ ਵਧਾ ਸਕਦੇ ਹਾਂ, ਤੇ ਗ੍ਰਾਸ ਰੂਟਸ ਜਿਹੜੀ ਰੈਜ਼ਿਸਟੈਂਸ ਹੁੰਦੀ ਹੈਗੀ ਸੈਂਟਰਲਾਈਜੇਸ਼ਨ ਨੂੰ, ਉਸ ਨੂੰ ਕਿਵੇਂ ਵਧਾ ਸਕਦੇ ਹੈਗੇ ਆ? ਤੇ ਉਸ ਦੇ ਨਾਲ ਜੇ ਤੁਸੀਂ ਆਪਣੇ ਕੋਈ ਫਾਈਨਲ ਵਿਚਾਰ ਵੀ ਰੱਖਣਾ ਚਾਹੁੰਦੇ ਜੇ ਤੁਸੀਂ ਉਹ ਵੀ ਰੱਖੋ ਪਲੀਜ਼। ਮੈਨੂੰ ਲੱਗਦਾ ਕੋਈ ਸੁਭਾਵਿਕ ਵਧੇਗੀ। ਹੁਣ ਜਦੋਂ ਪੰਜਾਬੀ ਕਿਸਾਨ, ਹੁਣ ਡਿਮਾਂਡ ਕੀ ਹੋ ਰਹੀ ਹੈ, ਇਹ ਪਹਿਲੀ ਵਾਰ ਹੈ ਸਾਊਥ ਇੰਡੀਆ ਤੱਕ ਡਿਮਾਂਡ ਇਹ ਹੋ ਰਹੀ ਹੈ ਕਿ 2 ਪੱਗਾਂ ਵਾਲੇ ਬੰਦੇ ਭੇਜ ਦਿਓ ਸਪੀਚ ਕਰਨ ਦੇ ਲਈ ਕਿਸਾਨੀ ਦੇ ਵਿੱਚ। ਉਹ ਕਿਸੇ ਲੀਡਰ ਦਾ ਨਾਂ ਨਹੀਂ ਜਾਣਦੇ। ਲੀਡਰ ਕੌਣ ਹੈ ਉਹ ਮਾਨਾ ਹੀ ਨਹੀਂ ਹੈ, ਕੌਣ ਲੀਡਰ ਹੈ। ਉਹ ਕਹਿੰਦੇ ਨਹੀਂ 2 ਸਰਦਾਰ ਆ ਜਾਣ ਸਾਡੇ ਨਾਲ ਗੱਲ ਕਰਨ। ਉਹਦੀ ਜ਼ੁਬਾਨ ਨਹੀਂ ਜਾਣਦੇ ਉਹਦੀ ਬਾਕੀ, ਪਰ ਉਹਦਾ ਇੱਕ ਭਰੋਸਾ ਪੈਦਾ ਹੋ ਗਿਆ। ਭਰੋਸਾ ਇਸ ਕਰਕੇ ਪੈਦਾ ਹੋ ਗਿਆ ਕਿ ਇਹ ਬੰਦੇ ਨੇ ਜਿਹੜੇ, ਇਹ ਵੱਡੀ ਤੋਂ ਵੱਡੀ ਤਾਕਤ ਦੇ ਖਿਲਾਫ ਖੜੇ ਹੋਣ ਦੀ ਔਰ ਲੰਮੇ ਸਮੇਂ ਲਈ ਖੜੇ ਹੋਣ ਦੀ ਕਪੈਸਿਟੀ 'ਚ, ਇਹ ਭਰੋਸਾ ਬੜੇ ਲੰਮੇ ਸਮੇਂ ਬਾਅਦ ਪੈਦਾ ਹੋਇਆ। ਮੈਨੂੰ ਤਾਂ ਇਹ ਲੱਗਦਾ ਕਿ ਕਾਫੀ ਲੰਮਾ ਸਮਾਂ, 100 ਸਾਲ ਤੋਂ ਵੀ ਜ਼ਿਆਦਾ ਸਮਾਂ ਤੋਂ ਬਾਅਦ ਪੈਦਾ ਹੋਇਆ। ਇੰਨਾ ਭਰੋਸਾ ਪਹਿਲਾਂ ਥਰੂ ਆਊਟ ਕੰਟਰੀ ਕਦੇ ਨਹੀਂ ਗਿਆ ਉਸ ਪੱਧਰ ਦੇ। ਤੇ ਇਸੇ ਕਰਕੇ ਹੁਣ ਜਾ ਰਹੇ ਨੇ, ਕੋਈ ਬੰਗਾਲ ਜਾ ਰਿਹਾ, ਕੋਈ ਕਿਤੇ ਜਾ ਰਿਹਾ, ਠੀਕ ਹੈ, ਦੁਭਾਸੀ ਆਪਣੇ ਢੰਗ ਦੇ ਨਾਲ ਲੈਕਚਰ। ਇਹ ਇੱਕ ਸੈਂਟਰਲਾਈਜ਼ਡ ਫੋਰਸ ਬਣ ਸਕਦੀ ਹੈ ਉਹਨਾਂ ਸਾਰੇ ਲੋਕਾਂ ਦੇ ਲਈ, ਉਹਦੇ ਬਾਕੀ ਦੀਆਂ ਚੀਜ਼ਾਂ ਦੇ ਵਾਸਤੇ। ਫੈਡਰਲਿਜ਼ਮ ਦਾ ਏਜੰਡਾ ਇਸ ਸੰਘਰਸ਼ ਦਾ ਨੰਬਰ 1 ਏਜੰਡਾ, ਕਹਿਣ ਦੇ ਤੌਰ ਤੇ ਘੱਟ ਹੋਵੇ ਜਾਂ ਵੱਧ, ਉਹਦਾ ਕਾਰਨ ਜੇ ਤੁਸੀਂ ਡਿਮਾਂਡ ਚਾਰਟਰ ਦੇਖਦੇ ਹੋ ਇਸ ਸੰਯੁਕਤ ਮੋਰਚੇ ਦਾ, ਜਦੋਂ ਜਿੰਨੇ ਵਾਰ 11 ਵਾਰ ਗੱਲ ਹੋਈ ਹੈ ਤਾਂ ਸਾਰੀ ਗੱਲ ਕਨਸਟੀਟਿਊਸ਼ਨ ਤੇ ਜਾ ਕੇ ਨਿਬੜਦੀ ਹੈ। ਗਵਰਨਮੈਂਟ ਆਫ ਇੰਡੀਆ ਫਰਾਡ ਕਰ ਰਹੀ ਹੈ, ਤੁਹਾਡਾ ਦਾਇਰਾ ਹੈ ਨਹੀਂ, ਤੁਸੀਂ ਸਾਡੀ ਸਟੇਟ 'ਚ ਦਖਲ ਦੇ ਰਹੇ ਹੋ। ਉਹ ਕਹਿੰਦੇ ਨੇ ਕੋਰਟ ਚਲੇ ਜਾਓ, ਇਹ ਕਹਿੰਦੇ ਨਹੀਂ ਇਹ ਪੋਲੀਟੀਕਲ ਲੜਾਈ ਹੈ। ਵਿਜ਼ਡਮ ਤੁਸੀਂ ਦੇਖੋ ਸਿੰਪਲ ਕਿਸਾਨ ਦੀ, ਉਹ ਕਹਿੰਦਾ ਕੋਰਟ 'ਚ ਜਾ ਕੇ ਜੇ ਹੱਲ ਵੀ ਉਹ ਅਸੀਂ ਕੋਰਟ 'ਚ ਨਹੀਂ ਕਰਾਉਣਾ, ਅਸੀਂ ਉਹ ਪੋਲਿਟਿਕਸ ਬਦਲਣੀ ਹੈ ਜਿਹੜੀ ਪੋਲਿਟਿਕਸ ਨਾਲ ਤੁਸੀਂ ਇਹਨੂੰ ਬਾਰ-ਬਾਰ ਕਰਨਾ ਚਾਹੁੰਦੇ ਹੋ। ਇਹ ਇੱਕ ਤਾਂ ਬਹੁਤ ਵੱਡੇ, ਮੈਂ ਸ਼ਹੀਨ ਬਾਗ ਵੀ ਜਾਂਦਾ ਰਿਹਾ ਤੇ ਜਦੋਂ ਸ਼ਹੀਨ ਬਾਗ ਦੀਆਂ ਬੀਬੀਆਂ ਬੈਠਦੀਆਂ ਸੀ ਉਹ ਸਾਨੂੰ ਬਾਰ-ਬਾਰ ਕਹਿੰਦੀਆਂ ਸੀ ਕਿ 150 ਬੰਦਾ ਪੱਗਾਂ ਵਾਲਾ ਸਾਡੇ ਕੋਲ ਪੱਕਾ ਬਿਠਾ ਕੇ ਰੱਖੋ, ਚਾਹੇ ਆਉਂਦੇ ਜਾਂਦੇ ਸਾਨੂੰ ਨਾ ਇੱਕ ਸਿਕਿਉਰਿਟੀ ਰਹਿੰਦੀ ਹੈ। ਹਾਲਾਂਕਿ ਉਹ ਮੁਸਲਿਮ ਭਾਈਚਾਰਾ ਹੈ, ਉਸ ਪੱਧਰ ਦੇ ਸਾਨੂੰ ਐਂ ਲੱਗਦਾ ਵੀ ਤੁਸੀਂ ਬੈਠੇ ਹੋ, ਕੋਈ ਗੱਲ ਨਹੀਂ, ਸਾਡੇ ਤੇ ਹਮਲਾ ਨਹੀਂ ਹੋ, ਹਮਲਾ ਚਾਹੇ ਉਦੋਂ ਵੀ ਵੱਡਾ ਹੋ।
ਦਿੱਲੀ 'ਚ ਕਿੰਨੇ ਹੀ ਗਾਲਾਂ 'ਚ ਟਾਇਰ ਪਾ ਕੇ ਸਾੜ, ਪਰ ਇੱਕ ਸੈਂਸ ਆਫ ਸਿਕਿਉਰਿਟੀ ਜਿਹੜੀ ਹੁੰਦੀ ਹੈ, ਭਰੋਸਾ ਜਿਹੜਾ ਹੁੰਦਾ ਹੈ, ਇਹ ਬਹੁਤ ਵੱਡੀਆਂ ਮੂਵਮੈਂਟਾਂ ਨੂੰ, ਬਹੁਤ ਵੱਡੀਆਂ ਚੀਜ਼ਾਂ ਨੂੰ ਜਨਮ ਦੇ ਦਿੰਦਾ ਤੇ ਇਹ ਅੰਦੋਲਨ ਉਹ ਭਰੋਸਾ ਬਹਾਲ ਕਰ ਰਿਹਾ। ਇਸ ਅੰਦੋਲਨ ਚੋਂ ਫ੍ਰੀ ਹੋ ਅਜੇ ਤਾਂ ਉਹੀ ਟਾਰਗੇਟ ਰੱਖਣਾ ਪਏਗਾ। ਔਰ ਮੈਨੂੰ ਇਸੇ ਕਰਕੇ ਸਿੰਘੂ ਬਾਰਡਰ ਸਭ ਤੋਂ ਬੜਾ ਗੁਲਦਸਤਾ ਲੱਗਦਾ ਹੈ ਕਿ ਵੱਖਰੇ ਵਿਚਾਰਾਂ ਦੇ ਬਾਵਜੂਦ, ਵੱਖਰੀਆਂ ਸਟਰੀਮਸ ਦੇ ਬਾਵਜੂਦ, ਉੱਥੇ ਨਿਸ਼ਾਨ ਸਾਹਿਬ ਵੀ ਹੁੰਦਾ ਤੇ ਉੱਥੇ ਲਾਲ ਝੰਡਾ ਵੀ ਵਿੱਚ ਹੀ ਹੈ ਤੇ ਬਾਕੀ ਹੈ ਕੁਝ ਲੋਕ ਆਪਣੇ ਢੰਗ ਨਾਲ ਉਹਨੂੰ ਦੇਖਦੇ ਨੇ। ਮੈਨੂੰ ਲੱਗਦਾ ਕਿ ਵੱਖਰੇ ਵਿਚਾਰਾਂ ਨੂੰ ਗੁਰੂ ਨਾਨਕ ਸਾਹਿਬ ਨੇ ਰਸਤਾ ਦੱਸਿਆ ਸਾਨੂੰ ਬਹੁਤ ਵੱਡਾ, ਕਿ ਉਹ ਜਿੱਥੇ ਜਿੱਥੇ ਗਏ, ਜਿਹੜੇ ਵਿਚਾਰਾਂ ਤੋਂ ਉਹਨਾਂ ਨੂੰ ਚੰਗਾ ਲੱਗਿਆ, ਔਰ ਕਿੰਨੇ ਚਾਹੇ ਉਹ ਕਬੀਰ ਜੀ ਸੀਗੇ, ਫਰੀਦ ਸੀ, ਨਾਮਦੇਵ ਸੀ, ਧੰਨਾ ਭਗਤ ਸੀ, ਪੀਪਾ, ਜਿੰਨੇ ਵੀ ਮਰਜੀ ਬੰਦੇ ਸੀ, ਸਾਰਿਆਂ ਨੂੰ ਉਹਨਾਂ ਨੇ ਲਿਆ ਕੇ ਇੱਕ ਗੁਲਦਸਤੇ ਦੇ ਰੂਪ ਚ ਸਾਡੇ ਸਾਹਮਣੇ ਪੇਸ਼ ਕਰਤਾ ਕਿ ਗਿਆਨ ਬੰਦਾ ਨਹੀਂ, ਗਿਆਨ ਸਭ ਤੋਂ ਇੰਪੋਰਟੈਂਟ ਚੀਜ਼ ਹੈ। ਗਿਆਨ ਕਿਤੋਂ ਵੀ ਮਿਲੇ, ਇਸੇ ਲਈ ਉਹ ਸੰਵਾਦ ਚੋਂ ਗਿਆਨ ਦੀ ਗੱਲ ਸਾਨੂੰ ਧਾਰਨਾ ਪਕੜਾ ਕੇ ਗਏ ਕਿ ਉਹ ਇੱਕ ਤਰੀਕਾਕਾਰ ਹੈ ਸਾਡੇ ਕੋਲ, ਜਿਹਦੇ ਨਾਲ ਅਸੀਂ ਸਾਰੀ ਦੁਨੀਆ 'ਚ ਵਿਚਰ ਸਕਦੇ ਹਾਂ ਜਾਂ ਗੱਲਬਾਤ ਇੱਕ ਕਰ ਸਕਦੇ ਹਾਂ। ਤੇ ਇਹਦੇ ਚੋਂ ਇਹ ਉਮੀਦ ਹੈ ਕਿ ਜੇ ਸਾਡੀ ਮੇਨ ਸਟ੍ਰੀਮ ਪਾਰਟੀਆਂ ਚੋਂ ਕੋਈ ਇੱਕ ਵੀ ਪਾਰਟੀ ਹੁੰਦੀ, ਸ਼ਾਇਦ ਇਹ ਖਿਲਾਫ ਪੈਦਾ ਨਾ ਹੁੰਦਾ। ਜੇ ਅਕਾਲੀ ਦਲ ਮਮਤਾ ਬੈਨਰਜੀ ਨਾਲ ਖੜਾ ਹੁੰਦਾ ਤਾਂ ਮੋਦੀ ਉਹਨਾਂ ਦੀ ਇੰਨੀ ਜ਼ਰੂਰਤ ਬੰਗਾਲ 'ਚ ਨਹੀਂ ਸੀ ਪੈਂਦੀ ਜਿਵੇਂ ਮਮਤਾ ਲੜ ਰਹੀ ਹੈ ਮੋਦੀ ਦੇ ਹਿੰਦੂਤਵ ਦੇ ਖਿਲਾਫ। ਨੰਗੇ ਧੜ ਇੱਕ ਮਤਲਬ ਔਰਤ ਚੀਫ ਮਿਨਿਸਟਰ ਆਪਣੀ ਸਰਕਾਰ ਲੈ ਕੇ, ਸਾਰਾ ਨਿਜ਼ਾਮ ਉਹਦੇ ਖਿਲਾਫ ਹੈ ਟੋਟਲ, ਤੇ ਸਾਨੂੰ ਸਹਿਯੋਗ 'ਚ ਖੜੇ ਹੋਣਾ ਚਾਹੀਦਾ ਸੀ ਨਾ ਇੱਕ ਦੂਜੇ ਦੇ ਨਾਲ। ਜਿਹੜਾ ਉਸ ਨੂੰ ਉਹ ਨਹੀਂ ਗਿਆ ਕਿਉਂਕਿ ਮੇਨ ਸਟ੍ਰੀਮ ਪਾਰਟੀਆਂ 'ਚੋਂ ਜਾਨ ਹੀ ਹੈ ਨਹੀਂ ਹੈ ਕਿ ਖੜਨ। ਇਹ ਅੰਦੋਲਨ 'ਚੋਂ ਨਿਕਲੇ ਬੰਦੇ ਜਦੋਂ ਉਹਨਾਂ ਨਾਲ ਖੜਨਗੇ ਜਾ ਕੇ ਵੱਖ-ਵੱਖ ਥਾਵਾਂ ਤੇ, ਤਾਂ ਉਹ ਇੱਕ ਕੰਸੋਲੀਡੇਸ਼ਨ ਹੋਏਗੀ, ਇੱਕ ਮੰਚ ਹੋਏਗਾ, ਇੱਕ ਪਲੇਟਫਾਰਮ ਆਏਗਾ। ਉਹਦੇ 'ਚੋਂ ਇਦੋਂ ਬਾਅਦ ਨਿਕਲੇਗਾ ਉਹ ਪਲੇਟਫਾਰਮ, ਤੇ ਉਹ ਪਲੇਟਫਾਰਮ ਦੇ ਥਰੂ ਜਿਹੜੀ ਡਾਇਵਰਸਿਟੀ ਵੀ ਦਿਖਾਈ ਦੇਊਗੀ, ਔਰ ਮੇਰਾ ਖਿਆਲ ਹੈ ਇੱਕ ਫਿਊਚਰ ਅੰਦੋਲਨ ਵੀ ਉਹਦੇ 'ਚੋਂ ਨਿਕਲੇਗਾ। ਹੁਣ ਮੈਨੂੰ ਇੰਨਾ ਹੀ ਲੱਗਦਾ ਕਿ ਸਾਰੇ ਲੋਕ ਚਾਹੇ ਦੇਸ਼ ਤੇ ਵਿਦੇਸ਼ ਦੇ ਵਿੱਚ ਜਿਹੜੇ ਇਸ ਅੰਦੋਲਨ ਨਾਲ ਜੁੜੇ ਹੋਏ ਨੇ, ਪਹਿਲੀ ਟਾਰਗੇਟ ਤਾਂ ਇਹੀ ਹੋਣਾ ਚਾਹੀਦਾ ਕਿ ਅੰਦੋਲਨ 100% ਸਫਲ ਹੋਵੇ। ਮੈਨੂੰ ਲੱਗਦਾ 90-95% ਇਹ ਸਫਲ ਹੈ ਆਲਰੇਡੀ। ਕਿਤੇ ਕਿਤੇ ਮੇਰਾ ਸਵਾਰਥ ਵੀ ਨਜ਼ਰ ਆਉਂਦਾ, ਮੈਨੂੰ ਲੱਗਦਾ ਹੁੰਦਾ ਇਹ ਅੰਦੋਲਨ ਥੋੜਾ ਹੋਰ ਲੰਮਾ ਚੱਲ ਜੇ, ਵੀ 2-4 ਮਹੀਨੇ, ਕਿਉਂਕਿ ਲੋਕ ਜਿਹੜਾ ਬਦਲਾਅ ਕਰ ਰਹੇ ਆ ਅੰਦੋਲਨ ਉੱਤੇ ਬੈਠੇ, ਸ਼ਾਇਦ ਜੇ ਜਲਦੀ ਹੱਲ ਹੋ ਜੇ ਉਹ ਬਦਲਾਅ ਨਹੀਂ ਆਉਂਦਾ ਬੜੀ ਵਾਰ। ਉਹ ਚੀਜ਼ਾਂ ਜੇ ਦੇਸ਼ ਦੇ ਵਿੱਚ ਫਿਰਨ ਦਿਓ ਲੀਡਰਾਂ ਨੂੰ, ਬਾਕੀ ਸੂਬਿਆਂ ਦੇ ਵਿੱਚ ਵੀ ਜਾਂਦੇ ਨੇ, ਆਪਣੀ ਗੱਲ ਰੱਖਦੇ ਨੇ, ਤਾਂ ਇੱਕ ਸਿਸਟਮ ਬਣਦਾ ਹੈ ਉਹਦੇ ਨਾਲ ਉਸ ਪੱਧਰ ਦੇ ਉੱਤੇ। ਪਰ ਚਲੋ ਜਦੋਂ ਵੀ ਇਹ ਹੱਲ ਹੁੰਦਾ ਤੇ ਫਿਰ ਜਿਹੜਾ ਉਹ ਵਾਪਸ ਆਇਆ ਹੋਇਆ ਵਰਗ ਹੋਏਗਾ, ਉਹਨਾਂ ਦਾ ਮੰਥਨ ਕਰਨਾ ਉਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ। ਉਹ ਗਰੁੱਪਾਂ 'ਚ ਬੈਠਣ, ਵੱਖ-ਵੱਖ ਵੱਡੇ ਮੁੱਦਿਆਂ ਨੂੰ ਸੰਬੋਧਿਤ ਹੋਣ, ਉਹਨਾਂ ਬਾਰੇ ਜਾਣਕਾਰੀ ਹਾਸਲ ਕਰਨ, ਆਪਣਾ ਪਿੰਡ ਕਿਵੇਂ ਵਿਉਂਤਣਾ ਹੈ, ਉੱਥੇ ਦਾ ਢਾਂਚੇ ਦੇ ਵਿੱਚ ਕਿਵੇਂ ਇਨਵੋਲਵ ਹੋਣਾ ਹੈ, ਸਟੇਟ ਕਿਵੇਂ ਵਿਉਂਤਣੀ ਹੈ, ਦੁਨੀਆ ਪੱਧਰ ਤੇ ਗਲੋਬਲ ਰੋਲ ਕਿਵੇਂ ਅਦਾ ਕਰਨਾ ਹੈ। ਕੋਈ ਇਸ ਕਮਿਊਨਿਟੀ ਨੰਬਰ ਦੇ ਆਸਰੇ ਨਹੀਂ ਇਹਨੇ ਰੋਲ ਪਲੇ ਕੀਤਾ ਕਦੇ। ਤੇ ਜੇ ਦੁਨੀਆ ਦੇ 5 ਮਹਾਨ ਬੰਦਿਆਂ 'ਚ ਗੁਰੂ ਤੇਗ ਬਹਾਦਰ ਸਾਹਿਬ ਆਉਂਦੇ ਨੇ ਹਿਊਮਨ ਰਾਈਟਸ ਦੇ ਐਂਗਲ ਤੋਂ, ਯੂਐਨਓ ਦੇ ਵੱਲੋਂ ਪ੍ਰਸਤਾਵ ਕੀਤੇ ਜਾਂਦੇ ਨੇ, ਉਹ ਬੰਦਿਆਂ ਕਰਕੇ ਨਹੀਂ ਹੈ, ਉਹ ਉਸ ਇੱਕ ਸੁਪਰੀਮ ਆਈਡੀਆ ਦੇ ਕਰਕੇ। ਜਦੋਂ ਤਿਆਗ ਕਰਦੇ ਨੇ ਇਸ ਕਰਕੇ ਕਿ ਮੇਰਾ ਜਨੇਊ ਨਾਲ ਕੋਈ ਸੰਬੰਧ ਨਹੀਂ, ਮੇਰਾ ਉਸ ਵਿਚਾਰਧਾਰਾ ਦੇ ਨਾਲ ਲੜਾਈ ਹੈ, ਮੇਰੀ ਜਾਤ ਪਾਤ ਦੇ ਨਾਲ ਲੜਾਈ ਹੈ, ਪਰ ਜੇ ਜ਼ਬਰਦਸਤੀ ਹੋਊਗੀ ਤਾਂ ਮੈਂ ਫਿਰ ਉਹਦੇ ਲਈ ਵੀ ਸੈਕਰੀਫਾਈਸ ਨਹੀਂ ਕਰਦਾ, ਮੈਂ ਉਹਦੇ ਹਿਊਮਨ ਰਾਈਟਸ ਲਈ ਵੀ ਕਰਦਾ। ਇਹ ਬਹੁਤ ਵੱਡਾ ਇੱਕ ਲੰਮੀ ਦਾਇਰਾ ਸੀ ਜਿਹੜਾ ਉਸ ਸਮੇਂ ਤੱਕ ਯੂਐਨਓ ਤੇ ਜਾਂ ਬਾਕੀ ਤਾਂ ਬਾਅਦ ਦੀਆਂ ਗੱਲਾਂ ਨੇ। ਇਹ ਲੜਾਈ ਖਿੱਚੀ ਹੋਣੀ ਕਿਸੇ ਨੇ, ਐਡੀ ਲੰਮੀ ਲਾਈਨ ਕਿਸੇ ਨੇ ਨਹੀਂ ਖਿੱਚੀ ਹਿਊਮਨ ਰਾਈਟਸ ਦੇ ਖੇਤਰ 'ਚ। ਪਰ ਹੁਣ ਮੈਨੂੰ ਕਦੇ ਕਦੇ ਲੱਗਦਾ ਹੁੰਦਾ ਵੀ ਸਾਡੀਆਂ ਹਿਊਮਨ ਰਾਈਟਸ ਜਥੇਬੰਦੀਆਂ ਬਣੀਆਂ ਨੇ ਸਾਡੇ ਦੇਸ਼ 'ਚ ਜਾਂ ਦੁਨੀਆ 'ਚ, ਉਹ ਵਰਗਾਂ ਦੀਆਂ ਜਥੇਬੰਦੀਆਂ ਨੇ। ਕਾਮਰੇਡ ਹਿਊਮਨ ਰਾਈਟਸ ਹੈ, ਇਹ ਸਿੱਖ ਹਿਊਮਨ ਰਾਈਟਸ ਹੈ, ਬਾਕੀ ਜਦੋਂ ਗੁਰੂ ਦੀ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਜਿਹੜੀ ਹੋਊਗੀ ਉਹ ਵਿਤਕਰਾ ਨਹੀਂ ਕਰਦੀ, ਉਹ ਜਿੱਥੇ ਵੀ ਜ਼ੁਲਮ ਹੈ ਉਹਦੇ ਨਾਲ ਖੜਦੀ। ਸਾਨੂੰ ਉਸ ਪਾਸੇ ਧਿਆਨ ਦੇਣ ਦਾ ਕੁਐਸਚਨ ਹੈ, ਉਸ ਫਿਲਾਸਫੀ ਨਾਲ ਦੋ ਚਾਰ ਹੋਣ ਦਾ ਕੁਐਸਚਨ ਹੈ, ਉਹਦੇ ਨਾਲ ਕਮਿਟਮੈਂਟ, ਉਹਦੇ ਨਾਲ ਪ੍ਰਤੀਬੱਧ ਲੋਕ ਪੈਦਾ ਕਰਨ ਦਾ ਕੁਐਸਚਨ ਹੈ। ਤੇ ਧਾਰਮਿਕ ਖੇਤਰ 'ਚ ਵੀ ਇੱਕ ਜਿਹੜਾ ਸਿੱਖੀ ਦਾ ਪੈਰਾਡਾਈਮ ਸੀ, ਮੈਨੂੰ ਲੱਗਦਾ ਸੀ ਕਿ ਕ੍ਰਾਈਸਿਸ ਪੰਜਾਬ 'ਚ ਕਿਵੇਂ ਆਏ। ਈਵਨ ਅਕਾਲੀ ਦਲ 'ਚ ਵੀ ਜਿੰਨਾ ਚਿਰ ਤਾਕਤਾਂ ਦਾ ਸਮਤੋਲ ਸੀ, ਇੱਕ ਪਾਸੇ ਜਥੇਦਾਰ ਅਕਾਲ ਤਖਤ ਦੀ ਤਾਕਤ ਸੀ, ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਤਾਕਤ ਸੀ, ਤੀਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਦੀ ਤਾਕਤ ਸੀ, ਚੌਥੇ ਪਾਸੇ ਜੇ ਕੋਈ ਚੀਫ ਮਿਨਿਸਟਰ ਬਣਦਾ ਸੀ ਉਹਦੀ ਤਾਕਤ ਸੀ। ਜਦੋਂ ਇਹ ਤਾਕਤ ਇੱਕ ਬੰਦੇ 'ਚ ਆ ਗਈ, ਚਾਰਾਂ ਬੈਲੈਂਸ ਖਰਾਬ ਹੋ ਗਿਆ। ਇਹ ਪਿਲਰ ਦੀ ਲੋੜ ਹੈ, ਸਭ ਟਾਈਪ ਦੇ ਪਿਲਰਸ ਦੀ ਲੋੜ ਹੈ। ਜੇ ਇੱਕ ਗਲਤ ਕਰਦਾ ਚੀਫ ਮਿਨਿਸਟਰ ਜਾਂਦਾ ਤਾਂ ਉਹਦੀ ਨਕੇਲ ਪੜਨ ਵਾਲੇ ਬੰਦੇ ਚਾਹੀਦੇ, ਸੰਸਥਾਵਾਂ ਚਾਹੀਦੀਆਂ ਨੇ। ਜੇਕਰ ਐਸਜੀਪੀਸੀ ਦਾ ਪ੍ਰਧਾਨ ਜਾਂਦਾ ਤਾਂ ਬਾਕੀ ਤਿੰਨ ਇਕੱਠੇ ਹੋ ਕੇ ਉਹਨੂੰ ਕਰ ਸਕਦੇ ਨੇ। ਜੇਕਰ ਇੱਕ ਦੂਜਾ ਜਾਂਦਾ ਉਹਨੂੰ, ਇਹ ਜਿਹੜੀ ਹਿਸਟੋਰੀਕਲ ਸਾਡੇ ਕੋਲ ਇੱਕ ਵਿਜ਼ਡਮ ਸਾਨੂੰ ਦਿੱਤੀ ਗਈ ਕਿ ਇਸ ਤਰੀਕੇ ਦੇ ਨਾਲ ਜਵਾਬਦੇਹੀ ਤੈਅ ਕਰਨੀ ਹੈ, ਉਹਦਾ ਮੁੜ ਕੇ ਸਿਰਜਣਾ ਦੀ ਲੋੜ ਹੈ।
ਇੱਕ ਉਸ ਲੈਵਲ ਦੇ ਇੱਕ ਢਾਂਚੇ ਦੀ ਲੋੜ ਹੈ। ਉਹ ਧਾਰਮਿਕ ਖੇਤਰ 'ਚ ਵੀ ਸ਼ੁਰੂ ਕਰਨਾ ਪਏਗਾ, ਸਮਾਜਿਕ ਖੇਤਰ 'ਚ ਵੀ, ਸਿਆਸੀ ਖੇਤਰ 'ਚ ਵੀ, ਅਰਥ ਵਿਵਸਥਾ ਦੇ ਖੇਤਰ ਦੇ ਵਿੱਚ ਵੀ। ਔਰ ਇਹਦੇ ਤੇ ਮੈਨੂੰ ਲੱਗਦਾ ਸੰਵਾਦ ਕੰਟੀਨਿਊ ਕਰਨ ਦੀ ਲੋੜ ਹੈ ਪੰਜਾਬ ਦੇ ਵਿੱਚ ਖਾਸ ਤੌਰ ਤੇ, ਬਾਕੀ ਸਾਰੇ ਕਿਤੇ। ਜੀ ਭਾਈ ਸਾਹਿਬ, ਬਹੁਤ-ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਜੁੜੇ, ਆਪਣੇ ਵਿਚਾਰ ਸਾਂਝੇ ਕੀਤੇ। ਬਹੁਤ ਕੁਛ ਸਿੱਖਣ ਨੂੰ ਮਿਲਿਆ ਤੇ ਬਹੁਤ ਹੀ ਗੱਲਾਂ ਮਿਲੀਆਂ ਜਿਨ੍ਹਾਂ ਤੇ ਪਤਾ ਲੱਗਦਾ ਵੀ ਜਿਹੜਿਆਂ ਤੇ ਕੰਮ ਕਰਨ ਦੀ ਬਹੁਤ ਜ਼ਿਆਦਾ ਲੋੜ ਹੈਗੀ ਹੈ ਮੂਵਿੰਗ ਫਾਰਵਰਡ। ਤੇ ਅਸੀਂ ਏਦਾਂ ਹੀ ਚਾਹਾਂਗੇ ਵੀ ਜੇ ਤੁਸੀਂ ਦੁਬਾਰਾ ਮੌਕਾ ਲੱਗੇ ਤਾਂ ਸਾਡੇ ਨਾਲ ਫੇਰ ਜੁੜਿਓ, ਆਪਾਂ ਗੱਲਾਂ ਏਦਾਂ ਹੀ ਜਾਰੀ ਰੱਖਾਂਗੇ। ਬਹੁਤ-ਬਹੁਤ ਧੰਨਵਾਦ। ਤੇ ਆਪਾਂ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਜੇ ਤੁਸੀਂ ਹੋਰ ਸਾਡੀਆਂ ਡਿਸਕਸ਼ਨਸ ਹੋਈਆਂ ਸੁਣਨਾ ਚਾਹੋਗੇ, ਤੁਸੀਂ ਪੰਥ ਪੰਜਾਬ ਦਾ YouTube ਚੈਨਲ ਜ਼ਰੂਰ ਕੱਢਿਓ। ਤੁਸੀਂ ਸਾਨੂੰ ਇੰਸਟਾਗ੍ਰਾਮ ਤੇ ਟਵਿੱਟਰ ਤੇ ਵੀ ਫੋਲੋ ਕਰਦੇ ਰਹੋ ਤਾਂ ਕਿ ਤੁਹਾਨੂੰ ਆਉਣ ਵਾਲੇ ਪ੍ਰੋਗਰਾਮਾਂ ਦੀ ਵੀ ਜਾਣਕਾਰੀ ਆਉਂਦੀ ਰਹੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ।